हेलो। हाँ बई। हाँ, सो ਆਪਾਂ ਕਿਹੜੀ ਗੱਲ ਕਰੀ ਜਾਂਦੇ ਸੀ? ਆਪਾਂ ਐਡਵਾਈਸ ਦੀ ਗੱਲ ਕਰੀ ਜਾਂਦੇ ਸੀ। ਹਾਂ, ਐਡਮਿਨਿਸਟ੍ਰੇਸ਼ਨ ਤੇ ਆਪਾਂ ਲੈਜਿਸਲੇਸ਼ਨ ਦੀ ਗੱਲ ਕਰੀ ਜਾਂਦੇ ਸੀ ਹਨਾ। ਸੋ ਦੱਸੀ ਜਾਂਦਾ ਸੀ ਮੈਂ ਵੀ ਐਡਮਿਨਿਸਟ੍ਰੇਟਰ ਕੌਣ ਹੁੰਦਾ ਤੇ ਲੈਜਿਸਲੇਟਿਵ ਕੌਣ ਹੁੰਦਾ। ਸੋ ਬਲਤੇਜ ਆਈ ਥਿੰਕ ਕਲੀਅਰ ਆ ਹੁਣ ਤੱਕ, ਹਜੇ ਤੱਕ ਵੀ ਕੋਈ ਹੈ ਡਾਊਟ ਇਹਦੇ ਚ? ਕਲੀਅਰ ਬਈ। ਜਦੋਂ ਤੈਨੂੰ ਇਹ ਗੱਲ ਆ ਗਈ ਕਿਸੇ ਥਾਂ ਤੇ, ਇਹ ਚੀਜ਼ ਲਿਖੀ ਆ ਗਈ ਜਾਂ ਸੁਣਨ ਨੂੰ ਮਿਲ ਗਈ ਵੀ ਇਹ ਐਡਮਿਨਿਸਟ੍ਰੇਸ਼ਨ ਆ, ਸੋ ਉੱਥੇ ਨਾਲ ਦੀ ਨਾਲ ਆਪਣੇ ਦਿਮਾਗ 'ਚ ਗੱਲ ਆ ਜਾਣੀ ਚਾਹੀਦੀ ਹੈ ਵੀ ਐਡਮਿਨਿਸਟ੍ਰੇਸ਼ਨ ਆ ਤੇ ਇਹਦਾ ਮਤਲਬ ਕੀ ਹੈ? ਇਹ ਲਾਗੂ ਕਰਨਗੇ ਇਹ ਚੀਜ਼ ਵੀ, ਇਹੀ ਬੰਦੇ ਕੰਮ ਕਰਨਗੇ। ਜਿਵੇਂ ਆਪਾਂ ਯਾਰ ਘਰੇ ਕੋਈ ਰਾਇ ਕਰ ਲਈ, ਬਲਤੇਜ ਵੇਖੋ, ਫਿਰ ਮੈਂ ਤੈਨੂੰ ਸਵਾਰ ਕੇ ਚੀਜ਼ ਸਮਝਾਉਣਾ ਐਗਜ਼ਾਮਪਲ ਦੇ ਕੇ ਵੀ ਆਪਾਂ ਘਰੇ ਆਪਾਂ ਜਿਵੇਂ ਹੁਣ ਮੰਨ ਕੇ ਪਾਠ ਕਰਾਉਣਾ ਜਾਂ ਘਰ ਦਾ ਕੋਈ ਵੀ ਕੰਮ ਆ, ਕਈ ਘਰਾਂ 'ਚ ਨਾ ਬੜਾ ਸੋਹਣਾ ਮਾਹੌਲ ਹੁੰਦਾ। ਆਪਣੇ ਵੀ ਹੁਣ ਲਗਭਗ ਇਹ ਵੀ ਪਹਿਲਾਂ ਨਹੀਂ ਸੀ, ਉਹ ਗੱਲ ਵੱਖਰੀ ਹੈ ਵੀ ਹਾਂ ਵੀ ਕੋਈ ਬੰਦਾ ਰਾਇ ਦੇਵੇ ਨਾ ਦੇਵੇ, ਪਰ ਆਪਾਂ ਬਹਿਨੇ ਆ ਵੀ ਹਾਂ ਯਾਰ ਆਪਾਂ ਆਹ ਕੰਮ ਕਿਵੇਂ ਕਰਨਾ ਚਾਹੀਦਾ, ਠੀਕ ਆ। ਉੱਥੇ ਹੁਣ ਕੀ ਹੁੰਦਾ ਵੀ ਹਨਾ, ਸਾਰਿਆਂ ਨੇ ਸਿਰ ਜੋੜ ਕੇ ਬੈਠੇ ਵੀ ਆਹ ਕੰਮ ਕਿਵੇਂ ਕਰਕੇ, ਤੇ ਆਪਾਂ ਮਤਾ ਪਾ ਲਿਆ। ਵੇਖੋ ਵੀ ਕੰਮ ਕੋਈ ਵੱਡਾ ਸੀ ਹਨਾ, ਇਹ ਨਹੀਂ ਵੀ ਬਾਅਦ ਚ ਭੱਜਣਾ ਨਹੀਂ ਕਿਸੇ ਨੇ ਹਨਾ ਵੀ ਆਹ ਕੰਮ ਵੀ ਤਾਂ ਕਰਕੇ ਆਪਾਂ ਲਿਖਤੀ ਮਤਾ ਪਾਵਾਂਗੇ ਵੀ ਹਾਂ ਵੀ ਸਾਰੇ ਆਪਾਂ ਆਹ ਗੱਲ ਨਾਲ ਸਹਿਮਤ ਆ ਤੇ ਆਪਾਂ ਇਕੱਠੇ ਰਵਾਂਗੇ ਇਹ ਚੀਜ਼ ਤੇ, ਠੀਕ ਹੈ। ਸੋ ਉਹ ਕੀ ਹੋਇਆ, ਉਹ ਇੱਕ ਹਿਸਾਬ ਦਾ ਕਾਨੂੰਨ ਬਣ ਗਿਆ। ਕੀ ਬਣ ਗਿਆ? ਕਾਨੂੰਨ। ਵੀ ਜੇ ਆਹ ਗੱਲ ਹੋਊਗੀ ਤਾਂ ਅਸੀਂ ਇਕੱਠੇ ਰਵਾਂਗੇ, ਉਹ ਕੀ ਬਣਿਆ? ਕਾਨੂੰਨ। ਪਰ ਜਦੋਂ ਉਹ ਗੱਲ ਹੋਊਗੀ ਹਨਾ, ਤੇ ਉਦੋਂ ਇਕੱਠੇ ਰਹਿਣਾ ਉਹ ਹੋਊਗਾ, ਉਹ ਕਾਨੂੰਨ ਨੂੰ ਲਾਗੂ ਕਰ ਰਹੇ ਹਾਂ ਅਸੀਂ ਹੁਣ ਆਪ ਤੇ। ਸਮਝ ਲੱਗੀ ਕਿ ਨਹੀਂ ਲੱਗੀ? ਵੀ ਪਹਿਲਾਂ ਅਸੀਂ ਗੱਲੀ ਬਾਤੀ ਕੀਤਾ ਸੀਗਾ ਹਨਾ, ਵੀ ਬਣਾਇਆ ਸੀ ਬਣਿਆ ਸੀ ਉਦੋਂ ਕਾਨੂੰਨ ਵੀ ਹਾਂ ਵੀ ਮਤਾ ਪਾਤਾ ਸੀ, ਉਹ ਮਤਾ ਪਾਉਣਾ ਕੀ ਹੋ ਗਿਆ? ਕਾਨੂੰਨ ਬਣਨਾ। ਪਰ ਜਦੋਂ ਉਹ ਸਿਚੁਏਸ਼ਨ ਸੱਚੀ ਮੁੱਚੀ ਆਊਗੀ ਹਨਾ, ਤੇ ਉਹ ਫਿਰ ਕੀ ਹੋਊਗਾ? ਉਦੋਂ ਲਾਗੂ। ਜਿਵੇਂ ਹੁਣ ਮੰਨ ਕੇ ਚਲੋ ਕਾਨੂੰਨ ਬਣਾਉਣ ਦਾ ਕੀ ਹੈ ਵੀ ਆਪਾਂ ਮੈਟਰਨਿਟੀ ਰਿਲੀਫ ਦੇ ਨਾਲ ਉਸ ਦਿਨ ਗੱਲ ਕੀਤੀ ਜਾਂ ਚਾਈਲਡ ਲੇਬਰ ਦੇ ਨਾਲ ਆਪਾਂ ਗੱਲ ਸਮਝੀ ਸੀਗੀ ਵੀ ਆਪਣਾ ਕਨਸਟੀਟਿਊਸ਼ਨ ਆਪਾਂ ਨੂੰ ਇਹ ਗੱਲ ਕਹਿੰਦਾ ਵੀ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਤੇ ਹਜ਼ਾਰਡ ਥਾਵਾਂ ਤੇ ਕੰਮ ਨਹੀਂ ਕਰਵਾ ਸਕਦੇ, ਕਹਿੰਦਾ ਨਾ। ਹਾਂ ਬਈ। ਕਿੰਨਾ ਆਰਟੀਕਲ ਹੈ ਇਹ ਹੈਗਾ ਬਈ 41 ਹੈ? 43। ਸ਼ਾਬਾਸ਼, ਬਲਦੇ ਉਹ ਤਾਂ ਕਿੰਨਾ ਲਿਵਿੰਗ ਵੇਜ ਆਰਟੀਕਲ? ਵਾਲਾ 43 ਤਾਂ 41 ਆ। ਮੈਂ ਕਿਹੜਾ ਤੈਨੂੰ ਕਹੀ ਜਾਂਦਾ, ਮੈਂ ਬੱਚਿਆਂ ਵਾਲਾ ਕਹੀ ਜਾਂਦਾ। ਫੋਰਸਡ ਲੇਬਰ ਵਾਲਾ? ਅੱਛਾ ਅੱਛਾ, ਉਹ ਸੀਗਾ ਦੂਜਾ 23। 23 ਸੀਗਾ, ਹੂੰ। ਠੀਕ ਹੈ। ਸੋ ਹਾਂ ਬਈ। ਆਰਟੀਕਲ 23 ਆਪਾਂ ਨੂੰ ਇਹ ਗੱਲ ਕਹਿੰਦਾ ਹਨਾ। ਸੋ ਉਸ ਆਰਟੀਕਲ ਦੇ ਹਿਸਾਬ ਨਾਲ ਹਨਾ ਵੀ ਸਰਕਾਰ ਨੇ ਕੀ ਬਣਾਊਗੀ? ਪਹਿਲਾਂ ਕਾਨੂੰਨ ਬਣਾਊਗੀ ਵੀ ਹਾਂ ਵੀ ਆਪਣੇ ਆਰਟੀਕਲ ਚ ਹਨਾ ਵੀ ਉਹ ਬੱਚਿਆਂ ਨੂੰ ਫਿਰ ਆਪਾਂ ਸੇਫਟੀ ਦੇਈਏ। ਉਹਨਾਂ ਨੇ ਕਾਨੂੰਨ ਬਣਾਤਾ ਪ੍ਰੋਹਿਬਿਸ਼ਨ ਆਫ ਚਾਈਲਡ ਲੇਬਰ ਨੂੰ ਲੈ ਕੇ, ਚਾਈਲਡ ਲੇਬਰ ਤੇ ਰੋਕ ਲਾਤੀ। ਉਹ ਕਾਨੂੰਨ ਦਾ ਨਾਮ ਰੱਖਦਾ ਪ੍ਰੋਹਿਬਿਸ਼ਨ ਆਫ ਚਾਈਲਡ ਲੇਬਰ। ਉਹਦੇ ਤੇ ਉਹਨਾਂ ਨੇ ਕਹਿਤਾ ਵੀ ਹਾਂਜੀ ਵੀ ਵੇਖੋ ਆਹ ਕੰਮ ਆ ਜਿਹੜੇ ਬੱਚਿਆਂ ਤੋਂ ਤੁਸੀਂ ਨਹੀਂ ਕਰਾ ਸਕਦੇ। ਪਹਿਲਾਂ ਤਾਂ ਕੰਮ ਕਹਿਣਗੇ, ਇਹ ਚ ਦੱਸਣਗੇ ਸਾਰੇ ਕਿਹੜੇ ਕਿਹੜੇ ਕੰਮ ਤੁਸੀਂ ਨਹੀਂ ਕਰਾ ਸਕਦੇ। ਹੁਣ ਇੰਨਾ ਕੁਛ ਤਾਂ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਨਹੀਂ, ਕਨਸਟੀਟਿਊਸ਼ਨ 'ਚ ਤਾਂ ਸਿਰਫ ਇੱਕੋ ਗੱਲ ਲਿਖੀ ਹੈ ਵੀ ਹਾਂ ਵੀ ਤੁਸੀਂ ਬੱਚਿਆਂ ਤੋਂ ਨਾ ਮਤਲਬ ਹਾਨੀਕਾਰਕ ਕੰਮ ਨਹੀਂ ਕਰਾ ਸਕਦੇ ਜਿਹੜੇ ਹਨਾ ਕੱਲ ਨੂੰ ਵੀ ਉਹਨਾਂ ਦੀ ਗਾਂ ਗਰੋਥ ਦੇ ਵਿੱਚ ਸਮੱਸਿਆ ਬਣੇ। ਸਮਝ ਲੱਗੀ ਨਾ? ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੇ ਹੁਣ ਮੰਨ ਕੇ ਲੋ ਕਿਸੇ ਫੈਕਟਰੀ 'ਚ ਕੰਮ ਜਾਂ ਖਦਾਨ 'ਚ ਕੰਮ ਕਰਾਈ ਜਾਂਦੇ ਆ, ਹੋ ਸਕਦਾ ਉਹਨਾਂ ਦਾ ਕੋਈ ਅੰਗ ਹੀ ਉਹਨਾਂ ਦਾ ਪਰਮਾਨੈਂਟਲੀ ਡੈਮੇਜ ਹੋ ਜੇ ਤੇ ਉਹ ਤਾਂ ਸਾਰੀ ਉਮਰ ਭਰ ਲਈ ਅਪੰਗ ਹੋ ਗਏ, ਠੀਕ ਹੈ। ਸੋ ਹਜ਼ਾਰਡਸ ਕੰਮ ਨਹੀਂ। ਹੁਣ ਕਨਸਟੀਟਿਊਸ਼ਨ 'ਚ ਤਾਂ ਇੰਨੀ ਕੁ ਗੱਲ ਹੀ ਲਿਖੀ ਹੈ ਨਾ। ਹੁਣ ਹਜ਼ਾਰਡਸ ਕੰਮ ਕਿਹੜੇ ਕਿਹੜੇ ਹੋਣਗੇ? ਜਦੋਂ ਕਾਨੂੰਨ ਬਣਾਊਗੀ ਨਾ ਗਵਰਨਮੈਂਟ, ਉਹਦੇ 'ਚੋਂ ਸਾਰਾ ਕੁਝ ਲਿਖੂਗੀ ਵੀ ਆਹ ਕੰਮ ਹਜ਼ਾਰਡਸ ਹੋਣਗੇ, ਵੀ ਫੈਕਟਰੀ 'ਚ ਕੰਮ ਨਹੀਂ ਕਰ ਸਕਦੇ ਤੁਸੀਂ ਜਾਂ ਕਿਸੇ ਹਨਾ ਹੋਰ ਵੀ ਜ਼ਿਆਦਾ ਭਾਰਾ ਕੰਮ ਨਹੀਂ ਉਹਨਾਂ ਤੋਂ ਕਰਾ ਸਕਦੇ ਹਨਾ। ਵੀ ਕਹਿਣ ਦਾ ਮਤਲਬ ਉਹ ਲਿਖੂਗੀ ਆਹ ਕੰਮ ਹਜ਼ਾਰਡਸ ਹੈ। ਫਿਰ ਲਿਖੂਗੀ ਵੀ ਜਿਹੜਾ ਬੰਦਾ ਇਹ ਕੰਮ ਕਰਾਊਗਾ ਉਹਨੂੰ 5 ਸਾਲਾਂ ਦੀ ਸਜ਼ਾ ਹੋਊਗੀ। ਸਮਝ ਲੱਗ ਗਈ? ਵੀ ਕੋਈ ਵੀ ਸਜ਼ਾ, 5 ਸਾਲਾਂ ਦੀ, 10 ਸਾਲਾਂ ਦੀ, ਜੁਰਮਾਨਾ, ਆਹ ਸਾਰਾ ਕੁਝ ਕਾਨੂੰਨ ਦੇ ਵਿੱਚ ਲਿਖਿਆ ਹੋਊਗਾ। ਉਹ ਲਿਖ ਕੇ ਪਾਰਲੀਮੈਂਟ ਨੇ ਉਹਨੂੰ ਕੀ ਕਰਤਾ? ਪਾਸ ਕਰਤਾ। ਹੁਣ ਜਦੋਂ ਪਾਰਲੀਮੈਂਟ ਨੇ ਕਾਨੂੰਨ ਬਣਾਤਾ, ਸਮਝ ਲੱਗ ਗਈ ਨਾ? ਹੁਣ ਉਹ ਕਾਨੂੰਨ ਹੁਣ ਉਹ ਸੱਚੀ ਮੁੱਚੀ ਉਹ ਚੀਜ਼ ਹੁੰਦੀ ਹੈ। ਜੇ ਤਾਂ ਕਾਨੂੰਨ ਬਣਨ ਤੋਂ ਪਹਿਲਾਂ ਹੋਈ ਜਾਂਦੀ ਸੀ ਤਾਂ ਹੋਈ ਜਾਂਦੀ ਸੀਗੀ, ਪਰ ਜੇ ਉਹ ਕਾਨੂੰਨ ਬਣਨ ਤੋਂ ਬਾਅਦ ਚ ਉਹ ਚੀਜ਼ ਹੁੰਦੀ ਹੈ
ਤੇ ਸਰਕਾਰ ਇਹ ਅਸ਼ੋਰ ਕਰੂਗੀ ਵੀ ਪਹਿਲੀ ਗੱਲ ਤਾਂ ਲੋਕਾਂ ਤੱਕ ਵੀ ਹਾਂ ਵੀ ਆਹ ਕਾਨੂੰਨ ਬਣਿਆ ਵੀ ਤੁਹਾਡੇ ਫਾਇਦੇ ਲਈ। ਸਰਕਾਰ ਪਹਿਲਾਂ ਕੀ ਕਰੂਗੀ, ਲੋਕਾਂ ਤੱਕ ਐਡਵਰਟਾਈਜ਼ ਕਰੂਗੀ, ਉਹ ਚੀਜ਼ ਨੂੰ ਪਹੁੰਚਾਊਗੀ ਇਨਫੋਰਮੇਸ਼ਨ ਨੂੰ ਵੀ ਆ ਤੁਹਾਡੇ ਵਾਸਤੇ ਕਾਨੂੰਨ ਬਣਿਆ, ਤੁਸੀਂ ਹੁਣ ਵੀ ਐਵੇਂ ਨਾ ਕੰਮ ਕਰੀ ਜਾਓ। ਜੇ ਤੁਹਾਨੂੰ ਕੋਈ ਵੀ ਬੰਦਾ ਦਿਸਦਾ ਜਵਾਕ ਕੰਮ ਕਰਦਾ ਉਹਨੂੰ ਬਚਾਓ, ਉਹਦੀ ਜਾਣਕਾਰੀ ਦਿਓ ਡੀਸੀ ਨੂੰ, ਉਹ ਰੋਕੂਗਾ। ਸੋ ਉਹ ਕਾਨੂੰਨ ਨੂੰ ਜ਼ਮੀਨ ਤੇ ਤਾਰਨਾ ਹਨਾ ਵੀ ਹੁਣ ਚਾਈਲਡ ਲੇਬਰ ਨਾ ਹੋਵੇ। ਸਮਝ ਲੱਗੀ? ਹਾਂ ਬਈ। ਉਹ ਕਿਹਦਾ ਕੰਮ ਆ? ਉਹ ਸਰਕਾਰ ਦਾ ਕੰਮ। ਪਾਰਲੀਮੈਂਟ ਨੇ ਕਾਨੂੰਨ ਬਣਾਤਾ। ਹੁਣ ਜੇ ਕਿਸੇ ਬੰਦੇ ਬੱਚੇ ਨਾਲ ਹੋ ਰਿਹਾ ਉਹ ਲੇਬਰ, ਚਾਈਲਡ ਲੇਬਰ, ਤੇ ਫਿਰ ਇਹ ਡੀਸੀ ਦਾ ਕੰਮ ਆ ਜਾਂ ਪੁਲਿਸ ਦਾ ਕੰਮ ਆ, ਉੱਥੇ ਜਾ ਕੇ ਉਹਨਾਂ ਨੂੰ ਫੜੂਗੀ। ਲੱਗਿਆ ਪਤਾ? ਹਾਂ ਬਈ। ਸੋ ਪੁਲਿਸ ਵੀ ਐਗਜ਼ੈਕਟਿਵ ਹੋ ਗਈ, ਡੀਸੀ ਵੀ ਐਗਜ਼ੈਕਟਿਵ ਹੋ ਗਿਆ। ਤੇ ਹੁਣ ਮੈਂ ਇਹ ਕੀ ਹੈ ਨਾ ਵੀ ਸਰਕਾਰ ਵੀ ਤੁਹਾਨੂੰ ਕੀ ਹੈ ਨਾ ਐਗਜ਼ੈਕਟਿਵ ਹੁੰਦੀ ਹੈ। ਹੁਣ ਇੱਥੇ ਇੱਕ ਕੁਐਸਚਨ ਇਹ ਉੱਠਦਾ ਵੀ ਪ੍ਰਧਾਨ ਮੰਤਰੀ ਤੇ ਉਹਦੀ ਮੰਤਰੀ ਮੰਡਲ ਉਹ ਐਗਜ਼ੈਕਟਿਵ ਆ ਕਿ ਡੀਸੀ ਹੋਰੀ ਐਗਜ਼ੈਕਟਿਵ ਆ? ਡੀਸੀ ਤਾਂ ਹੋਰ ਚੀਜ਼ ਆ। ਹਾਂ ਬਈ। ਜੇ ਹੁਣ ਮੰਨ ਕੇ ਚਲੋ ਮੈਂ ਤੁਹਾਨੂੰ ਉਦਾਹਰਨ ਕੀ ਦਿੱਤੀ ਸੀ, ਮੈਂ ਤੁਹਾਨੂੰ ਬਰਕੰਦੀ ਦੀ ਉਦਾਹਰਨ ਦਿੱਤੀ ਸੀ ਨਾ ਵੀ ਬਰਕੰਦੀ ਤੇ ਡੀਸੀ ਦੀ ਮੰਨ ਕੇ ਚਲੋ ਨਹੀਂ ਬਣਦੀ, ਤੇ ਬਰਕੰਦੀ ਦਾ ਮੈਂ ਤੁਹਾਨੂੰ ਕਿਹਾ ਸੀ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹੈ, ਉਹ ਤਾਂ ਲੈਜਿਸਲੇਟਿਵ ਅਸੈਂਬਲੀ ਦਾ ਇੱਕ ਮੈਂਬਰ ਹੈ, ਤੇ ਕੰਮ ਤਾਂ ਕਿਹਨੇ ਕਰਨੇ ਆ? ਡੀਸੀ ਨੇ ਹੀ ਕਰਨੇ ਆ। ਪਰ ਜੇ ਉਹੀ ਆਪਣਾ ਨਾਲ ਮਿਨਿਸਟਰ ਵੀ ਹੋਵੇ, ਜੇ ਕੱਲ ਨੂੰ ਬਰਕੰਦੀ ਮੰਤਰੀ ਬਣ ਜਾਂਦਾ, ਫਿਰ ਉਹਨੂੰ ਆਪਾਂ ਲੈਜਿਸਲੇਟਿਵ ਦਾ ਵੀ ਮੈਂਬਰ ਕਵਾਂਗੇ ਕਿ ਨਾਲ ਉਹ ਐਗਜ਼ੈਕਟਿਵ ਦਾ ਵੀ ਪਾਰਟ ਹੋ ਗਿਆ? ਕਿਉਂਕਿ ਮੈਂ ਤੁਹਾਨੂੰ ਕਿਹਾ ਵੀ ਜਿਹੜੀ ਕਾਉਂਸਲ ਆਫ ਮਿਨਿਸਟਰ ਆ ਉਹ ਸੇਮ ਹੀ ਚੀਜ਼ ਹੁੰਦੀ ਹੈ ਨਾ। ਤੁਸੀਂ ਇਹ ਚੀਜ਼ ਤਾਂ ਪਤਾ ਨਾ ਵੀ ਸੈਂਟਰ ਦੇ ਵਿੱਚ ਵੀ ਸੇਮ ਚੀਜ਼ ਹੈ ਤੇ ਸਟੇਟ ਦੇ ਵਿੱਚ ਵੀ ਉਵੇਂ ਚੱਲਦਾ। ਜਿਵੇਂ ਪੀਐਮ ਤੇ ਕਾਉਂਸਲ ਆਫ ਮਿਨਿਸਟਰ ਸੈਂਟਰ ਦੇ ਵਿੱਚ ਆ, ਉਵੇਂ ਸੀਐਮ ਤੇ ਕਾਉਂਸਲ ਆਫ ਮਿਨਿਸਟਰ ਸਟੇਟ ਦੇ ਵਿੱਚ ਵੀ ਹੈਗਾ। ਸੋ ਹੁਣ ਜਦੋਂ ਕਾਉਂਸਲ ਆਫ ਮਿਨਿਸਟਰ ਦਾ ਪਾਰਟ ਬਣ ਗਿਆ ਤੇ ਤੁਹਾਨੂੰ ਮੈਂ ਦੱਸਿਆ ਵੀ ਗਵਰਨਮੈਂਟ ਕਾਹਦਾ ਪਾਰਟ ਹੁੰਦੀ ਹੈ? ਗਵਰਨਮੈਂਟ ਕੀ ਹੁੰਦੀ ਹੈ? ਐਗਜ਼ੈਕਟਿਵ ਹੁੰਦੀ ਹੈ ਕਿ ਲੈਜਿਸਲੇਟਿਵ ਹੁੰਦੀ ਹੈ? ਐਗਜ਼ੈਕਟਿਵ ਬਈ। ਤੇ ਕੀ ਹੁੰਦੀ ਹੈ ਗਵਰਨਮੈਂਟ? ਐਗਜ਼ੈਕਟਿਵ ਹੀ ਹੁੰਦੀ ਹੈ ਨਾ। ਸੋ ਹੁਣ ਐਗਜ਼ੈਕਟਿਵ ਇੱਕ ਹਿਸਾਬ ਦੀ ਦੋ ਤਰ੍ਹਾਂ ਦੀ ਐਗਜ਼ੈਕਟਿਵ ਹੋ ਗਈ। ਐਗਜ਼ੈਕਟਿਵ ਕਿੰਨੇ ਤਰ੍ਹਾਂ ਦੀ ਹੋ ਗਈ? ਹੈਲੋ, ਐਗਜ਼ੈਕਟਿਵ ਕਿੰਨੇ ਤਰ੍ਹਾਂ ਦੀ ਹੋ ਗਈ? ਦੋ ਤਰ੍ਹਾਂ ਦੀ। ਐਗਜ਼ੈਕਟਿਵ two types, ਦੋ ਤਰ੍ਹਾਂ ਦੀ ਕਿਵੇਂ ਹੋ ਗਈ ਵੀ? ਇੱਕ ਤਾਂ ਗਵਰਨਮੈਂਟ, ਮੈਂ ਤੁਹਾਨੂੰ ਕਹਿਣਾ ਵੀ ਸਰਕਾਰ, ਉਹ ਵੀ ਐਗਜ਼ੈਕਟਿਵ ਹੈ। ਦੂਜਾ ਮੈਂ ਤੁਹਾਨੂੰ ਕਿਹਾ ਵੀ ਡੀਸੀ, ਐਸਐਸਪੀ, ਪੁਲਿਸ, ਇਹ ਵੀ ਤਾਂ ਲਾਗੂ ਕਰਵਾ ਰਹੇ ਚੀਜ਼ ਨੂੰ, ਇਹ ਵੀ ਐਗਜ਼ੈਕਟਿਵ ਹੈ। ਸਮਝ ਲੱਗੀ ਨਾ? ਉਹ ਹਾਂ ਬਈ। ਹਾਂ। ਇੱਕ ਹੁੰਦੀ ਹੈ ਟੈਂਪਰੇਰੀ ਐਗਜ਼ੈਕਟਿਵ, ਦੂਜੀ ਹੁੰਦੀ ਹੈ ਪਰਮਾਨੈਂਟ ਐਗਜ਼ੈਕਟਿਵ। ਠੀਕ ਹੈ। ਸੋ ਜਿਹੜੀ ਟੈਂਪਰੇਰੀ ਐਗਜ਼ੈਕਟਿਵ ਆ ਉਹ ਹੁੰਦੀ ਹੈ ਗਵਰਨਮੈਂਟ। ਗਵਰਨਮੈਂਟ ਟੈਂਪਰੇਰੀ ਐਗਜ਼ੈਕਟਿਵ ਕਿਉਂ ਆ? ਹੁਣ ਜਿਹੜਾ ਮੋਦੀ ਹੈ, ਮੋਦੀ ਨੇ ਕਿੰਨੇ ਸਾਲਾਂ ਵਾਸਤੇ ਸਰਕਾਰ 'ਚ ਰਹਿਣਾ ਵੀ? ਜਾਂ ਬਰਕੰਦੀ ਦੀ ਗੱਲ ਹੀ ਕਰ ਲਓ, ਇਹਨੇ ਰਹਿਣਾ ਹੀ 5 ਸਾਲਾਂ ਵਾਸਤੇ। ਇਹਦੇ ਕੰਮ ਹੋਣੇ ਸੀ 5 ਸਾਲ। ਪਰ ਜਿਹੜਾ ਡੀਸੀ ਲੱਗਿਆ ਬੰਦਾ, ਉਹਨੇ ਕਿੰਨੇ ਟਾਈਮ ਵਾਸਤੇ ਰਹਿਣਾ? ਉਹਦਾ ਜਿੰਨੇ ਪੋਸਟ ਤੇ ਰਹੂਗਾ ਹਜੇ ਤੱਕ। ਠੀਕ ਆ। ਉਹ ਜਿਵੇਂ ਹੁਣ ਮੰਨ ਕੇ ਚਲੋ 60 ਸਾਲਾਂ ਤੱਕ ਜਾਂ 62 ਸਾਲਾਂ ਤੱਕ ਜਿੰਨੀ ਉਹਦੀ ਪੋਸਟ ਆ, ਉਹਦਾ ਉਹਨਾਂ ਟਾਈਮ ਹੀ ਰਹੂਗਾ ਨਾ। ਸਮਝ ਲੱਗੀ ਕਿ ਨਹੀਂ ਲੱਗੀ? ਸੋ ਅਸਲ 'ਚ ਕੰਮ, ਹਾਂ ਇਹ ਗੱਲ ਪੱਕੀ ਹੈ ਵੀ ਜਿਹੜੇ ਡੀਸੀ ਹੋਰੀ ਆ ਉਹ ਕੰਮ ਆਪਦੀ ਮਰਜ਼ੀ ਨਾਲ ਨਹੀਂ ਕਰਨਗੇ। ਉਹਨਾਂ ਨੇ, ਸਰਕਾਰ ਨੇ ਪਾਲਿਸੀ ਸਰਕਾਰ ਦੀ ਹੋਊਗੀ, ਸਰਕਾਰ ਦੀ ਪਾਲਿਸੀ ਨੂੰ ਹੀ ਲਾਗੂ ਕਰਨਾ। ਪਰ ਵੀ ਚੱਲਣਗੇ ਸਰਕਾਰ ਦੇ ਹਿਸਾਬ ਨਾਲ। ਪਰ ਵੈਸੇ ਗੱਲ ਤੁਹਾਨੂੰ ਦੱਸੀ ਹੈ ਵੀ ਉਹ ਵੀ ਐਗਜ਼ੈਕਟਿਵ ਦਾ ਹੀ ਪਾਰਟ ਹੁੰਦੇ ਆ। ਵੀ ਯਾਰ ਐਗਜ਼ੈਕਟਿਵ, ਹਰੇਕ ਬੰਦਾ ਐਗਜ਼ੈਕਟਿਵ ਆ ਜਿਹੜਾ ਚੀਜ਼ ਨੂੰ ਲਾਗੂ ਕਰ ਦਿੰਦਾ। ਸਮਝ ਲੱਗੀ? ਭਾਈ ਲੱਗ ਗਿਆ ਪਤਾ? ਹਾਂ। ਠੀਕ ਹੈ। ਸੋ ਟੈਂਪਰੇਰੀ ਐਗਜ਼ੈਕਟਿਵ ਕਿਹੜੀ ਹੁੰਦੀ ਹੈ? ਜਿਹੜੇ ਮੰਤਰੀ ਤੇ ਸਰਕਾਰ ਹੁੰਦੀ ਹੈ ਉਹ ਇੱਕ ਹਿਸਾਬ ਦੀ ਵੈਸੇ ਟੈਂਪਰੇਰੀ ਹੁੰਦੀ ਹੈ, ਕਿਉਂਕਿ ਇਹ 5 ਸਾਲਾਂ ਬਾਅਦ ਬਦਲ ਜਾਣੀ ਹੁੰਦੀ। ਪਰ ਪਰਮਾਨੈਂਟ ਐਗਜ਼ੈਕਟਿਵ ਦਾ ਪਾਰਟ ਕਿਹੜੇ ਆ? ਜਿਹੜੇ ਡੀਸੀ ਆ, ਐਸਐਸਪੀ ਆ, ਹਨਾ ਵੀ ਪੁਲਿਸ, ਉਹ ਕੀ ਹੈ? ਪਰਮਾਨੈਂਟਲੀ ਐਗਜ਼ੀਕਿਊਟ ਕਰ ਰਹੇ ਆ ਸਾਰੀਆਂ ਚੀਜ਼ਾਂ। ਜਿਵੇਂ ਹੁਣ ਐਜੂਕੇਸ਼ਨ ਦਾ ਕਿਹੜਾ ਵੀ ਕਿਵੇਂ ਆਪਾਂ ਪੜ੍ਹਾਉਣਾ ਬੱਚਿਆਂ ਨੂੰ, ਉਹ ਚੀਜ਼ ਕੌਣ ਦੱਸੂਗਾ?
ਉਹ ਪਾਰਲੀਮੈਂਟ 'ਚ ਦੱਸਿਆ ਨਾ ਵੀ ਹਾਂ ਵੀ ਨਵੀਂ ਸਿੱਖਿਆ ਨੀਤੀ ਆ ਗਈ, ਵੀ ਪਹਿਲਾਂ ਆਪਾਂ ਨੂੰ ਹੋਰ ਹਿਸਾਬ ਨਾਲ ਪੜਾਉਂਦੇ ਹੁੰਦੇ ਸੀਗੇ, ਹੁਣ ਸਿਲੇਬਸ 'ਚ ਨਵੇਂ ਟੌਪਿਕ ਐਡ ਕਰਤੇ ਹਨਾ। ਉਹ ਟੌਪਿਕ ਐਡ ਕਰਨ ਦੀ ਦਿਮਾਗ 'ਚ ਕਿਹਦੇ ਆਇਆ ਵੀ ਉਹ ਜਾਂ ਤਾਂ ਪਾਰਲੀਮੈਂਟ ਦੇ ਵਿੱਚ ਆਇਆ ਜਾਂ ਸਰਕਾਰ ਨੇ ਪਾਲਿਸੀ ਬਣਾਈ ਹੋ, ਪਰ ਉਹਨਾਂ ਨੂੰ ਲਾਗੂ ਕੌਣ ਕਰੂਗਾ ਸਕੂਲ 'ਚ? ਸਕੂਲ 'ਚ ਐਗਜ਼ੈਕਟਿਵ ਕੌਣ ਆ? ਡੀਸੀ ਬਾਈ, ਸਕੂਲ 'ਚ ਐਗਜ਼ੈਕਟਿਵ ਕੌਣ ਆ? ਪ੍ਰਿੰਸੀਪਲ ਬਾਈ। ਪ੍ਰਿੰਸੀਪਲ ਕਹਿ ਲਓ, ਟੀਚਰ ਕਹਿ ਲਓ, ਜਿਹੜੇ ਐਗਜ਼ੀਕਿਊਟ ਕਰ ਰਹੇ ਆ। ਪ੍ਰਿੰਸੀਪਲ ਹੈਡ ਆਫ ਐਗਜ਼ੈਕਟਿਵ ਹੋ ਗਿਆ ਸਕੂਲ ਦੇ ਵਿੱਚ। ਲੱਗਿਆ ਪਤਾ? ਹਾਂ ਬਾਈ। ਐਡਮਿਨਿਸਟ੍ਰੇਸ਼ਨ ਜਿਹੜਾ ਵਰਡ ਆ ਉਹ ਕੱਲੀ ਗਵਰਨਮੈਂਟ ਦੇ ਵਿੱਚ ਹੀ ਨਹੀਂ ਯੂਜ਼ ਹੁੰਦਾ, ਉਹ ਹਰੇਕ ਥਾਂ ਤੇ ਹੁੰਦਾ। ਸਕੂਲ ਐਡਮਿਨਿਸਟ੍ਰੇਸ਼ਨ ਦੀ ਗੱਲ ਹੁੰਦੀ ਹੈ, ਸਕੂਲ ਦੀ ਐਗਜ਼ੈਕਟਿਵ ਦੀ ਗੱਲ ਹੁੰਦੀ ਹੈ। ਸਮਝ ਲੱਗ ਗਈ? ਹਾਂ ਐਡਮਿਨਿਸਟ੍ਰੇਸ਼ਨ ਜਿੱਥੇ ਵਰਡ ਆ ਗਿਆ ਉੱਥੇ ਮਤਲਬ ਕੀ ਹੈ ਐਡਮਿਨਿਸਟ੍ਰੇਸ਼ਨ ਦਾ? ਬਈ ਇਹਨਾਂ ਨੇ ਐਡਮਿਨਿਸਟ੍ਰੇਟ ਕਰਨਾ, ਲਾਗੂ ਕਰਨੀਆਂ ਚੀਜ਼ਾਂ ਵੀ ਜਾਂ ਸਕੂਲ ਨੂੰ ਇਹਨਾਂ ਨੇ ਚਲਾਉਣਾ। ਜਿਹੜਾ ਲਾਗੂ ਕਰੂਗਾ ਚੀਜ਼ਾਂ ਵੀ ਇੱਕ ਹਿਸਾਬ ਦਾ ਚਲਾਉਣਾ ਉਹੀ ਚੀਜ਼ ਹੋਗੀ ਨਾ। ਹਾਂ ਸੋ ਮੈਂ ਏਡਾ ਵੱਡਾ ਲੈਕਚਰ ਇਸੇ ਬਾਰੇ ਨਹੀਂ ਦਿੱਤਾ ਵੀ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜੇ। ਹਾਂ ਆਈ ਥਿੰਕ ਹੋ ਵੀ ਗਈ ਹੋਊ ਹੁਣ ਤੁਹਾਨੂੰ ਉਹ ਚੀਜ਼ ਦਾ ਨਹੀਂ। ਹੁਣ ਡੀਸੀ ਹੋਰਿਆਂ ਬਾਰੇ ਪਤਾ ਲੱਗ ਗਿਆ ਵੀ ਕੀ ਹੁੰਦੇ ਆ, ਠੀਕ ਹੈ। ਤੇ ਐਗਜ਼ੈਕਟਿਵ ਦਾ ਸਿਨੋਨਿਮ ਕੀ ਹੈ? ਐਡਮਿਨਿਸਟ੍ਰੇਸ਼ਨ, ਭਾਵੇਂ ਐਡਮਿਨਿਸਟ੍ਰੇਟਰ ਕਹਿ ਲਓ, ਸੇਮ ਚੀਜ਼ ਹੈ। ਹੁਣ ਆ ਗਿਆ ਯੂਨੀਅਨ ਕਾਉਂਸਲ ਆਫ ਮਿਨਿਸਟਰ ਦੀ ਆਪਾਂ ਗੱਲ ਕਰਾਂਗੇ, ਠੀਕ ਹੈ, ਵੀ ਯੂਨੀਅਨ ਕਾਉਂਸਲ ਆਫ ਮਿਨਿਸਟਰ ਕੀ ਹੁੰਦੀ ਹੈ। ਹੁਣ ਉਹਦੇ ਵਿੱਚ ਕੀ ਹੈ ਦੇਖੋ, ਯੂਨੀਅਨ ਕਾਉਂਸਲ ਆਫ ਮਿਨਿਸਟਰ ਦਾ ਕੀ ਮਤਲਬ? ਕਾਉਂਸਲ ਆਫ ਮਿਨਿਸਟਰ ਦਾ ਮਤਲਬ ਤਾਂ ਤੁਹਾਨੂੰ ਪਤਾ ਨਾ। ਤੇ ਯੂਨੀਅਨ ਵਰਡ ਕਾਹਤੋਂ ਲਾਇਆ? ਯੂਨੀਅਨ ਵਰਡ ਲਾਇਆ ਵੀ ਇਹ ਸੈਂਟਰ ਦੀ ਹੈ। ਸੈਂਟਰ ਵਾਸਤੇ ਆਪਾਂ ਯੂਨੀਅਨ ਵਰਡ ਵੀ ਯੂਜ਼ ਕਰਦੇ ਆ ਨਾ ਕਈ ਵਾਰੀ। ਹਾਂ ਬਾਈ। ਤੁਹਾਡੇ ਯਾਦ ਹੋਵੇ ਵੀ ਮੈਂ ਤੁਹਾਨੂੰ ਕਿਹਾ ਸੀ ਯੂਨੀਅਨ ਲਿਸਟ, ਸਟੇਟ ਲਿਸਟ ਤੇ ਕਨਕਰੈਂਟ ਲਿਸਟ। ਤੇ ਉਸ ਯੂਨੀਅਨ ਲਿਸਟ ਦਾ ਕੀ ਮਤਲਬ ਸੀ? ਸੈਂਟਰਲ ਲਿਸਟ, ਠੀਕ ਹੈ। ਇਹ ਕੀ ਸੀ? ਫੈਡਰਲ ਪਾਵਰ ਦਾ ਪਾਰਟ ਹੈ। ਫੈਡਰਲ, ਸਮਝ ਲੱਗੇ? ਫੈਡਰਲ ਸਿਸਟਮ ਦੇ ਵਿੱਚ ਕੀ ਹੁੰਦਾ? ਪਾਵਰਾਂ ਦੀ ਵੰਡ ਹੁੰਦੀ ਹੈ। ਤੇ ਵੀ ਜਿਹੜੇ ਕਾਨੂੰਨ ਬਣਾਉਣ ਦੀ ਪਾਵਰ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਸੀਗਾ। ਕੁਝ ਕੁ ਮਾਮਲਿਆਂ ਤੇ ਸੈਂਟਰ ਕਾਨੂੰਨ ਬਣਾ ਸਕਦਾ, ਕੁਝ ਕੁ ਮਾਮਲਿਆਂ ਤੇ ਸਟੇਟ ਬਣਾ ਸਕਦੇ, ਕੁਝ ਕੁ ਮਾਮਲਿਆਂ ਤੇ ਦੋਵੇਂ ਬਣਾ ਸਕਦੇ ਆ। ਤੇ ਕੁਐਸਚਨ ਤੁਹਾਨੂੰ ਇਹ ਆ ਵੀ ਇਹ ਕਿੱਥੇ ਲਿਖਿਆ ਸੀ, ਕਿਹੜੇ ਸ਼ਡਿਊਲ ਦਾ ਪਾਰਟ ਹੈ? ਫੈਡਰਲ ਹੋ ਜਾ ਬਈ, ਈ 7 ਦਾ ਬਈ। ਹਾਂ, ਸ਼ਡਿਊਲ 7 ਆ, ਜਿੱਥੇ ਡਿਵੀਜ਼ਨ ਆਫ ਪਾਵਰਸ ਆ, ਫੈਡਰਲ ਸਿਸਟਮ ਦੀ ਗੱਲ ਸਮਝ ਲੱਗੀ? ਹਾਂ ਬਈ। ਸੋ ਇਹ ਯੂਨੀਅਨ ਕਾਉਂਸਲ ਆਫ ਮਿਨਿਸਟਰ ਤੇ ਸਟੇਟ ਦੇ ਵਿੱਚ ਕਿਹੜੀ ਕਾਉਂਸਲ ਆਫ ਮਿਨਿਸਟਰ ਹੋਊਗੀ? ਸਟੇਟ ਕਾਉਂਸਲ ਆਫ ਮਿਨਿਸਟਰ ਹੋਊਗੀ। ਸਮਝ ਲੱਗੀ? ਹਾਂ ਬਈ। ਸੋ ਅਪਾਇੰਟਮੈਂਟ ਆਫ ਮਿਨਿਸਟਰਸ ਕੌਣ ਕਰਦਾ? ਯਾਰ ਤੁਹਾਨੂੰ ਬਹੁਤ ਵਾਰੀ ਦੱਸਦਾ, ਦੱਸੋ ਕੌਣ ਕਰਦਾ? ਪ੍ਰਾਈਮ ਮਿਨਿਸਟਰ ਨੂੰ ਅਪਾਇੰਟ ਕੌਣ ਕਰਦਾ? ਪ੍ਰੈਜ਼ੀਡੈਂਟ ਬਈ। ਹਾਂ, ਕਾਉਂਸਲ ਆਫ ਮਿਨਿਸਟਰ ਨੂੰ ਵੀ ਕੌਣ ਕਰਦਾ? ਪ੍ਰੈਜ਼ੀਡੈਂਟ ਬਈ। ਮੈਂ ਤੁਹਾਨੂੰ ਇਹੀ ਕਹੀ ਜਾਂਦਾ ਨਾ ਵੀ ਜੇ ਹੁਣ ਮੰਨ ਕੇ ਲੋ ਹਰਸਿਮਰਤ ਕੌਰ ਬਾਦਲ ਆਪ ਅਸਤੀਫਾ ਨਾ ਦਿੰਦੀ ਤੇ ਇਹਨੇ ਦਬਾਉਣਾ ਹੁੰਦਾ ਮੋਦੀ ਨੇ। ਮੋਦੀ ਨੇ ਕੀ ਕਰਨਾ ਸੀਗਾ? ਮੋਦੀ ਨੇ ਪ੍ਰੈਜ਼ੀਡੈਂਟ ਨੂੰ ਕਹਿ ਦੇਣਾ ਹਾਂ ਵੀ ਉਹਦਾ ਨਾਂ ਕੱਢ ਦਿਓ। ਸੋ ਕਹਿਣ ਦਾ ਮਤਲਬ ਕਿ ਮੈਂ ਤੁਹਾਨੂੰ ਸ਼ੁਰੂ ਪਹਿਲਾਂ ਵੀ ਅੱਜ ਦੇ ਲੈਕਚਰ ਦੇ ਸ਼ੁਰੂ 'ਚ ਵੀ ਇਹ ਗੱਲ ਦੱਸੀ ਆ ਵੀ ਜਿਹੜੇ ਅਪੁਆਇੰਟਮੈਂਟ ਆ, ਅਪੁਆਇੰਟਮੈਂਟ ਦਾ ਸਿਰਫ ਇੰਨਾ ਕੁ ਮਤਲਬ ਹੁੰਦਾ ਵੀ ਉਹ ਜੁਆਇਨਿੰਗ ਲੈਟਰ ਹੁੰਦਾ ਇੱਕ ਹਿਸਾਬ ਦਾ, ਤੇ ਹੇਠਾਂ ਉਹ ਪ੍ਰੈਜ਼ੀਡੈਂਟ ਦੇ ਸਾਈਨ ਹੁੰਦੇ ਆ ਜਾਂ ਜਿਹੜੇ ਬੰਦੇ ਨੇ ਤੁਹਾਨੂੰ ਜੁਆਇਨ ਕਰਵਾਇਆ। ਤੁਹਾਨੂੰ ਦੱਸਿਆ ਸੀ ਵੀ ਜੇ ਤੁਸੀਂ ਕੱਲ ਨੂੰ ਪੁਲਿਸ 'ਚ ਭਰਤੀ ਹੋਵੋਗੇ ਤੇ ਉਹਦੇ 'ਚ ਤੁਹਾਡੇ ਡੀਜੀਪੀ ਨੇ ਤੁਹਾਨੂੰ ਇੱਕ ਹਨਾ ਜੁਆਇਨਿੰਗ ਲੈਟਰ ਦੇਊਗਾ ਤੇ ਉਹਦੇ ਹੇਠਾਂ ਡੀਜੀਪੀ ਦੇ ਸਾਈਨ ਹੋਣਗੇ। ਸੋ ਜੇ ਹੁਣ ਤੁਹਾਨੂੰ ਉੱਥੇ ਫਿਰ ਇਹ ਪੁੱਛਿਆ ਜਾਂਦਾ ਵੀ ਹਾਂ ਤੁਹਾਨੂੰ ਪੁਲਿਸ ਦੇ ਵਿੱਚ ਜੁਆਇਨ ਕਿਹਨੇ ਕਰਵਾਇਆ, ਤੁਹਾਨੂੰ ਅਪਾਇੰਟ ਕਿਹਨੇ ਕੀਤਾ, ਤੁਸੀਂ ਕਹੋਗੇ ਡੀਜੀਪੀ ਨੇ। ਤੁਹਾਡਾ ਲਾਇਸੈਂਸ ਜਿਹੜਾ ਹੁਣ ਆਪਾਂ ਇੱਥੇ ਲਾਇਸੈਂਸ ਬਣਾ ਕੇ ਲਿਆਉਣੇ ਆ ਹਨਾ, ਡਰਾਈਵਿੰਗ ਲਾਇਸੈਂਸ, ਉਹ ਕਿਹਨੇ ਬਣਾਇਆ? ਠੀਕ ਆ, ਉਹ ਜਿਹੜੇ ਬੰਦੇ ਨੇ ਸਾਈਨ ਕੀਤੇ ਉਹ ਬੰਦੇ ਨੇ ਬਣਾਇਆ। ਸੋ ਸਾਈਨ ਉੱਥੇ ਆਰਟੀਓ ਦੇ ਹੁੰਦੇ ਆ ਜਾਂ ਡੀਟੀਓ ਦੇ ਹੁੰਦੇ ਆ ਹਨਾ, ਕਈ ਵਾਰੀ ਐਸਡੀਐਮ ਦੇ ਵੀ ਹੁੰਦੇ ਆ। ਸੋ ਗੱਲ ਸਮਝ ਲੱਗ ਗਈ ਨਾ? ਸੋ ਆਪਾਂ ਕਹਾਂਗੇ ਐਸਡੀਐਮ ਨੇ ਹਨਾ, ਜਾਂ ਆਰਟੀਓ ਨੇ ਜਾਂ ਡੀਟੀਓ ਨੇ। ਸੋ ਆਪਾਂ ਕਹਾਂਗੇ ਉਹਨਾਂ ਨੇ ਬਣਾਇਆ। ਉਹ ਇੰਨੀ ਕੀ ਗੱਲ ਹੀ ਹੁੰਦੀ ਹੈ ਪੁਆਇੰਟ ਕਰਨ ਦੀ ਵੀ ਉਹ ਜੁਆਇਨਿੰਗ ਲੈਟਰ ਤੇ ਕਿਹਦੇ ਸਾਈਨ ਹੈ। ਸੋ ਉਹੀ ਮੈਂ ਤੁਹਾਨੂੰ ਕਹੀ ਜਾਂਦਾ ਵੀ ਜਦੋਂ ਪੀਐਮ ਦਾ ਨੂੰ ਜੁਆਇਨਿੰਗ ਲੈਟਰ ਆਇਆ ਹੋਊਗਾ ਵੀ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਆ, ਉਹਦੇ ਜੁਆਇਨਿੰਗ ਲੈਟਰ ਤੇ ਕਿਹਨੇ ਸਾਈਨ ਕੀਤੇ ਹੋਣੇ, ਵੀ ਕਿਹਨੇ ਬਣਾਇਆ ਉਹਨੂੰ?
ਪ੍ਰੈਜ਼ੀਡੈਂਟ ਨੇ। ਜਿਹੜੇ ਕਾਉਂਸਲ ਆਫ ਜਿੰਨੇ ਵੀ ਮੰਤਰੀ ਆ, ਜਿਵੇਂ ਹੁਣ ਮੰਨ ਕੇ ਚੱਲੋ ਆਪਣਾ ਤੋਮਰ ਆ, ਤੋਮਰ ਕੋਲੇ ਜਿਹੜੀ ਚਿੱਠੀ ਗਈ ਹੋਊਗੀ ਵੀ ਹਾਂ ਵੀ ਤੁਸੀਂ ਖੇਤੀਬਾੜੀ ਮੰਤਰੀ ਅੱਜ ਤੋਂ, ਉਹਦੀ ਚਿੱਠੀ ਤੇ ਕਿਹਦੇ ਸਾਈਨ ਹੋਣਗੇ? ਪ੍ਰੈਜ਼ੀਡੈਂਟ ਦੇ। ਸਮਝ ਲੱਗ ਗਈ ਨਾ? ਕਲੀਅਰ ਹੈ? ਅਪਾਇੰਟ ਕਰਨ ਦਾ ਕੀ ਮਤਲਬ ਹੁੰਦਾ ਤੇ ਅਪਾਇੰਟ ਕੌਣ ਕੌਣ ਕਿਹਨੂੰ ਕਰਦਾ? ਠੀਕ ਹੈ, ਜਦੋਂ ਹੀ ਹੁਣ ਅਪਾਇੰਟਮੈਂਟ ਦੀ ਗੱਲ ਆਵੇ ਬਸ ਉਹ ਜੁਆਇਨਿੰਗ ਲੈਟਰ ਆਪਦੇ ਦਿਮਾਗ 'ਚ ਲਿਆਇਆ ਕਰੋ, ਤੁਹਾਨੂੰ ਗੱਲ ਕਲੀਅਰ ਹੋ ਜਾ ਕਰੂਗੀ। ਤੇ ਬਸ ਇਹ ਵੇਖਣਾ ਵੀ ਆਹ ਬੰਦੇ ਨੇ ਲਾਇਆ ਹੈ। ਸੋ ਪ੍ਰਾਈਮ ਮਿਨਿਸਟਰ ਨੂੰ ਵੀ ਤੇ ਕਾਉਂਸਲ ਆਫ ਮਿਨਿਸਟਰ ਨੂੰ ਵੀ ਅਪਾਇੰਟ ਕੌਣ ਕਰਦਾ? ਪ੍ਰੈਜ਼ੀਡੈਂਟ। ਤੇ ਆਹੀ ਤਾਂ ਲਿਖਿਆ ਯਾਰ, ਅਪਾਇੰਟ ਪੜੋ ਤੁਸੀਂ, ਲਾਈਨ ਆਪੇ ਸਮਝਿਆ ਕਰੋ। ਗੁਰਭੇਜ ਲਾਈਨ ਪੜ੍ਹ ਕੇ ਵੇਖ ਤੇ ਤੈਨੂੰ ਸਮਝ ਆਉਂਦੀ ਹੈ ਲਾਈਨ ਦੀ, ਵੇਖ ਪੜ੍ਹ ਕੀ ਲਿਖਿਆ। ਮਿਨਿਸਟਰਸ, ਹੈਲੋ ਹਾਂ ਬਈ ਹਰਜੀਤ ਤੂੰ ਪੜ੍ਹ। ਮਿਨਿਸਟਰ ਕਹਿੰਦੇ ਮਿਨਿਸਟਰਸ ਆਰ ਅਪਾਇੰਟਡ ਬਾਈ ਦਾ ਪ੍ਰੈਜ਼ੀਡੈਂਟ। ਸਮਝ ਲੱਗ ਗਈ ਨਾ ਇੰਨਾ? ਹਾਂ, ਉਹ ਕਹਿੰਦੇ ਪ੍ਰੈਜ਼ੀਡੈਂਟ ਅਪਾਇੰਟ ਕਰਦਾ ਤੇ ਸਲਾਹ ਪ੍ਰਾਈਮ ਮਿਨਿਸਟਰ ਦੀ ਹੁੰਦੀ ਹੈ। ਠੀਕ ਹੈ, ਹਾਂ ਅੱਗੇ ਪੜੋ। It means only those persons can be appointed who are recommended by prime minister. ਕਹਿੰਦੇ ਉਹੀ ਪਰਸਨ ਹੋਣਗੇ, ਹਾਂ, ਜਿਨ੍ਹਾਂ ਦਾ ਨਾਮ ਪਰਸਨ ਅਪਾਇੰਟ ਹੋਣਗੇ ਜਿਹੜੇ ਪ੍ਰਾਈਮ ਮਿਨਿਸਟਰ ਰეკਮੈਂਡ ਕਰੂਗਾ। ਵੀ ਕਹਿਣ ਦਾ ਮਤਲਬ ਇਹ ਹੈ ਵੀ ਚਿੱਠੀ ਤੇ ਸਾਈਨ ਪ੍ਰੈਜ਼ੀਡੈਂਟ ਨੇ ਕਰਨੇ ਆ, ਤੇ ਉਹ ਚਿੱਠੀ ਕਿਹਨੂੰ ਕਿਹਨੂੰ ਭੇਜਣੀ ਹੈ, ਕਿਹੜੇ ਕਿਹੜੇ ਬੰਦਿਆਂ ਦੇ ਨਾਮ ਹੋਣੇ ਚਾਹੀਦੇ ਆ, ਹਨਾ? ਵੀ ਆਪਾਂ ਜਿਵੇਂ ਆਪਾਂ ਕਾਰਡ ਨਹੀਂ ਭੇਜਦੇ, ਉਹੀ ਚੀਜ਼ ਹੋ ਗਈ ਇੱਕ ਹਿਸਾਬ ਦਾ। ਕੋਈ ਜੁਆਇਨਿੰਗ ਲੈਟਰ ਹੈ ਨਾ, ਵੀ ਉਹ ਇੱਕ, ਜੇ ਹੁਣ ਮੰਨ ਕੇ ਜਦੋਂ ਮੋਦੀ ਨੇ 10 ਬੰਦਿਆਂ ਦੀ ਲਿਸਟ ਦੇ ਦਿੱਤੀ, ਸੋ ਪ੍ਰੈਜ਼ੀਡੈਂਟ ਸਾਹਿਬ ਨੇ 10 ਬੰਦਿਆਂ ਨੂੰ ਮੋਦੀ ਨੇ ਕਿਹਾ ਵੀ ਤੋਮਰ ਨੂੰ ਐਗਰੀਕਲਚਰ ਮਿਨਿਸਟਰ ਲਾ ਦਿਓ ਜੀ, ਗੋਬਿੰਦ ਸਾਹਿਬ ਕੋਲੇ ਬੈਠੇ ਆ। ਗੋਬਿੰਦ ਸਾਹਿਬ ਨੇ ਕਿਹਾ it is hereby declared that you are appointed as union agriculture minister। ਠੀਕ ਹੈ, ਉੱਪਰ ਉਹ ਲਿਖਿਆ ਹੋਊਗਾ ਡੀਅਰ ਤੋਮਰ ਜੀ। ਤਾਂ ਉਹਨਾਂ ਨੇ ਤਾਂ ਹੋਰ ਹਿਸਾਬ ਨਾਲ ਲਿਖਿਆ ਹੋਊਗਾ। ਆਪਾਂ ਤੇ ਆਵਾਜ਼ ਬਹੁਤ ਸਲੋ ਆਉਣ ਲੱਗ ਗਈ। ਮੈਂ ਕਿਹਾ ਉੱਪਰਲੇ ਪਾਸੇ ਉਹਨਾਂ ਨੇ ਲਿਖਿਆ ਹੋਊਗਾ ਵੀ ਡੀਅਰ ਨਰਿੰਦਰ ਸਿੰਘ ਤੋਮਰ ਜੀ, ਹਨਾ? ਤੇ ਹੇਠਾਂ ਬਸ ਉਹਨੇ ਲਿਖਤਾ ਹੋਊ it is hereby declare, ਹਨਾ, that you are appointed as union cabinet minister from today, ਹਨਾ? ਤੇ ਹੇਠਾਂ ਰਾਸ਼ਟਰਪਤੀ ਨੇ ਸਾਈਨ ਕਰ ਦਿੱਤੀ। ਸੋ ਉਹ ਤੋਮਰ ਸਾਹਿਬ ਨੂੰ ਉਹ ਚਿੱਠੀ ਭੇਜਣ ਨੂੰ ਕਿਹਨੇ ਕਿਹਾ? ਪ੍ਰਾਈਮ ਮਿਨਿਸਟਰ। ਸਮਝ ਲੱਗਦੀ ਹੈ ਨਾ ਲਾਈਨ ਦੀ? ਓਏ ਅਵਾਰਡਾਂ ਦਾ ਸਮਝ ਲੱਗਦਾ? ਆਪੇ ਸਮਝ ਲੱਗਦੀ ਹੈ ਕਿ ਨਹੀਂ ਲੱਗਦੀ? ਹਾਂ ਬਈ ਬਲਤੇਜ ਗੁਰਭੇਜ, ਜਿਹੜੇ ਵਰਡ ਦਾ ਨਹੀਂ ਪਤਾ ਲੱਗਿਆ ਜਾਂ ਜਿਹੜੀ ਲਾਈਨ ਔਖੀ ਲੱਗੀ, ਉਹਦਾ ਮੇਰੀ ਜ਼ਿੰਮੇਵਾਰੀ ਹੈ ਉਹਦਾ ਮਤਲਬ ਤੁਹਾਨੂੰ ਸਮਝਾਉਣਾ। ਸੋ ਉੱਥੇ ਰੋਕੋ, ਕਿਉਂਕਿ ਇਹ ਚੀਜ਼ਾਂ ਤੁਸੀਂ ਆਪੇ ਪੜ੍ਹੋ। ਮੈਂ ਇਹ ਚਾਹਣਾ ਵੀ ਆਪੇ ਵੀ ਪੜ੍ਹੋ, ਤੁਹਾਨੂੰ ਸਮਝ ਲੱਗੇ ਸਾਰੀ ਚੀਜ਼ ਦੀ। ਇਹ ਨਹੀਂ ਵੀ ਹਾਂ ਜਿੰਨੀ ਗੱਲ ਮੈਂ ਦੱਸਦੀ ਉਨੀ ਆਉਂਦੀ ਹੈ। ਬੁੱਕ 'ਚ ਕੀ ਲਿਖਿਆ ਉਹ ਸਾਰਾ ਪਤਾ ਹੋਣਾ ਚਾਹੀਦਾ। ਅੱਗੇ ਵੇਖੋ, ਪੜ੍ਹੋ ਅੱਗੇ। The Prime Minister and other ministers have to be members of either house of the parliament or should become members within 6 months of their appointment, failing which they are removed। ਗੱਲ ਸਮਝੋ ਕੀ ਮਤਲਬ ਬਣਿਆ, ਕੀ ਮਤਲਬ ਬਣਿਆ? ਗੁਰਭੇਜ ਤੂੰ ਹੀ ਸਮਝਾ ਗੱਲ ਦਾ। ਪਹਿਲਾਂ ਸ਼ੁਰੂ 'ਚ ਵੇਖ, the prime minister and other ministers have to be members of either house of parliament। ਇਹ ਗੱਲ ਦਾ ਕੀ ਮਤਲਬ ਬਣਿਆ? ਵੀ ਦਾ ਪ੍ਰਾਈਮ ਮਿਨਿਸਟਰ, ਜਿਹੜੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਤੇ ਦੂਜੇ ਮਿਨਿਸਟਰ ਜਿਹੜੇ ਉਹ ਪਾਰਲੀਮੈਂਟ ਦੇ ਕਿਸੇ ਵੀ ਹਾਊਸ ਜਾਂ ਸ਼ੁੱਡ ਵੀ ਜਾਂ ਨਹੀਂ ਉਹ ਗਾਣ ਆ ਨਾ, ਜਾਂ ਪਹਿਲਾਂ ਇੰਨੀ ਗੱਲ ਦਾ ਮਤਲਬ ਦੱਸ। ਪ੍ਰਾਈਮ ਮਿਨਿਸਟਰ ਵੀ ਮੈਂਬਰਸ ਆਫ either house of parliament, ਕਿਸੇ ਵੀ ਹਾਊਸ ਦੇ ਪਾਰਲੀਮੈਂਟ ਦੇ ਕਿਸੇ ਵੀ ਹਾਊਸ ਦੇ ਮੈਂਬਰ ਹੋਣੇ ਚਾਹੀਦੇ ਆ। ਜ਼ਰੂਰੀ ਆ। ਹਾਂ, ਹੈਵ ਟੂ ਵੀ ਦਾ ਮਤਲਬ ਹੁੰਦਾ ਜ਼ਰੂਰੀ ਆ। ਜਿੱਥੇ ਵਰਡ ਹੈਵ ਟੂ ਵੀ ਆ ਗਿਆ ਨਾ, ਭਾਵੇਂ ਕਾਪੀ ਤੇ ਲਿਖ ਲਓ, ਇਹ ਹੈਵ ਟੂ ਵੀ ਦਾ ਮਤਲਬ ਕੀ ਹੈ? ਜ਼ਰੂਰੀ, ਵੀ ਹੋਣਾ ਹੀ ਚਾਹੀਦਾ ਹੈ। ਠੀਕ ਹੈ, ਸੋ ਕੀ ਹੈ ਵੀ ਜੇ ਪ੍ਰਾਈਮ ਮਿਨਿਸਟਰ ਭਾਵੇਂ ਉਹ ਅਦਰ ਮਿਨਿਸਟਰ ਦਾ, ਉਹ ਕਿਸੇ ਵੀ ਹਾਊਸ ਦੇ, ਭਾਵੇਂ ਉਹ ਰਾਜ ਸਭਾ ਦੇ ਮੈਂਬਰ ਹੋਣ ਤੇ ਭਾਵੇਂ ਉਹ ਲੋਕ ਸਭਾ ਦੇ ਮੈਂਬਰ ਹੋਣ, ਪਰ ਹੋਣੇ ਚਾਹੀਦੇ। ਹੁਣ ਫੇਰ ਉਹੀ ਗੱਲ ਆ ਵੀ ਆਪਾਂ ਹੁਣੇ ਤਾਂ ਗੱਲ ਕਰੀ ਜਾਂਦੇ ਸੀਗੇ ਵੀ ਪ੍ਰਾਈਮ ਮਿਨਿਸਟਰ ਕੌਣ ਬਣਦਾ, ਕਾਹਦੇ ਚੋਂ ਬਣਦਾ ਪ੍ਰਾਈਮ ਮਿਨਿਸਟਰ? ਐਮਪੀਆਂ ਚੋਂ ਹੀ ਬਣਦਾ ਨਾ, ਐਮਪੀਆਂ ਚੋਂ ਹੀ ਬਣਦਾ। ਮੇਨਲੀ ਲੋਕ ਸਭਾ ਦੇ ਐਮਪੀਆਂ ਚੋਂ ਹੀ ਬਣਦਾ। ਕਿਤੇ ਕਿਤੇ ਰਾਜ ਸਭਾ ਦੇ ਐਮਪੀ ਨੂੰ ਵੀ ਬਣਾ ਦਿੰਦੇ ਆ, ਪਰ ਵੈਸੇ ਜੇ ਆਪਾਂ ਵੇਖੀਏ ਵੀ ਜਿਹੜਾ ਐਮਪੀਐਮ ਬਣਨਾ ਹੁੰਦਾ ਉਹ ਕਿਹੜੀ ਪਾਰਟੀ ਦਾ ਬਣਦਾ ਹੈ? ਜਿਹੜੀ ਪਾਰਟੀ ਦੀ ਲੋਕ ਸਭਾ ਦੇ ਵਿੱਚ ਮੈਜੋਰਟੀ ਹੁੰਦੀ ਹੈ। ਬਣਨਾ ਉਸ ਪਾਰਟੀ ਦਾ ਹੁੰਦਾ ਜਿਹਦੀ ਲੋਕ ਸਭਾ ਦੇ ਵਿੱਚ ਮੈਜੋਰਟੀ ਹੁੰਦੀ ਹੈ। ਪਰ ਉਹ
ਕਈ ਵਾਰੀ ਇਹ ਹੁੰਦਾ ਵੀ ਬੀਜੇਪੀ ਦੀ ਮੰਨ ਕੇ ਚਲੋ ਮੈਜੋਰਟੀ ਆ ਗਈ ਲੋਕ ਸਭਾ ਦੇ ਵਿੱਚ, ਤੇ ਪਰ ਉਦੋਂ ਜਿਹੜਾ ਮੋਦੀ ਸੀ ਹਨਾ, ਮੋਦੀ ਉਦੋਂ ਰਾਜ ਸਭਾ ਦਾ ਮੈਂਬਰ ਸੀਗਾ, ਪਰ ਬੀਜੇਪੀ ਨੇ ਸੋਚਿਆ ਵੀ ਅਸੀਂ ਪ੍ਰਧਾਨ ਮੰਤਰੀ ਤਾਂ ਮੋਦੀ ਨੂੰ ਹੀ ਲਾਉਣਾ। ਹੱਲ ਬਈ ਮੈਂ ਫਿਰ ਮੇਰੀ ਗੱਲ ਸਮਝੋ ਵੀ ਸਰਕਾਰ ਬਣੂਗੀ ਤਾਂ ਜੇ ਤੁਹਾਡੀ ਲੋਕ ਸਭਾ 'ਚ ਮੈਜੋਰਟੀ ਆਊਗੀ। ਸਰਕਾਰ ਕਦੋਂ ਬਣੂਗੀ? ਮੈਜੋਰਟੀ ਆਊਗੀ ਲੋਕ ਸਭਾ 'ਚ। ਲੋਕ ਸਭਾ 'ਚ ਮੈਜੋਰਟੀ ਆਊਗੀ। ਪਰ ਜਿਹੜਾ ਪੀਐਮ ਲਾਉਣਾ ਤੁਸੀਂ, ਪੀਐਮ ਤੁਸੀਂ ਰਾਜ ਸਭਾ ਵਾਲੇ ਕਿਸੇ ਮੈਂਬਰ ਨੂੰ ਚੱਕ ਕੇ ਵੀ ਲਾ ਸਕਦੇ ਹੋ ਵੀ ਆਪਦੀ ਪਾਰਟੀ ਦੇ ਕਿਸੇ ਮੈਂਬਰ ਨੂੰ ਰਾਜ ਸਭਾ ਦੇ ਨੂੰ ਚੱਕ ਲਓ। ਸਮਝ ਲੱਗ ਗਈ? ਉਹ ਪੀਐਮ ਉਵੇਂ ਵੀ ਬਣ ਸਕਦਾ। ਬਲਤੇਜ ਗੁਰਭੇਜ ਠੀਕ ਹੈ। ਐਂ ਮੰਤਰੀ ਹੈ, ਮੰਤਰੀ ਰਾਜ ਸਭਾ ਚੋਂ ਵੀ ਚੱਕੇ ਜਾ ਸਕਦੇ ਆ, ਲੋਕ ਸਭਾ ਚੋਂ ਵੀ ਚੱਕੇ ਜਾ ਸਕਦੇ ਆ। ਪਰ ਗੌਰਮੈਂਟ ਕਦੋਂ ਬਣੂਗੀ ਇਹ ਤਾਂ ਬਾਅਦ ਦੀ ਗੱਲ ਹੈ ਨਾ, ਵੀ ਮੰਤਰੀ ਚੱਕਣੇ, ਪ੍ਰਧਾਨ ਮੰਤਰੀ ਕਿਹਨੂੰ ਲਾਉਣਾ, ਪਹਿਲਾਂ ਤੁਹਾਡੀ ਸਰਕਾਰ ਤਾਂ ਬਣੇ। ਜਿਹਦਾ ਪਾਰਲੀਮੈਂਟ, ਜਿਹਦਾ ਲੋਕ ਸਭਾ 'ਚ ਬਹੁਤ ਹਾਂ ਪਾਰਲੀਮੈਂਟ 'ਚ ਨਹੀਂ, ਲੋਕ ਸਭਾ 'ਚ। ਇੱਥੇ ਵਰਡ ਮੈਂ ਤੁਹਾਨੂੰ ਵਾਰੀ ਵਾਰੀ ਕਿਉਂ ਕਹੀ ਹੈ ਨਾ, ਲੋਕ ਸਭਾ ਨਾ ਹੀ ਪਾਰਲੀਮੈਂਟ ਵਰਡ ਆ ਗਿਆ ਫਿਰ ਵੀ ਗਲਤ ਹੈ, ਜੇ ਰਾਜ ਸਭਾ ਵਰਡ ਆ ਗਿਆ ਫਿਰ ਵੀ ਗਲਤ ਹੈ। ਸੋ ਮੈਜੋਰਟੀ ਤੁਹਾਡੀ ਲੋਕ ਸਭਾ 'ਚ ਹੋਊਗੀ ਹਾਂ, ਪਰ ਪੀਐਮ ਜਾਂ ਜਿਹੜੇ ਕਾਉਂਸਲ ਆਫ ਮਿਨਿਸਟਰ ਆ ਉਹ ਦੋਵਾਂ ਥਾਵਾਂ ਤੋਂ ਪਿਕ ਕੀਤੇ ਜਾ ਸਕਦੇ ਆ। ਉਦਾਹਰਨ ਦੇਵਾਂ ਤੁਹਾਨੂੰ ਮੈਂ, ਜਿਹੜਾ ਮਨਮੋਹਨ ਸਿੰਘ ਸੀਗਾ, ਮਨਮੋਹਨ ਸਿੰਘ ਨੇ ਕੋਈ ਚੋਣਾਂ ਨਹੀਂ ਲੜੀਆਂ, ਮਨਮੋਹਨ ਸਿੰਘ ਰਾਜ ਸਭਾ ਦਾ ਮੈਂਬਰ ਸੀਗਾ ਜਦੋਂ ਪ੍ਰਾਈਮ ਮਿਨਿਸਟਰ ਬਣਿਆ। ਠੀਕ ਹੈ। ਸੋ ਪ੍ਰਾਈਮ ਮਿਨਿਸਟਰ ਬਣਨ ਵਾਸਤੇ ਤਾਂ ਰਿਕੁਆਇਰਮੈਂਟ ਤਾਂ ਕਿਸੇ ਵੀ ਹਾਊਸ ਦਾ ਮੈਂਬਰ ਹੋਣ ਦੀ ਹੈ ਨਾ, ਮੈਂਬਰ ਆਫ ਪਾਰਲੀਮੈਂਟ ਹੋਣਾ ਚਾਹੀਦਾ ਉਹ, ਤੇ ਉਹ ਰਾਜ ਸਭਾ ਦਾ ਤਾਂ ਮੈਂਬਰ ਸੀਗਾ ਹੀ। ਤੇ ਕਾਂਗਰਸ ਕੋਲੇ ਕੀ ਆ ਗਈ ਸੀ, ਮੈਜੋਰਟੀ ਆ ਗਈ ਸੀਗੀ ਕਾਹਦੇ 'ਚ, ਲੋਕ ਸਭਾ 'ਚ ਹਨਾ। ਕਾਂਗਰਸ ਸਰਕਾਰ ਦੀ ਉਦੋਂ ਮੈਜੋਰਟੀ ਸੀ ਲੋਕ ਸਭਾ 'ਚ। ਹੈਲੋ ਹਨਾ। ਸੋ ਉਹਨਾਂ ਨੇ ਕੀ ਕਿਹਾ ਵੀ ਹਾਂ, ਉਹਨਾਂ ਨੇ ਕਿਹਾ ਵੀ ਅਸੀਂ ਮਨਮੋਹਨ ਸਿੰਘ ਨੂੰ ਲਾਉਣਾ ਚਾਹੁੰਦੇ ਹਾਂ, ਮਨਮੋਹਨ ਸਿੰਘ ਨੂੰ ਲਾਤਾ। ਹਾਂ ਜੇ ਕਾਂਗਰਸ ਸਰਕਾਰ ਦੇ ਮਨ 'ਚ ਤਰਸ ਆ ਜਾਂਦਾ ਤੇ ਉਹ ਕਹਿੰਦੇ ਵੀ ਆਪਣੇ ਹਰਿੰਦਰ ਨੂੰ ਪ੍ਰਧਾਨ ਮੰਤਰੀ ਲਾਉਣਾ, ਉਹਨੂੰ ਵੀ ਲਾ ਸਕਦੇ ਸੀ। ਜਾਂ ਹੁਣ ਅੱਜ ਇਸ ਕਾਂਗਰਸ ਸਰਕਾਰ ਬਣ ਜੇ ਤੇ ਉਹਦੇ ਮਨ 'ਚ ਤਰਸ ਆ ਜੇ ਵੀ ਹਰਜੀਤ ਨੂੰ ਪ੍ਰਧਾਨ ਮੰਤਰੀ ਲਾਉਣਾ, ਲਾ ਸਕਦੇ ਆ ਉਹ। ਤੇ ਤੁਸੀਂ ਕਹਿ ਦੋਗੇ ਵੀ ਹਰਜੀਤ ਤਾਂ ਜੀ ਮੈਂਬਰ ਹੀ ਹੈ ਨੀਗਾ ਪਾਰਲੀਮੈਂਟ ਦਾ, ਤੇ ਇਹ ਕਹਿ ਦੂਗਾ ਮੈਂ 6 ਮਹੀਨਿਆਂ ਦੇ ਵਿੱਚ ਬਣ ਜਾਊਗਾ ਜੀ, ਫਿਰ ਕੀ ਹੈ। ਗੱਲ ਸਮਝ ਲੱਗ ਗਈ? ਨਹੀਂ ਇਹ ਮੈਨੂੰ ਅੱਗੇ ਵੀ ਗੱਲ ਕਲੀਅਰ ਹੋਈ ਸੀ। ਹਾਂ ਜਿਹੜੀ ਜਿਵੇਂ ਤੇ ਮਮਤਾ ਬੈਨਰਜੀ ਦੀ ਗੱਲ ਕੀਤੀ 6 ਮਹੀਨੇ ਬਾਅਦ ਉਹ ਬਣ ਜੇ ਤਾਂ ਵੀ ਉਹਨਾਂ ਤੋਂ ਬਣ ਸਕਦੀ ਉਹ ਪੀਐਮ ਸੀਐਮ। ਤੇ 6 ਮਹੀਨੇ ਦੇ ਸੀਟਾਂ ਜਦੋਂ ਫਿਲ ਹੋਣਗੀਆਂ ਸਾਰੇ ਬਣੇ ਹੀ ਹੋਣਗੇ ਇੱਕ ਦੂਜੇ ਥਾਂ ਤੋਂ ਦੁਬਾਰਾ। ਉਹ ਤੁਹਾਨੂੰ ਮੈਂ ਪ੍ਰੈਕਟੀਕਲ ਸਥਿਤੀ ਦੱਸਦਾ ਕੀ ਹੋਊਗਾ। ਪਹਿਲਾਂ ਤੁਹਾਨੂੰ ਇਹ ਦੱਸੋ ਵੀ ਆ ਪਹਿਲੀ ਲਾਈਨ ਦਾ ਪਤਾ ਲੱਗ ਗਿਆ, ਦਾ ਪ੍ਰਾਈਮ ਮਿਨਿਸਟਰ ਐਂਡ ਅਦਰ ਮਿਨਿਸਟਰਸ ਹੈਵ ਟੂ ਬੀ ਮੈਂਬਰਸ ਆਫ ਐਦਰ ਹਾਊਸ ਆਫ ਪਾਰਲੀਮੈਂਟ। ਕਿਸੇ ਵੀ ਇੱਕ ਹਾਊਸ ਦੇ ਮੈਂਬਰ ਘੱਟੋ ਘੱਟ ਉਹ ਹੋਣੇ ਚਾਹੀਦੇ ਆ। ਇੰਨਾ ਸਮਝ ਲੱਗੀ ਕਿ ਨਹੀਂ ਲੱਗੀ? ਲੱਗੀ ਬਈ। ਅਗਲੀ ਲਾਈਨ 'ਚ ਕੀ ਲਿਖਿਆ? ਔਰ ਸ਼ੁੱਡ ਬਿਕਮ ਮੈਂਬਰਸ ਵਿਦ ਇਨ 6 ਮੰਥ ਆਫ ਦਾ ਅਪਾਇੰਟਮੈਂਟ। ਠੀਕ ਹੈ, ਜਾਂ 6 ਮਹੀਨਿਆਂ ਦੇ ਵਿੱਚ ਬਣ ਜਾਣੇ ਚਾਹੀਦੇ। ਜਿਹੜੀ ਮੈਂ ਹਰਜੀਤ ਵਾਲੀ ਐਗਜ਼ਾਮਪਲ ਦਿੱਤੀ ਵੀ ਆਂਦਾ ਮੈਂ 6 ਮਹੀਨਿਆਂ ਦੇ ਵਿੱਚ ਬਣ ਜੂ, ਇੱਕ ਵਾਰੀ ਉਹਨਾਂ ਨੇ ਇਹਨੂੰ ਲਾਤਾ। ਪਰ ਜੇ 6 ਮਹੀਨਿਆਂ ਦੇ ਵਿੱਚ ਨਹੀਂ ਬਣਿਆ ਜਾਂਦਾ, ਇੱਥੋਂ 6 ਮਹੀਨਿਆਂ ਦੇ ਉੱਤੇ ਹੁੰਦਾ, ਤੇ 6 ਮਹੀਨੇ ਜਿੱਦਣ ਪੂਰੇ ਹੋ ਗਏ ਤੇ ਅਗਲੇ ਦਿਨ ਹੀ ਪ੍ਰੈਜ਼ੀਡੈਂਟ ਸਾਹਿਬ ਨੇ ਕਹਿ ਦੇਣਾ ਡਿਸਮਿਸ, ਯੂ ਆਰ ਡਿਸਮਿਸ, ਚਲੋ ਜੀ। ਠੀਕ ਹੈ, ਹੋਰ ਬੰਦਾ ਲਾਓ। ਪਹਿਲਾਂ ਇੰਨੀ ਗੱਲ ਦਾ ਪਤਾ ਲੱਗਿਆ, ਮੈਂ ਉਹ ਉੱਤਰ ਉਦਾਹਰਨ ਤੇ ਜਾਣਾ। ਬਲਤੇਜ ਹਾਂ ਬਈ ਹਾਂ, ਬਲਤੇਜ ਹਾਂ ਵੀ ਲੱਗ ਗਿਆ ਪਤਾ। ਜਮਾ ਕਲੀਅਰ ਹੈ ਨਾ? ਹਾਂ ਬਈ। ਹਾਂ ਹੁਣ ਜਿਹੜੀ ਗੱਲ ਹਰਜੀਤ ਕਰੀ ਜਾਂਦਾ ਵੀ ਇਹ ਆਂਦਾ ਵੀ ਹਾਂ ਵੀ ਉਹ ਵੋਟਾਂ 'ਚ ਤਾਂ ਸਾਰੇ ਬੰਦੇ ਉਦੋਂ ਬਣੇ ਹੋਏ ਹੋਣਗੇ, ਉਹ ਪਤਾ ਕੀ ਕਰਦੇ ਆ, ਜਿਵੇਂ ਹੁਣ ਮੰਨ ਕੇ ਆਵਾਜ਼ ਘਟ ਗਈ ਹੁਣ ਸਲੋ ਹੋ ਜਾਂਦੀ। ਜਿਵੇਂ ਹੁਣ ਮੰਨ ਕੇ ਚੱਲੋ, ਜੇ ਹੁਣ ਤੁਹਾਡੀ ਸਰਕਾਰ ਤਾਂ ਹੀ ਬਣੀ ਹੈ ਵੀ ਜੇ ਤੁਹਾਡੇ ਕੋਲੇ ਬਹੁਮਤ ਹੈਗਾ। ਹਾਂ ਮਤਲਬ ਇਹ ਆ ਵੀ ਤੁਹਾਡੇ ਕੋਲੇ ਸੀਟਾਂ ਤਾਂ ਪੂਰੀਆਂ ਹੈਗੀਆਂ। ਹਾਂ ਪਰ ਅਸਲ 'ਚ ਕੀ ਹੈ ਵੀ ਉਹ ਸਰਕਾਰ ਨੂੰ ਹਨਾ ਆਪਦੇ ਜਿਹੜੇ ਐਮਐਲਏ ਬਣੇ ਜਾਂ ਆਪਦੇ ਜਿਹੜੇ ਐਮਪੀ ਬਣੇ ਉਹਨਾਂ 'ਚੋਂ ਨਹੀਂ ਬੰਦਾ ਪਸੰਦ ਆਇਆ ਪੀਐਮ ਬਣਾਉਣ ਵਾਸਤੇ। ਇਹੀ ਗੱਲ ਹੋਈ ਆ। ਜੇ ਆਪਾਂ ਵੈਸੇ ਵੇਖ ਕੇ ਵੀ ਹਾਂ ਵੀ 273 ਸੀਟਾਂ ਤਾਂ ਤੁਹਾਡੇ ਕੋਲੇ ਹੈਗੀਆਂ, 545 ਚ 273 ਹੀ ਚਾਹੀਦੀਆਂ ਸਰਕਾਰ ਬਣਾਉਣ ਨੂੰ। ਵੀ 273 ਸੀਟਾਂ ਤੁਹਾਡੇ ਕੋਲੇ ਹੈਗੀਆਂ, ਹੁਣ 273 ਐਮਪੀ ਇਹਦਾ ਮਤਲਬ ਤੁਹਾਡੇ ਕੋਲੇ ਹਨਾ, ਤੇ 273 ਚ ਤੁਹਾਨੂੰ ਕੋਈ ਬੰਦਾ ਪਸੰਦ ਹੀ ਨਹੀਂ ਆਇਆ। 280 ਰੱਖ ਲਓ, 280 ਸੀਟਾਂ ਹਨਾ, 280 ਚ ਤੁਹਾਨੂੰ ਕੋਈ ਬੰਦਾ ਨਹੀਂ ਪਸੰਦ ਆਇਆ, ਤੁਸੀਂ ਫਿਰ ਵੀ ਕਹੀ ਜਾਂਦੇ ਵੀ ਅਸੀਂ ਤਾਂ ਹਰਜੀਤ ਨੂੰ ਲਾਉਣਾ ਹਨਾ, ਇਹੀ ਮਤਲਬ ਹੈ ਇਹਦਾ। ਜਾਂ ਤੁਸੀਂ ਕਹੀ ਜਾਂਦੇ ਵੀ ਅਸੀਂ ਤਾਂ ਰਾਜ ਸਭਾ ਦੇ ਕਿਸੇ ਮੈਂਬਰ ਨੂੰ ਲਾਉਣਾ, ਵੀ ਲੋਕ ਸਭਾ 'ਚ ਤੁਹਾਡੇ ਕੋਲੇ 280 ਐਮਪੀ ਆ, ਉਹਨਾਂ 'ਚ ਕੋਈ ਪਸੰਦ ਨਹੀਂ, ਤੁਸੀਂ ਕਹਿੰਦੇ ਅਸੀਂ ਰਾਜ ਸਭਾ ਦੇ ਕਿਸੇ ਬੰਦੇ ਨੂੰ ਲਾਉਣਾ। ਪਹਿਲੀ ਗੱਲ ਤਾਂ ਇਹ ਹੈ। ਹੁਣ ਉਹ ਕੀ ਕਰਨਗੇ ਜੇ ਚਲੋ ਫਿਰ ਵੀ ਤੁਸੀਂ ਲਾਉਣਾ ਹਨਾ, ਤੁਸੀਂ ਕਿਹਾ ਵੀ ਅਸੀਂ ਜੀ ਹਰਜੀਤ ਨੂੰ ਵੀ ਬਣਾਉਣਾ, ਬਣਾ ਲਓ ਭਾਈ ਹਨਾ।
ਤੁਹਾਨੂੰ ਕਹਿਤਾ ਮੈਂ ਕਿਹਾ ਵੀ ਬਣਾ ਲਓ, ਮੰਨ ਕੇ ਚਲੋ ਮੈਂ ਪ੍ਰੈਜ਼ੀਡੈਂਟ, ਮੈਂ ਬਣਾ ਲਓ, ਕਰ ਦਿੰਦਾ ਸਾਈਨ ਮੈਂ। ਬਈ ਹੁਣ ਬਣਾਉਣ ਦਾ ਕੀ ਮਤਲਬ ਆ ਵੀ ਮੇਰੇ ਕੋਲੇ ਕਾਹਤੋਂ ਲੈ ਕੇ ਆਈ ਆ ਵੀ ਪਾਰਟੀ ਆਈ ਆ ਕਾਂਗਰਸ ਪਾਰਟੀ ਵੀ ਹਾਂ ਅਸੀਂ ਹਰਜੀਤ ਨੂੰ ਪ੍ਰੈਜ਼ੀਡੈਂਟ ਉਹ ਪ੍ਰਾਈਮ ਮਿਨਿਸਟਰ ਬਣਾਉਣਾ, ਤਾਂ ਕਰਕੇ ਕਿਉਂਕਿ ਅਥਾਰਟੀ ਮੇਰੇ ਕੋਲੇ ਆ ਨਾ ਇਹਨੂੰ ਅਪਾਇੰਟ ਕਰਨ ਦੀ, ਮੈਂ ਕਰਾਂ ਕਿ ਨਾ ਕਰਾਂ। ਮੈਂ ਕਹਿੰਦਾ ਮੈਂ ਕਰ ਦਿੰਦਾ ਯਾਰ, ਲਿਆਓ ਮੈਂ ਭੇਜ ਦਿੰਦਾ ਉਹਨੂੰ ਲੈਟਰ ਸਾਈਨ ਕਰਕੇ ਆਪਦੇ। ਹਾਂ ਪਰ ਇੱਕ ਗੱਲ ਹੈ, ਉਹਨੂੰ 6 ਮਹੀਨਿਆਂ ਦੇ ਵਿੱਚ ਮੈਂਬਰ ਬਣਨਾ ਪਊਗਾ। ਹੁਣ ਤੁਹਾਡੇ ਦਿਮਾਗ 'ਚ ਕੁਐਸਚਨ ਆਇਆ, ਹਰਜੀਤ ਦੇ ਵੀ ਦਿਮਾਗ 'ਚ ਆਈ ਜਾਂਦਾ ਵੀ ਯਾਰ ਇਹਨੇ ਕਰ ਤਾਂ ਦਿੱਤੇ ਸਾਈਨ ਤੇ ਮੈਂ ਪਰ ਮੈਂਬਰ ਬਣੂ ਕਿਵੇਂ? ਉਹ ਮੈਂਬਰ ਐਂ ਬਣੂਗਾ ਬਾਈ, ਜਿਹੜੇ 280 MP ਹੈ ਨਾ ਤੁਹਾਡੇ ਲੋਕ ਸਭਾ ਦੇ, ਉਹ ਦੋਵੇਂ ਤਰੀਕਿਆਂ ਨਾਲ ਹੀ ਬਣ ਸਕਦਾ, ਕਿਉਂਕਿ ਮੈਂਬਰ ਤਾਂ ਤੈਨੂੰ ਕਿਸੇ ਵੀ ਹਾਊਸ ਦਾ ਬਣ ਸਕਦਾ ਤੂੰ, ਹਾਂ ਜਾਂ ਤਾਂ ਤੈਨੂੰ ਰਾਜ ਸਭਾ ਦੇ ਵਿੱਚ ਸੀਟ ਦਵਾ ਦੇਣਗੇ ਕਿਸੇ ਵੀ ਤਰੀਕੇ, ਠੀਕ ਆ? ਕੀ ਕਰ ਦੇਣਗੇ? ਰਾਜ ਸਭਾ ਦੇ ਵਿੱਚ ਸੀਟ, ਰਾਜ ਸਭਾ ਦੀ ਸੀਟ ਦਵਾਉਣੀ ਸੌਖੀ ਹੁੰਦੀ ਹੈ, ਠੀਕ ਆ? ਫਿਰ ਵੀ ਤੂੰ MP ਹੋ ਗਿਆ। ਤੇ ਜੇ ਰਾਜ ਸਭਾ 'ਚ ਨਹੀਂ, ਲੋਕ ਸਭਾ 'ਚ ਕਿਵੇਂ ਦਵਾਉਣਗੇ? 280 'ਚ ਇੱਕ MP ਦਾ ਦਵਾ ਦੇਣਗੇ ਰਿਜ਼ਾਈਨ, ਉਹ ਸੀਟ ਹੋ ਗਈ ਖਾਲੀ। ਹਾਂ ਤੇ ਹੁਣ ਉੱਥੇ ਉਹ MP ਪਹਿਲਾਂ ਵੀ ਜਿੱਤਿਆ ਸੀਗਾ, ਹਾਂ ਤੇ ਉੱਥੇ ਵੀ ਪਤਾ ਵੀ ਉਹ ਦੁਬਾਰਾ ਜਿੱਤ ਜੂਗਾ, ਜਿਹੜਾ ਵੀ ਬੰਦਾ ਉਹ ਖੜਾ ਕਰੂਗੀ ਪਾਰਟੀ, ਤੇ ਬਸ ਉੱਥੇ ਤੈਨੂੰ ਖੜਾ ਕਰ ਦੇਣਗੇ, ਤੂੰ ਜਿੱਤ ਜਾਏਗਾ ਤੇ ਚਲੋ। ਤੇ ਐਂ ਫਿਰ ਉਹ ਖੜਾ ਹੀ ਉੱਥੇ ਕਰ ਦਿਆ, ਤੂੰ ਕਹੇਂਗਾ ਵੀ ਹਾਂ ਸਹਿਮਤੀ ਤੂੰ ਕਿਹਦੀ ਸਹਿਮਤੀ ਨਾਲ? ਜਿਹੜੇ ਉਹ ਤਾਂ ਨਹੀਂ ਜਾਣੀ ਕਿ ਉਹ MP ਫਿਰ ਇਸ ਤਰ੍ਹਾਂ ਨਾਲ ਵੀ ਐਂ ਸਹਿਮਤੀ ਤਾਂ ਹੋਊਗੀ, ਉਹਦੇ ਵਿੱਚ ਜਿੱਤਿਆ ਹੋਊਗਾ, ਨਹੀਂ ਤਾਂ ਐਂ ਕਰਕੇ ਜਿਹੜਾ ਉਹ ਵੀ ਜਿੱਤਿਆ ਉਹ ਤੈਨੂੰ ਦੱਸ ਦੇਣਾ ਵੀ ਉਹਨੂੰ ਕੋਈ ਤਕੜਾ ਲਾਲਚ ਦਿੱਤਾ ਜਾਂਦਾ ਨਾ। ਹਾਂ ਠੀਕ ਹੈ ਨਾ, ਵੀ ਉਹਨੂੰ ਕਹਿ ਦਿੰਦੇ ਵੀ ਹਾਂ ਤੈਨੂੰ ਇੱਧਰ ਫਲਾਨਾ ਹੋਰ ਉਹਦਾ ਦੇ ਦਾਂਗੇ, ਉਹ ਉਹੀ ਥੋੜਾ ਲਾਉਂਦੇ ਆ, ਉਹਦੇ ਸਗੋਂ ਦੀ ਪਾਰਾਂ ਹੋ ਜਾਂਦੀ, ਹੋਰ ਚਾਂਦੀ ਹੋ ਜਾਂਦੀ ਉਹ ਬੰਦੇ ਦੀ। ਹਾਂ ਠੀਕ ਹੈ, ਹੁਣ ਕੋਈ ਤਗੜਾ ਮਿਨਿਸਟਰ ਕੋਈ ਉਹ ਜਾ ਹਾਂ ਉਹਦਾ ਦੇ ਹਾਂ, ਉਹ ਜ਼ਿਆਦਾ ਉਹਨੂੰ ਹੋਰ ਦੇ ਦਿੰਦੇ ਆ ਗਵਰਨਮੈਂਟ ਦੇ ਵਿੱਚ। ਹੁਣ ਤੁਸੀਂ ਰਾਜ ਇਹ ਵੇਖੋ, ਇੱਕ ਮਿੰਟ ਤੁਸੀਂ ਸੋਚ ਕੇ ਵੇਖੋ, ਜਦੋਂ ਪਿਛਲੀ ਸਰਕਾਰ ਸੀ BJP ਦੀ, ਉਦੋਂ ਅਮਿਤ ਸ਼ਾਹ ਕੀ ਸੀਗਾ? ਸੀਗਾ ਕੋਈ ਮੰਤਰੀ ਅਮਿਤ ਸ਼ਾਹ? ਹੁਣ ਤਾਂ ਗ੍ਰਹਿ ਮੰਤਰੀ ਹੈ ਨਾ, ਹੁਣ ਤਾਂ ਹੋਮ ਮਿਨਿਸਟਰ ਆ। ਉਦੋਂ ਤਾਂ ਹੋਮ ਮਿਨਿਸਟਰ ਰਾਜਨਾਥ ਸਿੰਘ ਸੀ, ਉਦੋਂ ਅਮਿਤ ਸ਼ਾਹ ਕੋਈ ਮੰਤਰੀ ਨਹੀਂ ਸੀ ਭਾਈ ਜੀ, ਠੀਕ ਆ? ਪਰ ਉਦੋਂ ਵੀ ਉਹਦੀ ਓਨੀ ਚੱਲਦੀ ਸੀ, ਕਿਉਂ ਚੱਲਦੀ ਸੀ? ਕਿਉਂਕਿ ਉਹ BJP ਦਾ ਪ੍ਰਧਾਨ ਸੀ। ਵੀ ਜ਼ਰੂਰੀ ਥੋੜਾ ਤੁਸੀਂ MP MLA ਬਣੋਗੇ ਫੇਰ ਹੀ ਆ, ਜੇ ਤੁਸੀਂ ਪਾਰਟੀ ਦੇ ਵਿੱਚ ਵੀ ਚੰਗੇ ਉਹਦੇ ਤੇ ਜਾਵੜੇ, ਤੁਹਾਡੀ ਇੱਜ਼ਤ ਤਾਂ ਉਨੀ ਹੈ, ਠੀਕ ਆ? ਸਮਝ ਲੱਗੀ? ਵੀ ਉਹ ਪਾਰਟੀ ਨੇ ਕਿਹਾ ਨਾ ਵੀ ਤੂੰ ਰਿਜ਼ਾਈਨ ਕਰ, ਉਹਨੇ ਪਾਰਟੀ ਦੀ ਗੱਲ ਮੰਨ ਕੇ ਰਿਜ਼ਾਈਨ ਕੀਤਾ, ਤੇ ਫਿਰ ਪਾਰਟੀ ਹੀ ਉਹਨੂੰ ਚੰਗੇ ਉਹਦੇ ਤੇ ਲਾਊਗੀ ਨਾ, ਉਹ ਪਾਰਟੀ ਤੇ ਰਹਿ ਜਾਂਦਾ ਬਾਅਦ ਚ। ਹੁਣ ਸਾਰਾ ਕਲੀਅਰ ਹੋ ਗਿਆ ਕਿਵੇਂ ਕਿਵੇਂ ਚੱਲਦਾ ਕੰਮ ਇਹ? ਪਰ ਜੇ ਭਗਵੰਤ ਮਾਨ ਚਾਹੇ ਉਹ ਵੀ ਬਣ ਸਕਦਾ ਪ੍ਰਧਾਨ ਮੰਤਰੀ, ਜੇ ਉਹ ਕਹਿਣ ਭਗਵੰਤ ਮਾਨ ਨੂੰ ਬਣਾ ਸਕਦੇ ਕਿ ਨਹੀਂ ਆਮ ਆਦਮੀ ਦਾ? ਗੱਲ ਹੁਣ BJP ਵਾਲੇ ਕਿਉਂ ਬਣਾਉਣਗੇ ਭਗਵੰਤ ਮਾਨ ਨੂੰ? ਦਿਮਾਗ ਖਰਾਬ ਆ? ਨਹੀਂ ਵੈਸੇ ਨਹੀਂ, ਜੇ ਉਹਨਾਂ ਨੇ ਵੈਸੇ ਬਣ ਜਾਵੇ ਗੱਲ ਇਹ ਹੈ, ਪ੍ਰਧਾਨ ਮੰਤਰੀ ਬਣ ਸਕਦਾ ਭਗਵੰਤ ਮਾਨ ਜੇ 273 MP ਕਹਿ ਦੇਣ ਵੀ ਹਾਂ ਵੀ ਅਸੀਂ ਤੇਰੇ ਨਾਲ ਆ। ਠੀਕ ਹੈ, ਠੀਕ ਆ, ਉਦੋਂ ਨਹੀਂ ਭਗਵੰਤ ਮਾਨ ਕਹਿ ਸਕਦਾ ਵੀ ਵੇਖੋ ਜੀ 273 MP ਤਾਂ ਮੇਰੇ ਨਾਲ ਆ, ਰਾਸ਼ਟਰਪਤੀ ਕੋਲ ਜਾ ਕੇ ਕਹਿ ਸਕਦਾ ਵੀ 273 MP ਤਾਂ ਮੇਰੇ ਨਾਲ ਆ, ਬਹੁਮਤ ਤਾਂ ਮੇਰੇ ਕੋਲੇ ਆ, ਹੈ? ਤੇ ਇਹ ਮੋਦੀ ਦੀ ਸਰਕਾਰ ਕਿਵੇਂ ਚੱਲੀ ਜਾਂਦੀ ਹੈ? ਠੀਕ ਹੈ, ਉਹਨੇ ਕਹਿ ਦੇਣਾ, ਮੋਦੀ ਨੇ ਕਹਿ ਦੇਣਾ ਵੀ ਹਾਂ, ਉਹਨੇ ਕੋਵਿੰਦ ਨੇ ਕਹਿ ਦੇਣਾ ਵੀ ਚਲੋ ਆਪਾਂ ਫਿਰ ਵੋਟ ਕਰਾਉਣੇ ਆ ਦੁਬਾਰਾ ਹਾਊਸ ਦੇ ਵਿੱਚ, ਕੀ ਕਰਾਉਣੇ ਆ? ਦੁਬਾਰਾ VOTING ਕਰਵਾਉਣੇ ਆ, ਠੀਕ ਹੈ? ਉਹ ਦੁਬਾਰਾ VOTING ਹੋਊਗੀ, ਜੋ VOTING 273 ਨੇ ਭਗਵੰਤ ਮਾਨ ਨੂੰ ਕਰਤੀ ਤਾਂ ਮੋਦੀ ਸਾਹਿਬ ਆਪੇ ਡਿਸਮਿਸ। ਪਹਿਲਾਂ ਉਹ ਮੋਦੀ ਨੂੰ ਕਰਨਗੇ, ਮੋਦੀ ਨੂੰ ਉਹ ਘਟ ਜਾਣਗੇ ਵੋਟਾਂ 273 ਤੋਂ, ਉਹਨੂੰ ਲਾ ਦੇਣਗੇ, ਫਿਰ ਦੁਬਾਰਾ VOTING ਹੋ ਜੂਗੀ, ਠੀਕ ਹੈ? ਵੀ ਭਗਵੰਤ ਮਾਨ ਨਾਲ ਹੈਗੇ 273 ਜਾਣੇ, ਜੇ ਉਹਦੇ ਨਾਲ ਹੋਈ ਤਾਂ ਉਹਦੀ ਸਰਕਾਰ ਬਣ ਜੂਗੀ। ਸੱਚੀ ਪਰ ਇਹ ਕਾਹਦੇ ਚ ਹੋਣੀਆਂ ਚਾਹੀਦੀਆਂ ਵੋਟਾਂ? ਬਹੁਮਤ ਕਾਹਦੇ ਚ ਹੋਣਾ ਚਾਹੀਦਾ? ਰਾਜ ਸਭਾ ਚ, ਲੋਕ ਸਭਾ ਚ? ਲੋਕ ਸਭਾ ਚ। ਤੇ ਜਿਹੜਾ ਪ੍ਰਾਈਮ ਮਿਨਿਸਟਰ ਬਣਨਾ ਹੁੰਦਾ ਉਹ ਕਿੱਥੋਂ ਦਾ ਮੈਂਬਰ ਹੋਣਾ ਚਾਹੀਦਾ? ਲੋਕ ਸਭਾ ਦਾ ਕਿ ਰਾਜ ਸਭਾ ਦਾ? ਕਿਸੇ ਦਾ ਵੀ ਹੋ ਸਕਦਾ, ਪਾਰਲੀਮੈਂਟ ਦਾ ਮੈਂਬਰ ਹੋਣਾ ਚਾਹੀਦਾ, ਭਾਵੇਂ ਲੋਕ ਸਭਾ ਦਾ ਭਾਵੇਂ ਰਾਜ ਸਭਾ ਦਾ। ਬਲਤੇਜ, ਉਹ ਬਲਤੇਜ ਕਲੀਅਰ ਹੈ? ਪਾਰਲੀਮੈਂਟ ਦਾ ਮੈਂਬਰ ਹੀ ਹੋਣਾ ਚਾਹੀਦਾ, ਹਾਂ ਬਈ, ਕਿਸੇ ਵੀ ਹਾਊਸ ਦਾ ਹੋ ਜੇ, ਹਨਾ? ਤੇ ਕੀ ਉਹ ਪਾਰਲੀਮੈਂਟ ਦਾ ਮੈਂਬਰ ਹੋਣਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਬਣਨ ਵਾਸਤੇ, ਕਿ ਬਣ ਵੀ ਸਕਦਾ ਇੱਕ ਵਾਰੀ ਪਹਿਲਾਂ ਵੀ? ਬਣ ਸਕਦਾ, ਨਹੀਂ ਬਈ ਜ਼ਰੂਰੀ ਹੈ।
ਨਹੀਂ ਨਹੀਂ ਨਹੀਂ, ਇੱਕ ਵਾਰੀ ਬਣ ਸਕਦਾ, ਪਰ ਫਿਰ ਉਹਨੂੰ 6 ਮਹੀਨਿਆਂ ਦੇ ਵਿੱਚ ਬਣਨਾ ਜ਼ਰੂਰੀ ਹੋਊਗਾ ਵੀ ਜਾਂ ਤਾਂ ਉਹ ਮੈਂਬਰ ਹੋਵੇ ਐਟ ਪ੍ਰੈਜ਼ੈਂਟ, ਜੇ ਐਟ ਪ੍ਰੈਜ਼ੈਂਟ ਨਹੀਂ ਤੇ ਇੱਕ ਵਾਰੀ ਜੁਆਇਨ ਕਰਵਾ ਦੇਣਗੇ, ਪਰ 6 ਮਹੀਨਿਆਂ ਦੇ ਵਿੱਚ ਉਹਨੂੰ ਬਣਨਾ ਪਊਗਾ। ਜਿਵੇਂ ਮੈਂ ਤੁਹਾਨੂੰ ਉਦਾਹਰਨ ਮਮਤਾ ਬੈਨਰਜੀ ਤੁਹਾਨੂੰ ਦਿੱਤੀ ਹੈ ਵੀ ਉਹ ਆਪਦੀਆਂ ਵੋਟਾਂ ਇੱਕ ਵਾਰੀ ਹਾਰ ਗਈ ਆ ਉਹ, ਠੀਕ ਹੈ। ਸੋ ਹੁਣ ਉਹਦੇ ਕੋਲੇ ਦੋ ਆਪਸ਼ਨ ਆ ਵੀ 6 ਮਹੀਨਿਆਂ ਦੇ ਵਿੱਚ ਉਹਨੂੰ ਕਿਸੇ ਨਾ ਕਿਸੇ ਹਾਊਸ ਦਾ ਮੈਂਬਰ ਤਾਂ ਬਣਨਾ ਪਊ, ਕਿਉਂਕਿ ਉਹਨਾਂ ਦੇ ਦੋ ਆ ਆਪਣੇ ਤਾਂ, ਜਿਵੇਂ ਲੈਜਿਸਲੇਟਿਵ ਅਸੈਂਬਲੀ ਹੈ ਨਾ ਪੰਜਾਬ 'ਚ ਤਾਂ ਇੱਕੋ ਹੀ ਸਦਨ ਆ ਪੰਜਾਬ ਦੀ ਅਸੈਂਬਲੀ ਦਾ, ਪਰ ਉਹਨਾਂ ਦੇ ਵਿਧਾਨ ਪ੍ਰੀਸ਼ਦ ਵੀ ਹੈਗੀ, ਲੈਜਿਸਲੇਟਿਵ ਕਾਉਂਸਲ ਵੀ ਹੈਗੀ ਆ ਪੱਛਮੀ ਬੰਗਾਲ ਦੇ ਵਿੱਚ। ਹੁਣ ਉਹਦੇ ਕੋਲੇ ਦੋ ਆਪਸ਼ਨ ਆ ਵੀ ਜਾਂ ਤਾਂ ਉਹ ਲੈਜਿਸਲੇਟਿਵ ਕਾਉਂਸਲ ਦੀ ਮੈਂਬਰ ਬਣ ਜੇ ਜਾਂ ਲੈਜਿਸਲੇਟਿਵ ਅਸੈਂਬਲੀ ਦੀ ਬਣ ਜੇ, ਠੀਕ ਆ। ਸੋ ਲੈਜਿਸਲੇਟਿਵ ਕਾਉਂਸਲ ਦੀ ਮੈਂਬਰ ਬਣਨਾ ਉਹਦੇ ਲਈ ਸੌਖਾ, ਪਰ ਜੇ ਉਹ ਚਾਹਵੇ ਤਾਂ ਲੈਜਿਸਲੇਟਿਵ ਅਸੈਂਬਲੀ ਵਾਸਤੇ ਵੀ ਫਿਰ ਉਹ ਵੋਟਾਂ ਉਵੇਂ, ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਐਮਐਲਏ ਨੂੰ ਜਿਹੜੀ ਉਹਨਾਂ ਦੀ ਸੇਫ ਸੀਟ ਆ, ਜਿੱਥੇ ਵੀ ਉਹ ਕੋਈ ਮੰਨ ਕੇ ਚਲੋ ਵੀ ਲੱਖ ਵੋਟ ਨਾਲ ਜਿੱਤਿਆ ਹੋਇਆ ਉਹਨਾਂ ਦਾ ਕੋਈ ਐਮਐਲਏ ਆ ਵੀ ਜਿੱਥੇ ਪਤਾ ਵੀ ਹਾਰ ਹੀ ਨਹੀਂ ਸਕਦੇ ਆਪਾਂ, ਉੱਥੋਂ ਉਸ ਐਮਐਲਏ ਦਾ ਰਿਜ਼ਾਈਨ ਦਿਵਾਉਣਗੇ, ਉੱਥੇ ਉਹ ਦੇ ਕੇ ਚਲੋ ਜੀ, ਠੀਕ ਆ, ਕਲੀਅਰ ਆ, ਕੁਐਸਚਨ ਬਣਾ ਲਓਗੇ ਇਹਨਾਂ ਦੇ, ਠੀਕ ਹੈ। ਇਹਨੂੰ ਲਿਖ ਲਿਓ ਜੇ ਵੀ ਹਾਂ ਹਨਾ, ਵੀ ਪੀਐਮ ਕਿਹੜੇ ਹਾਊਸ ਦਾ ਮੈਂਬਰ ਹੋਣਾ ਚਾਹੀਦਾ, ਪੀਐਮ ਪਾਰਲੀਮੈਂਟ ਦਾ ਮੈਂਬਰ ਹੋਣਾ ਚਾਹੀਦਾ, ਮੈਜੋਰਟੀ ਸਰਕਾਰ ਲਈ ਕਿਹੜੇ ਹਾਊਸ 'ਚ ਚਾਹੀਦੀ ਆ, ਉਹ ਲੋਕ ਸਭਾ 'ਚ ਹੋਣੀ ਚਾਹੀਦੀ ਹੈ, ਹਨਾ। ਸੋ ਇਹ ਸਾਰੀਆਂ ਚੀਜ਼ਾਂ ਹੁਣ ਤੁਹਾਨੂੰ ਪਤਾ, ਪ੍ਰੈਕਟੀਕਲੀ ਪਤਾ। ਮੈਂ ਤੁਹਾਨੂੰ ਫੇਰ ਉਹੀ ਕੀ ਨਾ ਵੀ ਅੱਖਾਂ ਖੋਲ ਕੇ ਵੇਖੋ ਇਹਨਾਂ ਚੀਜ਼ਾਂ ਨੂੰ ਆਸੇ ਪਾਸੇ, ਜੋ ਫਲਾਨੀ ਸਟੇਟ 'ਚ ਐ ਹੋਈ ਜਾਂਦਾ, ਫਲਾਨੀ 'ਚ ਐ ਹੋਈ ਜਾਂਦਾ, ਠੀਕ ਆ। ਅਸਲ 'ਚ ਬੀਜੇਪੀ ਕੀ ਕਰਦੀ ਆ ਹੁਣ, ਜਿਵੇਂ ਰਾਜਸਥਾਨ ਦੇ ਵਿੱਚ ਹੋ ਰਿਹਾ ਸੀਗਾ ਥੋੜਾ ਟਾਈਮ ਪਹਿਲਾਂ, ਜਾਂ ਹੋਰ ਸਟੇਟਾਂ ਦੇ ਵਿੱਚ ਕਰਨਾਟਕ ਦੇ ਵਿੱਚ ਹੋਇਆ ਸੀਗਾ, ਉਹ ਕੀ ਕਰਦੇ, ਜਿਵੇਂ ਹੁਣ ਮੰਨ ਕੇ ਕਾਂਗਰਸ ਮਸਾਂ ਜਿੱਤੀ ਸਪੋਜ਼ ਕਰੋ, ਹਨਾ, ਜਿਵੇਂ ਤੁਸੀਂ ਰਾਜਸਥਾਨ ਦੀ ਅਸੈਂਬਲੀ 'ਚ ਮੰਨ ਲਓ, ਰਾਜਸਥਾਨ ਦੀ ਅਸੈਂਬਲੀ 'ਚ 250 ਸੀਟਾਂ ਤੇ ਕਾਂਗਰਸ ਕੋਲੇ 130 ਆ, ਹੁਣ 5 ਹੀ ਸੀਟਾਂ ਵੱਧ ਉਹਨਾਂ ਕੋਲੇ ਬਹੁਮਤ ਨਾਲੋਂ, ਤੇ ਬੀਜੇਪੀ ਲਈ ਕਿੰਨਾ ਕੁ ਔਖਾ ਵੀ ਜੇ 6 ਐਮਐਲਏ ਉਹਨਾਂ ਦੇ ਖਰੀਦ ਲਏ, 6 ਐਮਐਲਏ ਨੂੰ ਕਹਦੇ ਵੀ ਤੁਸੀਂ ਭਾਈ ਬਗਾਵਤ ਕਰ ਦਿਓ, ਤੇ ਬੀਜੇਪੀ ਕੋਲੇ ਥੋੜਾ ਪੈਸਾ ਨਹੀਂ, ਇਹ ਉਹਨਾਂ ਦੇ 6 ਐਮਐਲਏ ਖਰੀਦ ਲੈਣਗੇ, ਉਹਨਾਂ ਨੇ ਕਹਿ ਦੇਣਾ ਵੀ ਤੁਸੀਂ ਆਓ ਸਾਡੇ 'ਚ ਬੀਜੇਪੀ 'ਚ, ਬਸ। ਕਾਂਗਰਸ ਕੋਲ ਕਿੰਨੇ ਰਹੇਗਾ ਹੁਣ 124, ਕਾਂਗਰਸ ਕੋਲ 124 ਰਹੇਗਾ ਨਾ, 130 'ਚ ਜੇ 6 ਬੰਦੇ ਉਹਨਾਂ ਨੇ ਖਰੀਦ ਲਏ, ਹਾਂ ਬਈ ਹਾਂ, ਹਨਾ, ਤੇ 125 ਬਹੁਮਤ ਵਾਸਤੇ 126 ਚਾਹੀਦੀਆਂ ਸੀ, ਤੇ ਹੁਣ ਤਾਂ ਉਹਨਾਂ ਦਾ ਕੰਮ ਖਰਾਬ ਹੋ ਗਿਆ, ਸੋ ਉਹਨਾਂ ਦੀ ਸਰਕਾਰ ਟਿਕ ਪਊਗੀ, ਬਸ ਐਂ ਹੀ ਕਰੀ ਜਾਂਦੇ ਆ ਬੀਜੇਪੀ ਵਾਲੇ, ਜਿੱਥੇ ਤਾਂ ਆਪਦੀ ਸਰਕਾਰ ਬਣ ਗਈ ਉੱਥੇ ਤਾਂ ਠੀਕ ਹੈ, ਜਿੱਥੇ ਦੂਜੇ ਦੀ ਬਣਦੀ ਆ ਉੱਥੇ ਖਰੀਦ ਕੇ ਢੇਗ ਦਿੰਦੇ ਆ, ਠੀਕ ਆ। ਤੇ ਤੈਨੂੰ ਦੱਸੀ ਨਾ ਕਰਨਾਟਕ 'ਚ ਐ ਹੋਇਆ, ਰਾਜਸਥਾਨ ਦੇ ਵਿੱਚ ਕਰਨ ਲੱਗੇ ਸੀ ਜਿਹੜਾ ਸਚਨ ਪਾਇਲਟ ਤੇ ਉਹ ਅਸ਼ੋਕ ਗਹਿਲੋਤ ਦੀ ਲੜਾਈ ਹੁੰਦੀ ਰਹੀ ਹੈ, ਬਹੁਤ ਟਾਈਮ ਲੜਾਈ ਚੱਲੀ ਜਾਂਦੀ ਰਹੀ ਇਹਨਾਂ ਦੀ ਆਪਸ, ਠੀਕ ਆ। ਸੋ ਇਹ ਚੀਜ਼ਾਂ ਤੁਸੀਂ ਜਦੋਂ ਖਬਰਾਂ ਪੜ੍ਹੋਗੇ ਹੁਣ ਗਾਂ ਤੋਂ ਤੁਹਾਨੂੰ ਇਹਨਾਂ ਦੀ ਸਮਝ ਲੱਗਿਆ ਕਰੂਗੀ ਵੀ ਕੀ ਹੋ ਕੀ ਰਿਹਾ, ਠੀਕ ਆ। ਸੋ ਧਿਆਨ ਨਾਲ ਵੀ ਇਹਨਾਂ ਵੱਲ ਧਿਆਨ ਦਿਆ ਕਰੋ। ਅੱਗੇ ਆ ਗਿਆ ਓਥ ਐਂਡ ਸੈਲਰੀ ਆਫ ਮਿਨਿਸਟਰਸ, ਸੋ ਪ੍ਰੈਜ਼ੀਡੈਂਟ ਐਡਮਿਨਿਸਟਰਸ ਦਾ, ਹਾਂ ਓਥ ਕੌਣ ਦਵਾਉਂਦਾ ਬਈ, ਵੇਖੋ ਅਪੁਆਇੰਟ ਕੌਣ ਕਰਦਾ ਮਿਨਿਸਟਰਸ ਨੂੰ ਤੇ ਪੀਐਮ ਨੂੰ, ਪ੍ਰੈਜ਼ੀਡੈਂਟ ਬਈ, ਓਥ ਵੀ ਕੌਣ ਦਵਾਉਂਦਾ, ਓਥ ਵੀ ਉਹੀ ਦਵਾਉਂਦਾ ਪ੍ਰੈਜ਼ੀਡੈਂਟ ਬਈ। ਜੇ ਵਾਈਸ ਪ੍ਰੈਜ਼ੀਡੈਂਟ ਦੀ ਆਪਾਂ ਗੱਲ ਕਰੀਏ, ਵਾਈਸ ਪ੍ਰੈਜ਼ੀਡੈਂਟ ਨੂੰ ਅਪੁਆਇੰਟ ਕੌਣ ਕਰਦਾ ਸੀ, ਅਪੁਆਇੰਟ ਨਹੀਂ ਸੌਰੀ, ਉਹਦੀ ਤਾਂ ਇਲੈਕਸ਼ਨ ਹੁੰਦੀ ਆ, ਉਹ ਕੀ ਹੁੰਦਾ ਇਲੈਕਟਡ ਹੁੰਦਾ, ਹਾਂ ਬਈ, ਮੈਂ ਤੁਹਾਨੂੰ ਵਾਰੀ-ਵਾਰੀ ਵਰਡ ਦੱਸੀ ਜਾਂਦਾ ਵੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਉਹ ਕੀ ਸੀ ਇਲੈਕਟਡ, ਪਰ ਐਮਪੀ ਜਿਹੜਾ ਹੁੰਦਾ ਉਹ ਹੁੰਦਾ ਇਲੈਕਟਡ, ਪਰ ਜੇ ਆਪਾਂ ਗੱਲ ਕਰੀਏ ਮਿਨਿਸਟਰ ਤੇ ਪੀਐਮ, ਉਹ ਅਪੁਆਇੰਟਡ ਹੁੰਦਾ ਕਿ ਇਲੈਕਟਡ ਹੁੰਦਾ, ਅਪੁਆਇੰਟਡ ਹੁੰਦਾ, ਠੀਕ ਆ। ਇਹ ਵਰਡ ਐਂ ਯਾਦ ਰੱਖਣੇ, ਠੀਕ ਆ। ਸੋ ਉੱਥੇ ਇਲੈਕਟਡ ਸੀਗਾ ਵਾਈਸ ਪ੍ਰੈਜ਼ੀਡੈਂਟ, ਆਪ ਤਾਂ ਵੈਸੇ ਤਾਂ ਇਲੈਕਟਡ ਸੀਗਾ, ਪਰ ਉਹਨੂੰ ਵੀ ਓਥ ਕੌਣ ਚੁਕਾਉਂਦਾ ਸੀ, ਵਾਈਸ ਪ੍ਰੈਜ਼ੀਡੈਂਟ ਨੂੰ, ਹਾਂ ਪ੍ਰੈਜ਼ੀਡੈਂਟ, ਤੇ ਉਹ ਵਾਈਸ ਪ੍ਰੈਜ਼ੀਡੈਂਟ ਆਪਦਾ ਅਸਤੀਫਾ ਵੀ ਕਿਹਨੂੰ ਦਿੰਦਾ ਸੀ, ਪ੍ਰੈਜ਼ੀਡੈਂਟ ਨੂੰ, ਤੇ ਜੇ ਪ੍ਰਧਾਨ ਮੰਤਰੀ ਨੇ ਵੀ ਆਪਦਾ ਅਸਤੀਫਾ ਦੇਣਾ ਕਿਹਨੂੰ ਦੇਊਗਾ, ਪ੍ਰੈਜ਼ੀਡੈਂਟ, ਠੀਕ ਹੈ। ਇਹ ਸੌਰੀ ਇਹ ਖੜ ਜੋ ਇੱਕ ਵਾਰੀ, ਇਹ ਹਜੇ ਤੱਕ ਗਾਂ ਗੱਲ ਕਰਾਂਗੇ, ਪ੍ਰਧਾਨ ਮੰਤਰੀ ਵਾਲੀ ਗੱਲ ਨਹੀਂ, ਉਹਦੇ ਵਾਲੀ ਯਾਦ ਰੱਖ ਲਓ। ਤੋ ਅੱਗੇ ਵੇਖੋ ਓਥ ਐਂਡ ਸੈਲਰੀ ਆਫ ਮਿਨਿਸਟਰਸ, ਪ੍ਰੈਜ਼ੀਡੈਂਟ ਐਡਮਿਨਿਸਟਰਸ ਦਾ ਓਥ ਟੂ ਦਾ ਮਿਨਿਸਟਰਸ,
ਠੀਕ ਹੈ। ਸੈਲਰੀ ਐਂਡ ਅਲਾਉੈਂਸਸ ਆਪਾਂ ਨੂੰ ਪਤਾ ਵੀ ਕੌਣ ਤੈਅ ਕਰਦਾ, ਕੌਣ ਤੈਅ ਕਰਦਾ? ਪਾਰਲੀਮੈਂਟ। ਪਾਰਲੀਮੈਂਟ। ਆਪਾਂ ਪਹਿਲਾਂ ਪਿੱਛੇ ਵੀ ਪੜ੍ਹ ਕੇ ਆਏ ਕਿਉਂਕਿ ਪ੍ਰਧਾਨ ਮੰਤਰੀ ਦੀ ਜਿਹੜੀ ਗੱਲ ਪੜ੍ਹੀ ਹੈ ਉਹੀ ਕਾਉਂਸਲ ਆਫ ਮਿਨਿਸਟਰ ਤੇ ਲਾਗੂ ਹੁੰਦੀ ਹੈ। ਸਮਝ ਲੱਗ ਗਈ? ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਦੀ, ਜੇ ਹੁਣ ਪ੍ਰਧਾਨ ਮੰਤਰੀ ਦੀ ਤਨਖਾਹ ਪਾਰਲੀਮੈਂਟ ਡਿਸਾਈਡ ਕਰੂਗੀ ਤੇ ਮਿਨਿਸਟਰਾਂ ਦੀ ਤਨਖਾਹ ਵੀ ਕੌਣ ਡਿਸਾਈਡ ਕਰੂਗੀ? ਪਾਰਲੀਮੈਂਟ। ਓਕੇ हाँ भाई। ਕਿ ਨਹੀਂ? ਓਕੇ ओके भाई। ਸੋ ਅੱਗੇ ਕੀ ਹੈ, ਕਿੱਥੇ ਆ ਗਏ ਆਪਾਂ? रिस्पॉन्सिबिलिटी। ਹੁਣ ਇੱਕ ਮਿੰਟ ਪਹਿਲਾਂ ਮੈਂ ਤੁਹਾਨੂੰ ਦੱਸਦਾ ਮਿਨਿਸਟਰਾਂ ਦੀਆਂ ਰਿਸਪੌਂਸਿਬਿਲਟੀਆਂ ਹੁੰਦੀਆਂ ਦੋ ਤਰ੍ਹਾਂ, ਟੂ ਟਾਈਪਸ ਆਫ। ਆਵਾਜ਼ ਬੰਦ ਹੋ ਗਈ। Two types of responsibilities. ਕਿਹਦੀਆਂ ਇਹ? ਮਿਨਿਸਟਰਾਂ ਦੀਆਂ। ਇਹ ਚੀਜ਼ ਤੁਸੀਂ ਆਪੇ ਲਿਖ ਲਓ, ਠੀਕ ਆ? ਮਿਨਿਸਟਰਾਂ ਦੀਆਂ ਹੁੰਦੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ? ਇੱਕ ਹੁੰਦੀ ਹੈ ਇੰਡੀਵਿਜੂਅਲ ਰਿਸਪੌਂਸਿਬਿਲਿਟੀ। ਕੀ ਹੁੰਦੀ ਹੈ? ਇੰਡੀਵਿਜੂਅਲ। ਕਲੈਕਟਿਵ ਰਿਸਪੌਂਸਿਬਿਲਿਟੀ। ਠੀਕ ਹੈ। ਹੁਣ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਕੀ ਹੁੰਦੀ ਹੈ ਤੇ ਕਲੈਕਟਿਵ ਰਿਸਪੌਂਸਿਬਿਲਿਟੀ ਕੀ ਹੁੰਦੀ ਹੈ? ਹੁਣ ਇਹ ਤੁਹਾਨੂੰ ਮੈਂ ਇੱਕ ਉਦਾਹਰਨ ਰਾਹੀਂ ਸਮਝਾ ਦਿੰਦਾ। ਜਿਹੜੀ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਹੁੰਦੀ ਹੈ ਨਾ, ਉਹ ਹੁੰਦੀ ਆ ਕਿਸੇ ਵੀ ਮੰਤਰੀ ਦੀ ਆਪਦੇ ਮਹਿਕਮੇ ਨੂੰ ਲੈ ਕੇ, ਕਾਸ ਨੂੰ ਲੈ ਕੇ, ਆਪਦੀ ਮਿਨਿਸਟਰੀ ਨੂੰ ਲੈ ਕੇ। ਜਿਵੇਂ ਤੋਮਰ ਆ, ਤੋਮਰ ਕਿਹੜਾ ਮਿਨਿਸਟਰ ਹੋਣਾ? ਖੇਤੀਬਾੜੀ ਮੰਤਰੀ, ਠੀਕ ਹੈ, ਐਗਰੀਕਲਚਰ ਮਿਨਿਸਟਰ। ਸੋ ਐਗਰੀਕਲਚਰ ਨੂੰ ਲੈ ਕੇ, ਐਗਰੀਕਲਚਰ ਮਿਨਿਸਟਰੀ ਨੂੰ ਲੈ ਕੇ ਤੋਮਰ ਕੀ ਆ? ਆਪਦੇ ਤੌਰ ਤੇ, ਬਹੁਤੇ ਤੌਰ ਤੇ ਜ਼ਿੰਮੇਵਾਰ ਹੈ, ਇੰਡੀਵਿਜੂਅਲੀ ਜ਼ਿੰਮੇਵਾਰ ਹੈ, ਠੀਕ ਹੈ। ਪਰ ਤੋਮਰ ਸਰਕਾਰ ਦਾ ਵੀ ਤਾਂ ਪਾਰਟ ਹੈਗਾ ਨਾ। being a council of minister, he is a part of government or not? ਯੈਸ। ਹੈ ਕਿ ਨਹੀਂ? ਬਲਤੇਜ हाँ भाई। ਵੀ ਜੇ ਉਹ ਕਾਉਂਸਲ ਆਫ ਮਿਨਿਸਟਰ ਦਾ ਪਾਰਟ ਆ ਤੇ ਇਹਦਾ ਮਤਲਬ ਉਹ ਗਵਰਨਮੈਂਟ ਦਾ ਪਾਰਟ ਆ, ਠੀਕ ਹੈ। ਸੋ ਗਵਰਨਮੈਂਟ ਕਾਸ ਨੂੰ ਰਿਸਪੌਂਸਿਬਲ ਹੁੰਦੀ ਹੈ। ਜੇ ਤੁਹਾਡੇ ਯਾਦ ਹੋਵੇ ਮੈਂ ਤੁਹਾਨੂੰ ਕਹੀ ਜਾਂਦਾ ਵੀ ਗਵਰਨਮੈਂਟ ਨੂੰ ਕੌਣ ਲਾ ਸਕਦਾ? ਗਵਰਨਮੈਂਟ ਨੂੰ ਕੌਣ ਭੰਗ ਕਰਦਾ? ਨਾ, ਗਵਰਨਮੈਂਟ ਕਿੰਨਾ ਟਾਈਮ ਗਵਰਨਮੈਂਟ ਕਿੰਨਾ ਟਾਈਮ ਗਵਰਨਮੈਂਟ ਰਹਿੰਦੀ ਆ? ਜਿੰਨਾ ਟਾਈਮ ਲੋਕ ਹੀ ਕਰ ਸਕਦੇ। बहुमत ਹੁੰਦਾ ਬਈ ਉਹ ਚ, ਲੋਕ ਸਭਾ ਚ ਮੈਜੋਰਟੀ ਹੈ, ਜਿੰਨਾ ਟਾਈਮ ਉਹਨਾਂ ਟਾਈਮ ਰਹੂਗੀ। ਹਾਂ ਬਈ। ਜਦੋਂ ਮੈਜੋਰਟੀ ਖਤਮ ਤੇ ਉਦੋਂ ਨਹੀਂ ਕੰਮ ਖਤਮ। ਸੋ ਗਵਰਨਮੈਂਟ ਕਿਹਨੂੰ ਰਿਸਪੌਂਸਿਬਲ ਹੈ? ਮੰਤਰੀ ਤਾਂ ਥੋੜੇ ਹੀ ਬਣਦੇ ਆ। ਵੀ ਜੇ ਹੁਣ ਮੰਨ ਕੇ ਚਲੋ ਬੀਜੇਪੀ ਕੋਲ ਇਸ ਵਕਤ 303 MP ਹੈ, ਸੋ ਬਹੁਮਤ ਆ ਉਹਨਾਂ ਦਾ ਲੋਕ ਸਭਾ ਚ, ਠੀਕ ਹੈ। ਪਰ ਜਿਹੜੀ ਗਵਰਨਮੈਂਟ ਦੇ ਜਿਹੜੇ ਮਿਨਿਸਟਰ ਬਣਾਏ ਆ 303 ਦੇ 303 MP ਉਹਨੇ ਮਿਨਿਸਟਰ ਬਣਾਤਾ ਉਹਨਾਂ ਨੇ? ਨਹੀਂ ਬਈ, ਉਹ ਤਾਂ 15% ਹੀ ਬਣਦੇ ਹੁੰਦੇ ਆ। ਹਾਂ, ਮਿਨਿਸਟਰ ਤਾਂ ਹੁਣ ਇਸ ਵਕਤ 75-80 ਮਿਨਿਸਟਰ ਹੈ ਇਹਨਾਂ ਦੇ। ਗੱਲ ਸਮਝੇ? ਹਾਂ ਬਈ। ਪਤਾ ਲੱਗਿਆ? ਹਾਂ ਬਈ। ਬਈ ਉਹ MP ਤਾਂ ਇਹਨਾਂ ਦੇ 303 ਆ ਨਾ। ਹਾਂ। ਹੁਣ ਮੈਂ ਇਹ ਗੱਲ ਕਹੀ ਜਾਂਦਾ ਵੀ ਜਿਹੜੀ ਹੁਣ ਸਰਕਾਰ ਆ, ਸਰਕਾਰ ਤੇ ਤਾਂ ਵੈਸੇ ਆਪਾਂ ਵੇਖੀਏ ਵੀ ਸਰਕਾਰ ਆਪਾਂ ਕੰਸੀਡਰ ਕਰਦੇ ਹਾਂ ਕਾਉਂਸਲ ਆਫ ਮਿਨਿਸਟਰ ਨੂੰ, ਹਨਾ। ਸੋ ਆਪਾਂ ਕਹੀ ਜਾਂਦੇ ਵੀ 80 ਬੰਦੇ ਸਰਕਾਰ ਚਲਾਈ ਜਾਂਦੇ ਆ। ਜੇ ਉਹ 80 ਬੰਦੇ ਕਿੰਨਾ ਟਾਈਮ ਰਹਿਣਗੇ ਉਹ ਵੀ ਸਰਕਾਰ ਤੇ, ਜਿੰਨਾ ਟਾਈਮ ਉਹਨਾਂ ਕੋਲੇ ਉਹ ਮੈਜੋਰਟੀ ਹੈ 303 ਨਾਲ। ਜੇ ਉਹ ਮੈਜੋਰਟੀ ਖਤਮ ਹੋ ਗਈ ਤੇ ਲੋਕ ਸਭਾ ਦੇ ਵਿੱਚ ਕੀ ਹੋ ਜਾਣੀ? ਉਹਨਾਂ ਦੀ ਸਰਕਾਰ ਕੀ ਹੋ ਜਾਣੀ ਹੈ? ਢਿੱਗ ਪੈਣੀ। ਹਾਂ ਬਈ, ਸਮਝ ਲੱਗ ਗਈ? ਲੱਗ ਗਈ। ਸੋ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਇੰਡੀਵਿਜੂਅਲ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਤਾਂ ਬੰਦੇ ਦੀ ਹੈਗੀ ਆ ਵੀ ਇੱਕ ਹਿਸਾਬ ਦੀ, ਭਾਵੇਂ ਕਾਉਂਸਲ ਆਫ ਮਿਨਿਸਟਰ ਨੂੰ ਕਹਿ ਲਓ, ਭਾਵੇਂ PM ਨੂੰ ਕਹਿ ਲਓ। ਵੀ ਜੇ ਹੁਣ ਮੰਨ ਕੇ ਲਓ ਐਗਰੀਕਲਚਰ ਮਿਨਿਸਟਰੀ ਦੇ ਨਾਲ ਸੰਬੰਧਿਤ ਕੁਝ ਵੀ ਮਾੜਾ ਹੁੰਦਾ ਤੇ PM ਪੁੱਛੂਗਾ ਨਾ ਤੋਮਰ ਨੂੰ ਵੀ ਆ ਤੁਸੀਂ ਧਿਆਨ ਕਿਉਂ ਨਹੀਂ ਦਿੰਦੇ? ਬਈ ਤੁਹਾਨੂੰ ਮੈਂ ਐਗਰੀਕਲਚਰ ਮਹਿਕਮਾ ਦਿੱਤਾ, ਤੁਸੀਂ ਧਿਆਨ ਹੀ ਨਹੀਂ ਕਰਦੇ। ਸਮਝ ਲੱਗੀ?
ਵੀ ਇੰਡੀਵਿਜੂਅਲ ਤੌਰ ਤੇ ਤਾਂ ਆਪਾਂ ਕਹਿ ਲਈਏ ਵੀ ਜਿਹੜਾ ਮਿਨਿਸਟਰ ਆ ਉਹ ਹਨਾ ਪੀਐਮ ਤੇ ਕਾਉਂਸਲ ਆਫ ਮਿਨਿਸਟਰ ਨੂੰ ਜ਼ਿੰਮੇਵਾਰ ਆ, ਪਰ ਜੇ ਕਲੈਕਟਿਵ ਤੌਰ ਤੇ ਉਹਨਾਂ ਦੀ ਰਿਸਪੌਂਸਿਬਿਲਟੀ ਕਹਿ ਦਈਏ ਜਾਂ ਜਵਾਬਦੇਹੀ ਕਹਿ ਦਈਏ, ਉਹ ਕਾਸ ਨੂੰ ਆ, ਉਹ ਹੈਗੀ ਆ ਲੋਕ ਸਭਾ ਨੂੰ। ਕਿਉਂਕਿ ਲੋਕ ਸਭਾ ਨੇ ਜੇ ਮੰਨ ਕੇ ਚੱਲੋ ਹਨਾ ਵੀ ਉਹ ਲੋਕ ਸਭਾ ਚ ਉਹਨਾਂ ਦਾ ਮੈਜੋਰਟੀ ਘਟ ਗਈ, ਉਹਨਾਂ ਦੀ ਸਰਕਾਰ ਤਾਂ ਡਿੱਗ ਪੈਣੀ ਹੈ। ਉਹਨਾਂ ਟਾਈਮ ਹੀ ਉਹ ਸਰਕਾਰ ਚ ਆ ਨਾ, ਕੋਈ ਵੀ ਮਿਨਿਸਟਰ ਆ, ਭਾਵੇਂ ਉਹ ਖੇਤੀਬਾੜੀ ਮਿਨਿਸਟਰ ਆ, ਭਾਵੇਂ ਉਹ ਹੈਲਥ ਮਿਨਿਸਟਰ ਆ, ਉਹ ਉਹਨਾਂ ਟਾਈਮ ਹੀ ਸਰਕਾਰ ਚ ਜਿੰਨਾ ਟਾਈਮ ਲੋਕ ਸਭਾ ਦੀ ਉਹਨੂੰ ਮੈਜੋਰਟੀ ਪ੍ਰਾਪਤ ਆ। ਲੋਕ ਸਭਾ ਦਾ ਕਹਿਣ ਦਾ ਮਤਲਬ ਆਸ਼ੀਰਵਾਦ ਉਹਦੇ ਸਿਰ ਤੇ, ਜਿੱਦਣ ਲੋਕ ਸਭਾ ਨੇ ਆਪਦਾ ਆਸ਼ੀਰਵਾਦ ਚੱਕ ਲਿਆ ਉਦਣ ਕੀ ਹੋ ਜਾਊਗਾ, ਉਦਣ ਸਾਰਾ ਮੰਤਰੀ ਮੰਡਲ ਜ਼ੀਰੋ। ਠੀਕ ਹੈ, हाँ भाई ਇਹ ਨਹੀਂ ਪਤਾ ਲੱਗਿਆ। ਲੱਗ ਕੇ ਪਤਾ ਪਾਰਲੀਮੈਂਟ ਦੇ ਸਿਰ ਤੇ ਹੀ ਉਹ ਮੈਂਬਰਾਂ ਸਿਰ ਤੇ ਹੀ ਉਹ ਜੋ ਪਾਰਲੀਮੈਂਟ ਨਹੀਂ, ਲੋਕ ਸਭਾ। ਮੈਂਬਰ ਲੋਕ ਸਭਾ। ਠੀਕ ਹੈ, ਉਹਦੇ ਪ੍ਰਤੀ ਜਵਾਬ ਦੇ ਆ। ਜੇ ਹੁਣ ਲੋਕ ਸਭਾ ਦੇ ਮੈਂਬਰ ਕੋਈ ਵੀ ਇਹਨਾਂ ਨੂੰ ਸਵਾਲ ਪੁੱਛਦੇ ਆ, ਮੰਨ ਲਓ ਕਿਸੇ ਵੀ ਮੰਤਰੀ ਨੂੰ, ਭਾਵੇਂ ਇੱਕ ਨੂੰ ਹੀ ਸਵਾਲ ਪੁੱਛਿਆ, ਐਗਰੀਕਲਚਰ ਮਿਨਿਸਟਰ ਨੂੰ ਸਵਾਲ ਪੁੱਛ ਲਿਆ, ਇਹ ਤੋਂ ਸਵਾਲ ਨਹੀਂ ਦਿੱਤਾ ਗਿਆ, ਇਹਦਾ ਪਹਿਲਾਂ ਤਾਂ ਇਹਦੀ ਰਿਸਪੌਂਸਿਬਿਲਟੀ ਹੈ ਵੀ ਇਹ ਜਵਾਬ ਦੇਊਗਾ ਉਹਨੂੰ, ਹਨਾ। ਜੇ ਮੰਨ ਕੇ ਚਲੋ ਵੀ ਇਹ ਕੋਈ ਬਾਹਲੇ ਮਾੜੇ ਚੰਗੇ ਕੰਮ ਕਰਨ ਲੱਗ ਪਏ, ਹਨਾ, ਤੇ ਜੇ ਹੁਣ ਬਈ ਉਹ ਲੋਕ ਸਭਾ ਵਾਲੇ ਬੰਦੇ ਹੀ ਵਿਰੁੱਧ ਹੋ ਜਾਣ, ਇਹਨਾਂ ਦੀ ਆਪਦੀ ਪਾਰਟੀ ਵਾਲੇ ਵਿਚੋਦੇ ਵਿਰੁੱਧ ਹੋ ਗਏ, ਹੋ ਸਕਦਾ ਉਹ ਵੋਟਾਂ ਦੂਜੇ ਪਾਸੇ ਪਾ ਦੇਣ ਤੇ ਬਹੁਮਤ ਹੀ ਡਿੱਗ ਪਏ ਸਰਕਾਰ ਦਾ। ਹੁਣ ਪੜੋ ਕੀ ਲਿਖਿਆ, collective responsibility under article 75 the council of minister is collectively responsible to, ਕੀ ਲਿਖਿਆ ਅੱਗੇ ਵਰਡ, लोक सभा ਸਮਝ ਲੱਗ ਗਈ। it means the lok sabha remove the council of minister from office by passing no confidence of motion। ਜਿਹੜੀ ਮੈਂ ਵਾਰੀ-ਵਾਰੀ ਵੋਟਾਂ ਦੀ ਗੱਲ ਕਰੀ ਜਾਂਦਾ ਨਾ ਵੀ ਉਹ ਵੋਟਾਂ ਦੁਬਾਰਾ ਪਵਾ ਲੈਣਗੇ, ਵੋਟਾਂ ਦੁਬਾਰਾ ਪਵਾਉਣ ਦਾ ਮਤਲਬ ਕੀ ਆ, ਉਹ ਮੋਸ਼ਨ ਲੈ ਕੇ ਆਉਂਦੇ ਆ ਕਿਹੜਾ, ਨੋ ਕੰਫੀਡੈਂਸ ਆਫ ਮੋਸ਼ਨ। ਨੋ ਕੰਫੀਡੈਂਸ ਮੋਸ਼ਨ ਦੇ ਅੰਡਰ ਉਹ ਵੋਟਾਂ ਹੁੰਦੀਆਂ ਵੀ ਜਿਹੜੀਆਂ ਉਹ ਵੋਟਾਂ ਕਰਵਾਉਣੀਆਂ ਵੀ ਹਾਂ ਬਹੁਮਤ ਨੂੰ ਲੈ ਕੇ। ਹੈਲੋ, हाँ भाई हाँ भाई ਠੀਕ ਆ, ਉਹ ਕਾਹਦੇ ਟੌਪਿਕ ਹੇਠਾਂ ਕਰਵਾਈਆਂ ਜਾਂਦੀਆਂ, ਨੋ ਕੰਫੀਡੈਂਸ ਮੋਸ਼ਨ ਕਹਿੰਦੇ ਆ। ਕੌਨਫੀਡੈਂਸ ਮੋਸ਼ਨ ਬਈ। ਠੀਕ ਹੈ, ਇੱਕ ਹੁੰਦਾ ਕੰਫੀਡੈਂਸ, ਉਹੀ ਯਾਰ ਪੰਜਾਬੀ ਚ ਉਹਨੂੰ ਵਿਸ਼ਵਾਸ ਪ੍ਰਸਤਾਵ ਤੇ ਅਵਿਸ਼ਵਾਸ ਪ੍ਰਸਤਾਵ ਨਹੀਂ ਕਹਿੰਦੇ। ਹਾਂ ਬਈ। हाँ ਜਿਹੜਾ भाई ਆ ਆੜੇ ਵਾਲਾ ਹੁੰਦਾ, ਆ ਵਿਸ਼ਵਾਸ ਪ੍ਰਸਤਾਵ ਹੁੰਦਾ, ਉਹ ਹੁੰਦਾ ਨੋ ਕੰਫੀਡੈਂਸ ਮੋਸ਼ਨ, ਤੇ ਜਿਹੜਾ ਵਿਸ਼ਵਾਸ ਪ੍ਰਸਤਾਵ ਹੁੰਦਾ ਉਹ ਹੁੰਦਾ ਕੰਫੀਡੈਂਸ ਮੋਸ਼ਨ। ਹੁਣ ਤੁਸੀਂ ਇਹਨਾਂ 'ਚ ਵੇਖੋ, ਜੇ ਤਾਂ ਹੁਣ ਪ੍ਰਧਾਨ ਮੰਤਰੀ ਆਪ ਕਹਿੰਦਾ ਵੀ ਮੈਂ ਆਪਦਾ ਬਹੁਮਤ ਸਾਬਤ ਕਰਦਾ, ਉਹ ਤਾਂ ਲੈ ਕੇ ਆਊਗਾ ਕੰਫੀਡੈਂਸ ਮੋਸ਼ਨ। ਉਹ ਕੀ ਲੈ ਕੇ ਆਊਗਾ, ਕੰਫੀਡੈਂਸ ਮੋਸ਼ਨ, ਵੀ ਹਾਂ ਵੀ ਮੇਰੇ ਤੇ ਵਿਸ਼ਵਾਸ ਹੈਗਾ, ਹਨਾ। ਵੀ ਜੇ ਹੁਣ ਕੰਫੀਡੈਂਸ ਮੋਸ਼ਨ ਦੇ ਵਿੱਚ 273 ਵੋਟਾਂ ਪੈ ਗਈਆਂ ਪ੍ਰਧਾਨ ਮੰਤਰੀ ਨੂੰ, ਤਾਂ ਉਹ ਕੰਫੀਡੈਂਸ ਉਹਦਾ ਹੈਗਾ ਨਾ ਉਹਦੇ ਤੇ, ਮਤਲਬ ਲੋਕ ਸਭਾ ਨੂੰ, हाँ भाई ਫਿਰ ਤਾਂ ਉਹ ਠੀਕ ਆ, ਹਨਾ। ਤੇ ਜੇ ਹਾਂ। ਨੋ ਕੰਫੀਡੈਂਸ ਮੋਸ਼ਨ ਕੌਣ ਲੈ ਕੇ ਆਊਗਾ, ਵਿਰੋਧੀ ਪਾਰਟੀ, ਹਨਾ। ਜੇ ਨੋ ਕੰਫੀਡੈਂਸ ਮੋਸ਼ਨ ਤੇ 273 ਵੋਟਾਂ ਪੈ ਗਈਆਂ, ਇਹਦਾ ਮਤਲਬ 273 ਬੰਦਿਆਂ ਨੂੰ ਨੋ ਕੰਫੀਡੈਂਸ ਆ ਉੱਤੇ। ਠੀਕ ਹੈ ਜੀ। ਕੰਫੀਡੈਂਸ ਤੇ ਨੋ ਕੰਫੀਡੈਂਸ ਵਰਡ ਤੋਂ ਹੀ ਤੁਹਾਨੂੰ ਪਤਾ ਲੱਗ ਰਿਹਾ ਨਾ ਵੀ ਜੇ ਤਾਂ ਕੰਫੀਡੈਂਸ ਮੋਸ਼ਨ ਆ, ਉਹ ਤਾਂ ਪ੍ਰਧਾਨ ਮੰਤਰੀ ਵੀ ਜਾਂ ਸਰਕਾਰ ਆਪ ਲੈ ਕੇ ਆਊਗੀ ਵੀ ਹਾਂ ਵੀ, ਹਨਾ, ਤੇ ਉਹ ਵੋਟ ਕਰਵਾਉਣਗੇ। ਤੇ ਜੇ ਮੰਨ ਕੇ ਚਲੋ 273 ਸੀਟਾਂ ਵੋਟਾਂ ਪੈ ਗਈਆਂ ਕੰਫੀਡੈਂਸ ਦੇ ਪੱਖ 'ਚ, ਕੰਫੀਡੈਂਸ ਮੋਸ਼ਨ ਦੇ ਪੱਖ 'ਚ, ਇਹਦਾ ਮਤਲਬ ਤਾਂ ਕੰਫੀਡੈਂਸ ਉੱਤੇ ਹੈਗਾ। ਹਾਂ ਬਈ। ਤੇ ਜੇ 273 ਤੋਂ ਘੱਟ ਪਈਆਂ, ਇਹਦਾ ਮਤਲਬ ਉੱਤੇ ਕੰਫੀਡੈਂਸ ਹੈ ਨਹੀਂ। ਸਮਝ ਲੱਗ ਗਈ ਵੀ ਜੇ ਤਾਂ 273 ਤੋਂ ਘੱਟ ਵੋਟਾਂ ਪਈਆਂ ਕਾਹਦੇ 'ਚ, ਕੰਫੀਡੈਂਸ ਮੋਸ਼ਨ 'ਚ, ਤਾਂ ਸਰਕਾਰ ਕੀ ਹੋ ਜੂਗੀ, ਡਿੱਗ ਪੂਗੀ। हाँ भाई ਤੇ ਜੇ ਕੰਫੀਡੈਂਸ ਮੋਸ਼ਨ 'ਚ 273 ਤੋਂ ਵੱਧ ਵੋਟਾਂ ਪੈ ਗਈਆਂ ਤਾਂ ਸਰਕਾਰ ਕੀ ਹੋ ਜੂਗੀ, बांजू भाई ਬਣ ਜੂਗੀ, ਰਹਿ ਜੂਗੀ। ਬਣੀ ਤਾਂ ਪਹਿਲੀਆਂ 'ਚ ਹੀ ਆਲਰੇਡੀ ਹੁੰਦੀ ਆ, ਇਹ ਤਾਂ ਵਿੱਚ ਵਿਚਾਲੇ ਵਾਲੇ ਕੰਮ ਆ, ਹਨਾ। ਤੇ ਜੇ ਉਹੀ ਮੈਂ ਨੋ ਕੰਫੀਡੈਂਸ ਮੋਸ਼ਨ ਦੀ ਗੱਲ ਕਰਾਂ, ਜੇ ਨੋ ਕੰਫੀਡੈਂਸ ਮੋਸ਼ਨ ਦੇ ਵਿੱਚ 273 ਵੋਟਾਂ ਪਈਆਂ, ਮੈਂ ਬਲਤੇਜ ਤੋਂ ਪੁੱਛ ਰਿਹਾ, ਨੋ ਕੰਫੀਡੈਂਸ ਮੋਸ਼ਨ ਦੇ ਵਿੱਚ 273 ਵੋਟਾਂ ਪਈਆਂ ਤਾਂ ਬਲਤੇਜ ਸਰਕਾਰ ਬਣੂਗੀ ਡਿੱਗੂ? ਡਿੱਗੂਗੀ ਬਈ। ਹਾਂ, ਕਿਉਂਕਿ 273 ਬੰਦਿਆਂ ਨੂੰ ਨੋ ਕੰਫੀਡੈਂਸ ਆ। ਤੇ ਜੇ ਨੋ ਕੰਫੀਡੈਂਸ ਮੋਸ਼ਨ ਦੇ ਵਿੱਚ 273 ਤੋਂ ਘੱਟ ਵੋਟਾਂ ਪਈਆਂ, ਫਿਰ ਸਰਕਾਰ ਰਹੂਗੀ ਕਿ ਡਿੱਗੂਗੀ? ਫਿਰ ਤਾਂ ਰਹੂਗੀ। ਰਹੂਗੀ, ਕਿਉਂਕਿ
ਜਿਹੜੇ ਨੋ ਕੰਫੀਡੈਂਸ ਵਾਲੇ ਬੰਦੇ ਆ ਉਹ ਹੁਣ 50% ਤੋਂ ਘਟ ਗਏ, ਮਤਲਬ 273 ਤੋਂ ਘਟ ਗਏ, ਦੂਜਿਆਂ ਨੂੰ ਆਪਾਂ ਮੰਨ ਲਾਂਗੇ ਵੀ ਕੰਫੀਡੈਂਸ ਹੈ। ਉਹਨਾਂ ਨੂੰ ਕੰਫੀਡੈਂਸ ਸੋ ਸਮਝ ਲੱਗ ਗਈ ਕਿ ਨਹੀਂ ਲੱਗੀ? ਹਾਂ ਬਈ। ਲੱਗ ਗਈ ਬਈ। ਜਿਹੜਾ ਨੋ ਕੰਫੀਡੈਂਸ ਮੋਸ਼ਨ ਕੌਣ ਲੈ ਕੇ ਆਉਂਦਾ? ਸਰਕਾਰ ਲੈ ਕੇ ਆਉਂਦੀ ਹੈ ਕਿ ਆਪੋਜੀਸ਼ਨ ਪਾਰਟੀ ਲੈ ਕੇ ਆਉਂਦੀ ਹੈ? ਨੋ ਕੰਫੀਡੈਂਸ ਆਪੋਜੀਸ਼ਨ ਪਾਰਟੀ ਬਈ। ਤੇ ਕੰਫੀਡੈਂਸ ਮੋਸ਼ਨ ਕੌਣ ਲੈ ਕੇ ਆਉਂਦਾ? ਸਰਕਾਰ ਬਈ। ਕਲੀਅਰ? ਕਲੀਅਰ ਬਈ। ਸੋ ਕਲੈਕਟਿਵ ਰਿਸਪੌਂਸਿਬਿਲਟੀ ਦੀ ਸਮਝ ਲੱਗ ਗਈ ਕਿਵੇਂ ਕਲੈਕਟਿਵ ਤੌਰ ਤੇ ਕਿਵੇਂ ਜ਼ਿੰਮੇਵਾਰ ਵੀ, ਕਿਉਂਕਿ ਵੇਖੋ ਨਾ ਜੇ ਸਰਕਾਰ ਡਿੱਗ ਪਈ ਤਾਂ ਸਾਰੇ ਦੇ ਸਾਰੇ ਮੰਤਰੀ ਗਏ, ਉੱਥੇ ਕੋਈ ਇੱਕ ਮੰਤਰੀ ਨਹੀਂ ਗਿਆ, ਤਾਂ ਕਰਕੇ ਕਲੈਕਟਿਵਲੀ ਕਹਿ ਰਹੇ ਆ ਆਪਾਂ ਇੱਥੇ ਸਾਰੇ ਦਾ ਸਾਰਾ ਹੀ ਮੰਤਰੀ ਮੰਡਲੀ ਡੁੱਬ ਜੂਗਾ, ਇਕੱਠੀ ਡੁੱਬਣਗੇ ਤੇ ਇਕੱਠੇ ਹੀ ਸਵਿਮ ਕਰਨ, ਇਕੱਠੇ ਹੀ ਤੈਰਨਗੇ ਵੀ ਜੇ ਉਹ ਕੰਫੀਡੈਂਸ ਮੋਸ਼ਨ ਪਾਸ ਹੋ ਗਿਆ ਫਿਰ ਇਕੱਠੇ ਹੀ ਤੈਰਨਗੇ। ਸਮਝ ਲੱਗ ਗਈ? ਹਾਂ ਤੇ ਇੰਡੀਵਿਜੂਅਲ ਰਿਸਪੌਂਸਿਬਿਲਟੀ ਇਹ ਸੀਗੀ ਵੀ ਜੇ ਮੰਨ ਕੇ ਚਲੋ ਐਗਰੀਕਲਚਰ ਮਿਨਿਸਟਰ ਢੰਗ ਨਾਲ ਕੰਮ ਨਹੀਂ ਕਰਦਾ ਤੇ ਪੀਐਮ ਨੇ ਕਹਿ ਦੇਣਾ ਵੀ ਹਾਂ ਵੀ ਤੈਨੂੰ ਨਹੀਂ ਅਸੀਂ ਮਿਨਿਸਟਰ ਰੱਖਣਾਗਾ, ਉਹਨੂੰ ਕਹਿ ਦੇਣਾ ਵੀ ਤੂੰ ਰਿਜ਼ਾਈਨ ਦੇ ਵੀ, ਤੋਮਰ ਸਾਹਿਬ ਰਿਜ਼ਾਈਨ ਦਿਓ, ਕਿਸੇ ਨਵੇਂ ਬੰਦੇ ਨੂੰ ਬੰਨ ਦਿਓ। ਜੇ ਤੋਮਰ ਨੇ ਕਹਦਾ ਮੈਂ ਨਹੀਂ ਦਿੰਦਾ ਰਿਜ਼ਾਈਨ, ਪ੍ਰਧਾਨ ਮੰਤਰੀ ਨੇ ਉਹਨੂੰ ਕਹਿ ਦੇਣਾ ਡਿਸਮਿਸ ਕਰ। ਪ੍ਰਧਾਨ ਮੰਤਰੀ ਨੇ ਕੀ ਕਰਨਾ? ਪ੍ਰਧਾਨ ਮੰਤਰੀ ਕੋਲ ਫਿਰ ਕੀ ਆਪਸ਼ਨ ਆ ਵੀ ਜੇ ਕੋਈ ਮਿਨਿਸਟਰ ਕਹਿ ਦੇ ਵੀ ਮੈਂ ਰਿਜ਼ਾਈਨ ਨਹੀਂ ਦਿੰਦਾ ਤੇ ਪ੍ਰਧਾਨ ਮੰਤਰੀ ਨੂੰ ਨਾਲੇ ਇੱਕ ਪਾਸੇ ਉਹ ਅੱਖਾਂ ਵਿਖਾਈ ਜਾਂਦਾ, ਜਿਵੇਂ ਹੁਣ ਬਾਦਲ ਕੇ ਸੀ, ਇੱਕ ਪਾਸੇ ਅੱਖਾਂ ਵਿਖਾਈ ਜਾਂਦਾ, ਦੂਜੇ ਪਾਸੇ ਕਹਿੰਦੇ ਮੈਂ ਰਿਜ਼ਾਈਨ ਵੀ ਨਹੀਂ ਦਿੰਦਾ। ਫਿਰ ਪ੍ਰਾਈਮ ਮਿਨਿਸਟਰ ਨੇ ਪਤਾ ਕੀ ਕਰਨਾ? ਪ੍ਰਾਈਮ ਮਿਨਿਸਟਰ ਨੇ ਆਪ ਦਾ ਰਿਜ਼ਾਈਨ ਦੇ ਦੇਣਾ ਪ੍ਰਧਾਨ ਮੰਤਰੀ ਨੂੰ। ਤੇ ਤੁਸੀਂ ਇਹ ਚੀਜ਼ ਪੜ੍ਹੀ ਆ ਵੀ ਜੇ ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਦੇਤਾ ਤੇ ਸਾਰੇ ਦਾ ਸਾਰਾ ਮੰਤਰੀ ਮੰਡਲ ਟੁੱਟ ਜੂਗਾ। ਜਦੋਂ ਮੰਨ ਕੇ ਚਲੋ ਤੁਹਾਡਾ ਹੈਡ ਹੀ ਰਿਜ਼ਾਈਨ ਦੇ ਗਿਆ, ਹੈਡ ਹੁੰਦਾ ਨਾ ਕਾਉਂਸਲ ਆਫ ਮਿਨਿਸਟਰ ਦਾ, ਉਹ ਜੇ ਹੈਡ ਰਿਜ਼ਾਈਨ ਦੇ ਗਿਆ ਤਾਂ ਦੂਜੇ ਤਾਂ ਸਾਰੇ ਆਟੋਮੈਟਿਕਲੀ ਖਤਮ ਹੋ ਗਏ, ਠੀਕ ਹੈ। ਤੇ ਫਿਰ ਉਹ ਦੁਬਾਰਾ ਫਿਰ ਆਪਦੇ ਬੰਦੇ ਦੱਸ ਦੂਗਾ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਨੂੰ ਵੀ ਆਹ ਬੰਦੇ ਕਰ ਦਿਓ ਜੀ ਨਵੇਂ ਚ, ਜਦੋਂ ਦੁਬਾਰਾ ਬਣੂਗਾ ਉਹ ਦੁਬਾਰਾ ਫਿਰ ਉਹਨੇ ਨਾ ਤੇ ਆਪਦੇ ਬੰਦਿਆਂ ਦੇ ਨਾਂ ਦੇ ਦੇਣੇ ਵੀ ਆਹ ਬੰਦੇ ਆ ਜੀ। ਠੀਕ। ਸਮਝ ਲੱਗ ਗਈ? ਹਾਂ ਬਈ। ਠੀਕ ਹੈ। ਸੋ ਆਹੀ ਗੱਲ ਲਿਖੀ ਹੈ, ਇਟ ਇਜ਼ ਅ ਟੀਮ ਐਂਡ ਇਟਸ ਮੈਂਬਰ ਸਿੰਕ ਐਂਡ ਸਵਿਮ ਟੂਗੇਦਰ। ਇਹ ਗੱਲ ਦਾ ਕੀ ਮਤਲਬ ਆ? ਸਿੰਕ ਐਂਡ ਸਵਿਮ ਦਾ ਵੀ ਮਤਲਬ ਸਿੰਕ ਹੁੰਦਾ ਡੁੱਬਣਾ ਤੇ ਸਵਿਮ ਹੁੰਦਾ ਤੈਰਨਾ, ਵੀ ਉਹਨਾਂ ਦੇ ਇਕੱਠੇ ਹੀ ਡੁੱਬਣਗੇ ਤੇ ਇਕੱਠੇ ਹੀ ਤੈਰਨਗੇ। ਸੋ ਕਲੈਕਟਿਵ ਰਿਸਪੌਂਸਿਬਿਲਟੀ ਵੇਖੋ, ਦੋ ਆਰਟੀਕਲ ਯਾਦ ਰੱਖਣੇ ਆਪਾਂ ਇਹਦੇ ਚੋਂ, ਇੱਕ ਤਾਂ ਆਰਟੀਕਲ 74 ਤੇ ਇੱਕ ਆਰਟੀਕਲ 75। ਆਰਟੀਕਲ 74 ਦੇ ਵਿੱਚ ਕੀ ਲਿਖਿਆ? ਆਰਟੀਕਲ 74 ਦੇ ਵਿੱਚ ਲਿਖਿਆ there shall be a council of minister to aid and advise the president। ਸੋ ਪ੍ਰੈਜ਼ੀਡੈਂਟ ਨੂੰ ਐਡਵਾਈਸ ਕਰਨ ਵਾਸਤੇ ਕੀ ਹੋਊਗੀ? ਪੀਐਮ ਤੇ ਉਹਦੀ ਕਾਉਂਸਲ ਆਫ ਮਿਨਿਸਟਰ ਹੋਊਗੀ। ਸਮਝ ਲੱਗੀ? ਸੋ ਇਹ ਚੀਜ਼ ਦਾ ਕੀ ਮਤਲਬ ਬਣਦਾ? ਇਹ ਚੀਜ਼ ਦਾ ਮਤਲਬ ਇਹ ਬਣਦਾ ਵੀ ਇਹ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਸੋ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੇ ਵਿੱਚ ਹੀ ਹੁੰਦਾ ਨਾ ਵੀ ਹਾਂ ਵੀ ਜਿਹੜਾ ਰਾਸ਼ਟਰਪਤੀ ਆ ਉਹ ਕਿਹਦੀ ਸਲਾਹ ਨਾਲ ਕੰਮ ਕਰਦਾ? ਪ੍ਰਧਾਨ ਮੰਤਰੀ ਨਾਲ, ਕਿਉਂਕਿ ਪ੍ਰਧਾਨ ਮੰਤਰੀ ਅਸਲੀ ਕਾਰਜਪਾਲਕ ਹੋ ਜਾਂਦੀ ਹੈ ਤੇ ਰਾਸ਼ਟਰਪਤੀ ਕੀ ਹੋ ਜਾਂਦਾ? ਨਾ ਮਾਤਰ ਕਾਰਜਪਾਲਕ। ਰਾਸ਼ਟਰਪਤੀ ਹੁੰਦਾ ਨੋਮੀਨਲ ਹੈਡ ਤੇ ਪ੍ਰਧਾਨ ਮੰਤਰੀ ਹੁੰਦਾ ਰੀਅਲ ਹੈਡ। ਸੋ ਉਹ ਚੀਜ਼ ਹੈ, ਠੀਕ ਹੈ। ਸੋ ਆਰਟੀਕਲ 74 ਦੱਸ ਰਿਹਾ ਉਹ ਜੀ, ਉਹਦੇ ਚ ਲਿਖਿਆ देयर शैल बी अ ਕਾਉਂਸਲ ਆਫ ਮਿਨਿਸਟਰ ਟੂ ਏਡ ਐਂਡ ਐਡਵਾਈਸ ਪ੍ਰਾਈਮ ਮਿਨਿਸਟਰ। ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਗ੍ਰਾਮਰ ਦੀ ਇੱਕ ਚੀਜ਼ ਦੱਸਣ ਲੱਗਿਆ, ਕਿਉਂਕਿ ਇੰਗਲਿਸ਼ ਪੜ੍ਹਨ ਜ਼ਰੂਰੀ ਹੁੰਦਾ। ਵੈਸੇ ਜਦੋਂ ਆਪਾਂ ਟੈਂਸ ਕਰਦੇ ਹਾਂ ਉੱਥੇ ਆਪਾਂ ਕੀ ਕਹਿੰਦੇ ਹੁੰਦੇ ਆ? ਸ਼ੈਲ ਕਿਹਦੇ ਨਾਲ ਲੱਗਦਾ? ਆਈ ਤੇ ਵੀ ਦੇ ਨਾਲ ਸ਼ੈਲ ਲੱਗਦਾ ਤੇ ਬਾਕੀ ਸਾਰਿਆਂ ਨਾਲ ਵਿਲ ਲੱਗਦਾ, ਹਨਾ? ਤੇ ਪਰ ਜੇ ਆਈ ਦੇ ਨਾਲ ਵਿਲ ਆ ਜੇ ਤੇ ਬਾਕੀਆਂ ਦੇ ਨਾਲ ਸ਼ੈਲ ਆ ਰਿਹਾ ਹੋਵੇ, ਉਹ ਚੀਜ਼ ਕੋਈ ਟੈਂਸ ਨਹੀਂ ਦੱਸ ਰਹੀ ਵੀ ਇਹ ਫਿਊਚਰ ਦੀ ਗੱਲ ਆ, ਉਹ ਫਿਊਚਰ ਬਾਰੇ ਨਹੀਂ ਦੱਸ ਰਹੀ ਹੁੰਦੀ, ਉਹਦਾ ਪੱਕਾ ਨਿਰਣਾ ਹੁੰਦਾ ਵੀ ਉਹ ਚੀਜ਼ ਉਵੇਂ ਹੋਣੀ ਚਾਹੀਦੀ ਹੁੰਦੀ ਹੈ। ਜਿਵੇਂ ਹੁਣ ਮੈਂ ਤੁਹਾਨੂੰ ਇੱਥੇ ਵਰਡ ਯੂਜ਼ ਕੀਤਾ देयर शैल, ਵੈਸੇ देयर ਵਿਲ ਲੱਗਣਾ ਚਾਹੀਦਾ ਜੇ ਫਿਊਚਰ ਦੀ ਗੱਲ ਕਰੀਏ ਤਾਂ। ਹਾਂ ਬਈ। ਪਰ ਮੈਂ ਤੁਹਾਨੂੰ ਕੀ ਕਿਹਾ ਨਾ, देयर शैल ਵੀ ਆ ਵੀ ਹੋਣਾ ਹੀ ਚਾਹੀਦਾ, ਇਹ ਤੋਂ ਬਿਨਾਂ ਗੱਲ ਨਹੀਂ ਬਣਨੀ। देयर शैल बी अ ਕਾਉਂਸਲ ਆਫ ਮਿਨਿਸਟਰ ਟੂ ਏਡ ਐਂਡ ਐਡਵਾਈਸ ਪ੍ਰੈਜ਼ੀਡੈਂਟ। ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਇੰਡੀਆ ਦੇ ਵਿੱਚ ਕਿਹੜੀ ਗਵਰਨਮੈਂਟ ਆ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ ਨਾ, ਪ੍ਰੈਜ਼ੀਡੈਂਸ਼ੀਅਲ ਤਾਂ ਹੈ ਨਹੀਂ। ਸੋ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੀ ਇਹ ਪਹਿਲੀ ਸ਼ਰਤ ਆ ਵੀ ਉੱਥੇ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਉਹ ਕੀ ਹੁੰਦਾ? ਨੋਮੀਨਲ ਹੈਡ ਹੁੰਦਾ, ਰੀਅਲ ਹੈਡ ਹੁੰਦਾ ਕਾਉਂਸਲ ਆਫ ਮਿਨਿਸਟਰ। ਸੋ ਕਾਉਂਸਲ ਆਫ ਮਿਨਿਸਟਰ ਨਹੀਂ ਤਾਂ ਕੰਮ ਕਰਨੇ, ਤੇ ਜੇ ਉਹੀ ਨਾ ਹੋਊਗੀ ਤਾਂ ਫਿਰ ਪ੍ਰੈਜ਼ੀਡੈਂਟ ਤਾਂ ਕੰਮ ਕਰ ਹੀ ਨਹੀਂ ਸਕਦਾ। ਤਾਂ ਕਰਕੇ ਸ਼ੈਲ ਲਾਇਆ ਇੱਥੇ ਵਰਡ, देयर शैल बी अ ਕਾਉਂਸਲ ਆਫ ਮਿਨਿਸਟਰ। ਕਾਦੇ ਵਾਸਤੇ? ਟੂ ਏਡ, ਉਹਦੀ ਮਦਦ ਕਰਨ ਵਾਸਤੇ, ਐਂਡ ਐਡਵਾਈਸ ਪ੍ਰੈਜ਼ੀਡੈਂਟ। ਉਹ ਕੀ ਹੈ? ਆਰਟੀਕਲ 74।
ਠੀਕ ਹੈ। ਆਰਟੀਕਲ 74 ਜੇ ਹੁਣ ਮੰਨ ਕੇ ਲਓ, ਇੱਕ ਮਿੰਟ, ਆਰਟੀਕਲ 74 ਕੀ ਹੈ? ਹੈਲੋ ਹੈਲੋ ਹੈਲੋ, ਹਾਂ ਬਈ, ਹੈਲੋ, ਹਾਂ ਹਾਂ, ਹਾਂ ਬਈ, ਆਰਟੀਕਲ ਜਿਹੜਾ 74 ਆ, ਇਹ ਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਜਿਹਨੂੰ ਦੋ ਸ਼ਬਦਾਂ 'ਚ ਹੀ ਕਹਿਣਾ। ਆਰਟੀਕਲ 74 ਇੱਥੇ ਤਾਂ ਹੈ ਨਹੀਂ ਕਿਤੇ। ਇੱਥੇ ਯਾਰ ਲੱਭਿਆ ਹੀ ਇਹਨਾਂ ਨਹੀਂ ਨੇ ਨਹੀਂ ਲਿਖਿਆ, ਮੈਂ ਤਾਂ ਹੀ ਤੁਹਾਨੂੰ ਕਰਾਈ ਜਾਂਦਾ, ਉਹ ਇੰਪੋਰਟੈਂਟ। ਠੀਕ। ਪਾਰਲੀਮੈਂਟਰੀ ਆਫ ਫਾਰਮ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਪ੍ਰੈਜ਼ੀਡੈਂਟ ਦਾ ਆਫਿਸ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੋਇਆ, ਤੁਸੀਂ ਕਿਹਾ ਜੀ ਆਰਟੀਕਲ 52 ਚ। ਜੇ ਮੈਂ ਕਹਦਾ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ, ਤੁਸੀਂ ਕਿਹਾ ਆਰਟੀਕਲ 61। ਜੀ। ਜੇ ਮੈਂ ਕਹਦਾ ਪਾਰਡਨਿੰਗ ਪਾਵਰ ਆਫ ਪ੍ਰੈਜ਼ੀਡੈਂਟ, ਤੁਸੀਂ ਕਹਦਾ ਆਰਟੀਕਲ 72। ਆਰਟੀਕਲ 72। ਜੇ ਮੈਂ ਤੁਹਾਨੂੰ ਕਹਿਦਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਤੁਸੀਂ ਕਹਿ ਦੇਣਾ ਆਰਟੀਕਲ 74। 74। ਠੀਕ ਹੈ। ਠੀਕ ਹੈ ਜੀ। ਤੇ ਜੇ ਮੈਂ ਤੁਹਾਨੂੰ ਕਹਿਦਾ ਕਲੈਕਟਿਵ ਰਿਸਪੌਂਸਿਬਿਲਟੀ, ਕਲੈਕਟਿਵ 75। ਹਾਂ ਠੀਕ ਹੈ। ਕਲੈਕਟਿਵ ਰਿਸਪੌਂਸਿਬਿਲਟੀ ਕਿਹਦੇ ਤਰਫ ਹੈ? ਰਾਜ ਸਭਾ ਦੀ ਤਰਫ। ਰਾਜ ਸਭਾ ਨੂੰ ਕਲੈਕਟਿਵ ਰਿਸਪੌਂਸਿਬਲ ਹੈ, ਫਿਰ ਲੋਕ ਸਭਾ ਨੂੰ। ਲੋਕ ਸਭਾ ਨੂੰ। ਲੋਕ ਸਭਾ ਨੂੰ। ਕਿਉਂ ਰਾਜ ਸਭਾ ਨੂੰ ਕਾਹਤੋਂ ਨਹੀਂ? ਲੋਕ ਸਭਾ ਲਿਖਿਆ ਇਹਨਾਂ ਨੇ ਤੇ ਇੱਥੇ। ਇੱਥੇ ਲਿਖਣ ਲੱਗ ਨਾ ਮਤਲਬ। ਹੈਲੋ, ਆਵਾਜ਼ ਬੰਦ ਹੋ ਗਿਆ। ਮੈਂ ਕਿਹਾ ਵੀ ਉਹ ਲੋਕ ਸਭਾ ਨੂੰ ਕਿਉਂ, ਰਾਜ ਸਭਾ ਨੂੰ ਕਿਉਂ ਨਹੀਂ? ਉਹ ਦੱਸੇ ਨਹੀਂ ਤੂੰ, ਲੋਕ ਸਭਾ ਆਖਿਆ ਉਹਦੇ ਚ ਬਰਫੀ। ਚੀਜ਼ ਪਤਾ ਕੀ ਹੁੰਦੀ ਆ, ਜੇ ਰਾਜ ਸਭਾ ਦੇ ਵਿੱਚ ਵੋਟਾਂ ਪਾਉਣਗੇ, ਹੁਣ ਮੈਂ ਤੁਹਾਨੂੰ ਕਿਹਾ ਨਾ ਵੀ ਲੋਕ ਸਭਾ ਦੇ ਵਿੱਚ ਜੇ ਇਹਨਾਂ ਨੂੰ ਵੋਟਾਂ ਸਰਕਾਰ ਨੂੰ ਨਾ ਪਈਆਂ ਤੇ ਸਰਕਾਰ ਕੀ ਹੋ ਜੂਗੀ? ਡਿੱਗ ਪੂਗੀ। ਨੋ ਕੌਨਫੀਡੈਂਸ ਮੋਸ਼ਨ ਆ ਜਿਹੜਾ, ਉਹ ਲੋਕ ਸਭਾ ਦੇ ਵਿੱਚ ਚੱਲਦਾ। ਰਾਜ ਸਭਾ ਦੇ ਵਿੱਚ ਤਾਂ ਨੋ ਕੌਨਫੀਡੈਂਸ ਮੋਸ਼ਨ ਲਿਆ ਹੀ ਨਹੀਂ ਸਕਦੇ। ਵੀ ਜੇ ਹੁਣ ਮੰਨ ਕੇ ਰਾਜ ਸਭਾ ਨੇ ਵੋਟਾਂ ਪਾ ਵੀ ਦਿੱਤੀਆਂ ਹਨਾ, ਵੀ ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਨਹੀਂ ਮੁੱਖ ਮੰਤਰੀ ਨੂੰ ਪਸੰਦ ਕਰਦੇ, ਪ੍ਰਧਾਨ ਮੰਤਰੀ ਨੂੰ, ਤੇ ਫਿਰ ਕਿਹੜਾ ਸਰਕਾਰ ਡਿੱਗ ਪੂਗੀ? ਕਿਉਂਕਿ ਸਰਕਾਰ ਕਿੱਧਰੋਂ ਬਣਦੀ ਹੈ? ਲੋਕ ਸਭਾ। ਤੁਹਾਨੂੰ ਦੱਸਿਆ ਨਾ ਵੀ ਜਦੋਂ ਮੋਦੀ 2014 ਦੇ ਵਿੱਚ ਆਇਆ, ਲੋਕ ਸਭਾ 'ਚ ਬਹੁਮਤ ਸੀਗਾ, ਰਾਜ ਸਭਾ 'ਚ ਤਾਂ ਬਹੁਮਤ ਉਦੋਂ ਵੀ ਹੈ ਨਹੀਂ ਸੀ। ਉਸ ਹਿਸਾਬ ਨਾਲ ਤਾਂ ਫਿਰ ਉਹਦੀ ਮੋਦੀ ਦੀ ਸਰਕਾਰ ਪਹਿਲਾਂ ਹੀ ਨਹੀਂ ਬਣਨੀ ਸੀ। ਠੀਕ ਹੈ। ਸੋ ਕਹਿਣਾ ਤਾਂ ਦੂਜੇ ਸ਼ਬਦਾਂ 'ਚ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਵੀ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਆ ਜਾਂ ਕੌਨਫੀਡੈਂਸ ਮੋਸ਼ਨ ਆ, ਉਹ ਕਿਹੜੇ ਹਾਊਸ ਦੇ ਵਿੱਚ ਆਊਗਾ? ਲੋਕ ਸਭਾ ਚ। ਲੋਕ ਸਭਾ 'ਚ ਹੀ ਆਊਗਾ। ਜੇ ਨੋ ਕੌਨਫੀਡੈਂਸ ਮੋਸ਼ਨ ਹੀ ਲੋਕ ਸਭਾ 'ਚ ਆਊਗਾ ਹਨਾ, ਤੇ ਫਿਰ ਰਿਸਪੌਂਸਿਬਿਲਟੀ ਵੀ ਕਿਹਨੂੰ ਆ ਉਹਨਾਂ ਦੀ? ਲੋਕ ਸਭਾ ਨੂੰ ਹੀ ਆ। ਰਾਜ ਸਭਾ ਵਾਲੇ ਕੋਈ ਸਵਾਲ ਪੁੱਛਣ ਮੰਤਰੀ ਤੋਂ, ਉਹ ਜਵਾਬ ਦੇਵੇ ਨਾ ਦੇਵੇ, ਵੀ ਉਹ ਚੱਲ ਜਾਂਦੀਆਂ ਚੀਜ਼ਾਂ। ਵੀ ਉਹ ਵੱਧ ਤੋਂ ਵੱਧ ਰਾਜ ਸਭਾ ਕੀ ਕਰ ਸਕਦੀ ਹੈ? ਉਹ ਭੰਡੀ ਕਰ ਸਕਦੀ ਹੈ ਉਹਨਾਂ ਦੀ, ਪੂਰਾ ਦੱਬ ਕੇ। ਵੀ ਕਹਿਣ ਦਾ ਮਤਲਬ ਜਦੋਂ ਭਾਸ਼ਣ ਹੋਊਗਾ ਉਹਨਾਂ ਦੀ, ਵੀ ਜਿਹੜੀ ਉਹ ਸੈਸ਼ਨ ਚੱਲਦੇ ਆ, ਸੈਸ਼ਨ ਦੇ ਵਿੱਚ ਪੂਰੀਆਂ ਗਾਲਾਂ ਕੱਢ ਸਕਦੀ ਹੈ ਸਰਕਾਰ ਨੂੰ, ਪਰ ਐਕਸ਼ਨ ਕੋਈ ਨਹੀਂ ਲੈ ਸਕਦੀ ਰਾਜ ਸਭਾ। ਮੀਡੀਆ ਦੇ ਵਿੱਚ ਆ ਸਕਦੀ ਵੀ ਉਹ ਫਲਾਣੇ ਮੰਤਰੀ ਨੇ ਉਹ ਐਂ ਕਿਹਾ ਸਰਕਾਰ ਨੂੰ, ਫਲਾਣੇ ਮੰਤਰੀ ਨੇ ਐਂ ਕਹਿਦਾ, ਠੀਕ ਹੈ, ਪਰ ਐਕਸ਼ਨ ਨਹੀਂ ਵੀ ਲੈ ਸਕਦੀ। ਐਕਸ਼ਨ ਕੌਣ ਲਊਗੀ? ਲੋਕ ਸਭਾ। ਸੋ ਨੋ ਕੌਨਫੀਡੈਂਸ ਮੋਸ਼ਨ ਕਿੱਥੇ ਪਾਸ ਹੋ ਸਕਦਾ? ਕੱਲੀ ਲੋਕ ਸਭਾ 'ਚ। ਤੇ ਜੇ ਸਰਕਾਰ ਆਪਾਂ ਕਹੀਏ ਕਲੈਕਟਿਵ ਰਿਸਪੌਂਸਿਬਿਲਟੀ ਹੈ ਸਰਕਾਰ ਦੀ, ਉਹ ਕਿਹਨੂੰ ਆ? ਲੋਕ ਸਭਾ ਨੂੰ ਕਿ ਰਾਜ ਸਭਾ ਨੂੰ? ਲੋਕ ਸਭਾ ਨੂੰ। ਹਾਂ ਨਾ ਯਾਰ, ਸਹੀ ਨਹੀਂ ਚੱਲਦਾ ਬਈ ਇੱਥੇ। ਚੱਲ ਆ ਕੋਈ ਨਾ, ਵੇਖ ਲਓਗੇ ਨਾ, ਸਮਝ ਲੱਗ ਜੂਗੀ ਨਾ। ਹਾਂ ਬਈ, ਆਹ ਲਿਖ ਲਿਓ ਸਾਰਿਆਂ ਨੇ। ਸੋ ਇਹ ਆਰਟੀਕਲ 74 75 ਵੀ ਯਾਦ ਰੱਖ ਲੈਣਾ, ਠੀਕ ਹੈ। 78 ਨਾ ਯਾਦ ਰੱਖਿਓ, 78 ਵਾਲਾ ਮੈਂ ਤੁਹਾਨੂੰ ਨਹੀਂ ਕਿਹਾਗਾ। ਫਿਰ ਬਸ 74 75 ਤੁਹਾਡੇ ਯਾਦ ਹੋ ਗਿਆ। ਅੱਗੇ ਵੇਖੋ 76 ਵੀ ਤੁਹਾਡੇ ਯਾਦ ਹੋ ਜੂਗੀ, ਕਿਉਂਕਿ 76 ਜਿਹੜਾ ਉਹ ਅਟਾਰਨੀ ਜਨਰਲ ਵਾਲਾ, ਉਹ ਤਾਂ ਆਪਾਂ ਰੱਖਣਾ ਹੀ ਰੱਖਣਾ। ਠੀਕ ਹੈ। ਅਟਾਰਨੀ ਜਨਰਲ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਮੁੱਖ ਵਕੀਲ ਹੁੰਦਾ ਸਰਕਾਰ ਦਾ। ਸੋ ਅੱਗੇ ਕੀ ਲਿਖਿਆ? ਨੋ ਲੀਗਲ ਰਿਸਪੌਂਸਿਬਿਲਟੀ। ਨੋ ਲੀਗਲ ਰਿਸਪੌਂਸਿਬਿਲਟੀ ਦਾ ਕੀ ਮਤਲਬ ਆ? ਹਾਂ ਵੀ ਕਲੈਕਟਿਵ ਰਿਸਪੌਂਸਿਬਿਲਟੀ ਹੈ, ਲੀਗਲ ਰਿਸਪੌਂਸਿਬਿਲਟੀ ਨਹੀਂ। ਵੀ ਕੱਲ ਨੂੰ ਕੋਈ ਬੰਦਾ ਜਾ ਕੇ ਹਰਜੀਤ ਜਾ ਕੇ ਉੱਥੇ ਸੁਪਰੀਮ ਕੋਰਟ 'ਚ ਕੇਸ ਕਰਦੇ ਵੀ ਉਹ ਮੰਤਰੀ ਐਗਰੀਕਲਚਰ ਮਿਨਿਸਟਰ ਤਾਂ ਕੰਮ ਹੀ ਨਹੀਂ ਕਰਦਾ ਪਿਆ, ਕੋਰਟ ਨਹੀਂ ਕਹਿ ਸਕਦੀ ਵੀ ਤੁਸੀਂ ਕੰਮ ਕਰੋ। ਲੋਕ ਸਭਾ ਕਹਿ ਸਕਦੀ ਹੈ। ਸਮਝ ਲੱਗ ਗਈ? ਲੀਗਲ ਨਹੀਂ, ਲੀਗਲ ਰਿਸਪੌਂਸਿਬਿਲਟੀ ਕੋਈ ਨਹੀਂ। ਜਿੱਥੇ ਲੀਗਲ ਵਰਡ ਆ ਗਿਆ ਉੱਥੇ ਕੋਰਟ ਨਾਲ ਸੰਬੰਧਿਤ ਗੱਲ ਆ ਜਾਂਦੀ ਹੈ। ਜਿੱਥੇ ਐਗਜ਼ੈਕਟਿਵ ਗੱਲ ਆ ਗਿਆ,
ਵਰਡ ਆ ਗਿਆ ਉੱਥੇ ਉਹ ਚੀਜ਼ ਨੂੰ ਲਾਗੂ ਕਰਨ ਨਾਲ ਹਨਾ ਮੈਨੇਜ ਕਰਨ ਨਾਲ ਸੰਬੰਧਿਤ ਗੱਲ ਆ ਜਾਂਦੀ ਹੈ। ਜਿੱਥੇ ਲੈਜਿਸਲੇਟਿਵ ਵਰਡ ਆ ਗਿਆ ਉੱਥੇ ਕਾਨੂੰਨ ਬਣਾਉਣ ਨਾਲ ਜਾਂ ਕਿਸੇ ਮਤਾ ਬਣਾਉਣ ਨਾਲ ਗੱਲ ਆ ਜਾਂਦੀ ਹੈ। ਕਲੀਅਰ? ਹਾਂ ਬਈ So no legal responsibility. There is no provision in the constitution for a system of legal responsibility of a minister in India. While in Britain there is legal responsibility of a minister also. ਠੀਕ ਹੈ, ਜਿੱਥੋਂ ਆਪਾਂ ਇਹ ਕਨਸੈਪਟ ਲਿਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ ਬ੍ਰਿਟੇਨ ਤੋਂ, ਉੱਥੇ ਜਿਹੜੇ ਮਿਨਿਸਟਰ ਆ ਉਹਨਾਂ ਦੀ ਲੀਗਲ ਰਿਸਪੌਂਸਿਬਿਲਟੀ ਵੀ ਆ ਵੀ ਲੋਕੀ ਉਹਨਾਂ ਨੂੰ ਘੜੀਸ ਸਕਦੇ ਆ ਕੋਰਟਾਂ ਦੇ ਵਿੱਚ ਵੀ ਤੁਸੀਂ ਐਂ ਕਿਹਾ ਸੀਗਾ ਤੁਸੀਂ ਕਰਦੇ ਨਹੀਂ ਪਏਗੇ। ਇੱਥੇ ਤਾਂ ਲੋਕੀ ਸਿਰਫ ਕੀ ਕਰ ਸਕਦੇ ਆ, ਇਕੱਲੀ ਲੋਕ ਸਭਾ ਦੇ ਵਿੱਚ ਲੋਕ ਸਭਾ ਦੰਡ ਦੇ ਸਕਦੀ ਹੈ, ਲੋਕ ਸਭਾ ਹੀ ਪਨਿਸ਼ ਕਰ ਸਕਦੀ ਹੈ ਕਿਹਨੂੰ, ਮਿਨਿਸਟਰਸ ਨੂੰ। ਵੀ ਲੋਕ ਸਭਾ ਕਹਿਣ ਦਾ ਮਤਲਬ ਨੋ ਕੰਫੀਡੈਂਸ ਮੋਸ਼ਨ ਪਾਸ ਕਰਦੇ ਤੇ ਉਹ ਜ਼ੀਰੋ ਹੋ ਜਾਣਗੇ। ਪਰ ਨਾ ਕੋਈ ਕੋਰਟ 'ਚ ਕੇਸ ਲੱਗ ਸਕਦਾ, ਨਾ ਹੀ ਰਾਜ ਸਭਾ ਕੁਝ ਕਰ ਸਕਦੀ ਹੈ, ਠੀਕ ਹੈ। ਪਰ ਬ੍ਰਿਟੇਨ ਦੇ ਵਿੱਚ ਉਹ ਕਰ ਸਕਦੇ। ਸੋ ਆਹ ਸਿਰਫ ਇੱਕ ਹਲਕੀ ਫੁਲਕੀ ਚੀਜ਼ ਯਾਦ ਰੱਖਣੀ ਹੈ। ਬ੍ਰਿਟੇਨ 'ਚ ਇਹ ਹੋ ਜਾਂਦਾ ਵੀ ਕੋਈ ਇਹਨੂੰ ਰੱਟਾ ਲਾਉਣ ਦੀ ਨਹੀਂ ਲੋੜ, ਇਹ ਤੁਹਾਨੂੰ ਪੇਪਰ 'ਚ ਨਹੀਂ ਹੋਣਾ ਬ੍ਰਿਟੇਨ ਵਾਲੀ ਗੱਲ। ਪਰ ਆਪਾਂ ਇਹ ਚੀਜ਼ ਜ਼ਰੂਰ ਯਾਦ ਰੱਖਣੀ ਵੀ ਆਪਣੀ ਲੀਗਲ ਰਿਸਪੌਂਸਿਬਿਲਟੀ ਹੈ ਨਹੀਂ ਗੀ। ਤੂੰ ਹੁਣ ਕਹਿ ਦੇ ਵੀ ਕੱਲ ਨੂੰ ਤੋਮਰ ਦੇ ਖਿਲਾਫ ਉੱਠ ਕੇ ਆਪਾਂ ਜਾ ਵੜ ਗਏ ਵੀ ਆਪਾਂ ਕੇਸ ਕਰ ਦਈਏ ਵੀ ਉਹਨੇ ਐਂ ਵਾਅਦਾ ਕੀਤਾ ਸੀ, ਐਂ ਕਰੀ ਜਾਂਦਾ ਨਾ। ਠੀਕ ਆ, ਠੀਕ ਹੈ ਜੀ। ਚੱਲ ਗਏ ਅੱਗੇ? ਹਾਂ ਬਈ। ਹਾਂ ਬਈ। ਕਲੀਅਰ ਆ ਸਾਰਾ ਬਈ? ਹਾਂ ਬਈ। ਅੱਛਾ, ਅੱਗੇ ਆ ਗਏ ਟਾਈਪਸ ਆਫ ਮਿਨਿਸਟਰ। ਮਿਨਿਸਟਰ ਹੁੰਦੇ ਆ ਤਿੰਨ ਤਰ੍ਹਾਂ ਦੇ ਮੇਨਲੀ। ਕਿੰਨੇ ਤਰ੍ਹਾਂ ਦੇ ਹੁੰਦੇ ਆ? ਤਿੰਨ ਤਰ੍ਹਾਂ ਦੇ। ਕਿਹੜੇ ਕਿਹੜੇ ਆ? ਕੈਬਨਿਟ, ਸਟੇਟ ਤੇ ਡਿਪਟੀ ਮਿਨਿਸਟਰ। ਕੈਬਨਿਟ ਮਿਨਿਸਟਰ, ਮਿਨਿਸਟਰ ਆਫ ਸਟੇਟ ਤੇ ਡਿਪਟੀ ਮਿਨਿਸਟਰ। ਜਿਹੜੇ ਸਾਰਿਆਂ ਤੋਂ ਹਾਈਐਸਟ ਲੈਵਲ ਦੇ ਮਿਨਿਸਟਰ ਹੁੰਦੇ ਆ, ਸਾਰਿਆਂ ਤੋਂ ਵਧੀਆ ਮਿਨਿਸਟਰ ਜਿਹੜੇ ਸਾਰਿਆਂ ਤੋਂ ਉੱਪਰਲੇ ਲੈਵਲ ਦੇ, ਉਹ ਹੁੰਦੇ ਆ ਕੈਬਨਿਟ ਮਿਨਿਸਟਰ। 2 ਨੰਬਰ ਤੇ ਆਉਂਦੇ ਮਿਨਿਸਟਰ ਆਫ ਸਟੇਟ ਤੇ 3 ਨੰਬਰ ਤੇ ਆਉਂਦੇ ਆ ਡਿਪਟੀ ਮਿਨਿਸਟਰ। ਠੀਕ ਹੈ। ਸੋ ਜਿਹੜਾ ਕੈਬਨਿਟ ਮਿਨਿਸਟਰ ਦੀ ਸਾਰਿਆਂ ਤੋਂ ਵੱਡੀ ਪਛਾਣ ਕੀ ਹੁੰਦੀ ਹੈ ਵੀ ਉਹ ਕੈਬਨਿਟ ਮਿਨਿਸਟਰ ਹੈ, ਉਹਨਾਂ ਕੋਲੇ ਇੰਡੀਪੈਂਡੈਂਟ ਮਿਨਿਸਟਰੀ ਹੁੰਦੀ ਹੈ। ਮਤਲਬ ਜਿਹੜੇ ਕੈਬਨਿਟ ਮਿਨਿਸਟਰ ਹੋਣਗੇ ਉਹਨਾਂ ਕੋਲੇ ਘੱਟੋ ਘੱਟ ਇੱਕ ਮਿਨਿਸਟਰੀ ਜ਼ਰੂਰ ਹੋਊਗੀ ਇਕੱਲੇ ਕੋਲੇ, ਇਕੱਲੇ ਬੰਦੇ ਕੋਲੇ। ਜਿਵੇਂ ਮੰਨ ਕੇ ਚਲੋ ਜੇ ਹੈਲਥ ਮਿਨਿਸਟਰੀ ਆ ਹਨਾ, ਉਹ ਇੱਕ ਬੰਦੇ ਕੋਲੇ ਆ। ਫਿਰ ਜਿਵੇਂ ਹੁਣ ਐਗਰੀਕਲਚਰ ਮਿਨਿਸਟਰੀ ਆ ਹਨਾ, ਉਹ ਜਿਵੇਂ ਤੋਮਰ ਕੋਲੇ ਆ ਗਈ। ਜਾਂ ਬਾਦਲ ਸੀ ਜਿਵੇਂ ਪਹਿਲਾਂ ਹਰਸਿਮਰਤ ਬਾਦਲ, ਉਹਦੇ ਕੋਲੇ ਕਿਹੜੀ ਮਿਨਿਸਟਰੀ ਸੀਗੀ? ਫੂਡ ਪ੍ਰੋਸੈਸਿੰਗ। ਜਿਵੇਂ ਪੀਯੂਸ਼ ਗੋਇਲ ਇਹ ਕੀ ਜੀ ਆ? ਇਹ ਰੇਲਵੇ ਮਿਨਿਸਟਰੀ ਸੀਗੀ ਇਹਦੇ ਕੋਲੇ ਪਹਿਲਾਂ। ਹੁਣ ਤਾਂ ਇਹ ਲੀਡਰ ਆਫ ਹਾਊਸ ਬਣਾਤਾ ਨਾ ਰਾਜ ਸਭਾ ਦਾ। ਸੋ ਪਹਿਲਾਂ ਇਹਦੇ ਕੋਲੇ ਰੇਲਵੇ ਮਿਨਿਸਟਰੀ ਸੀ। ਆਪਾਂ ਪਹਿਲਾਂ ਦੀ ਗੱਲ ਕਰਦੇ ਹਾਂ ਹਨਾ। ਸੋ ਕਹਿਣ ਦਾ ਮਤਲਬ ਕੀ ਆ ਵੀ ਜਿਨ੍ਹਾਂ ਕੋਲੇ ਆਪਦੀ ਮਿਨਿਸਟਰੀ ਹੈਗੀ ਆ ਇੰਡੀਪੈਂਡੈਂਟ, ਕੱਲਿਆਂ ਕੋਲੇ ਇੱਕ ਮਿਨਿਸਟਰੀ ਹੈਗੀ ਆ, ਉਹ ਸਾਰੇ ਦੇ ਸਾਰੇ ਕੀ ਹੋਣਗੇ? ਉਹ ਕੈਬਨਿਟ ਮਿਨਿਸਟਰ ਹੋਣਗੇ। ਕੈਬਨਿਟ ਮਿਨਿਸਟਰ ਹੋਊ ਹੀ ਉਹ ਬੰਦਾ ਜਿਹਦੇ ਕੋਲੇ ਇੰਡੀਪੈਂਡੈਂਟ ਮਿਨਿਸਟਰੀ ਦਾ ਚਾਰਜ ਹੈਗਾ। ਸਮਝ ਲੱਗ ਗਈ? ਸਾਰਿਆਂ ਤੋਂ ਵੱਡੀ ਕੈਬਨਿਟ ਮਿਨਿਸਟਰ ਦੀ ਇਹੀ ਪਛਾਣ ਆ। ਪੜ੍ਹ ਲਓ ਲਾਈਨ। ਅਗਲੇ ਉਹਦਾ ਵੀ ਸੁਣ ਲਓ, ਅਗਲੇ ਦਾ ਵੀ। ਜਿਹੜਾ ਹੁੰਦਾ ਆਪਣਾ ਮਿਨਿਸਟਰ ਆਫ ਸਟੇਟ, ਉਹਨਾਂ ਕੋਲੇ ਇੰਡੀਪੈਂਡੈਂਟ ਮਿਨਿਸਟਰੀ ਹੋ ਵੀ ਸਕਦੀ ਹੈ ਤੇ ਨਹੀਂ ਵੀ ਉਹਨਾਂ ਦੀ ਜ਼ਰੂਰੀ ਕੰਡੀਸ਼ਨ ਨਹੀਂ। ਕਈ ਵਾਰੀ ਸਰਕਾਰ ਦੇ ਦਿੰਦੀ ਹੈ ਮਿਨਿਸਟਰ ਆਫ ਸਟੇਟ ਨੂੰ ਵੀ, ਕਈ ਵਾਰੀ ਉਹ ਦੇ ਦਿੰਦੀ ਆ ਵੀ ਰਿਸਪੌਂਸਿਬਿਲਟੀ ਇੱਕ ਮਿਨਿਸਟਰੀ ਦੀ। ਪਰ ਉਹ ਕੋਈ ਐ ਜ਼ਰੂਰੀ ਨਹੀਂ ਹੁੰਦਾ ਵੀ ਉਹ ਹੋਣੀ ਚਾਹੀਦੀ। ਪਰ ਕੈਬਨਿਟ ਮਿਨਿਸਟਰ ਕੋਲੇ ਹੋ ਹੀ ਹੋ। ਕੈਬਨਿਟ ਮਿਨਿਸਟਰ ਦੇ ਆਰ ਦਾ ਰੀਅਲ ਪਾਲਿਸੀ ਮੇਕਰ। ਜੇ ਤੁਹਾਡੇ ਯਾਦ ਹੋਵੇ, ਮੈਂ ਤੁਹਾਨੂੰ ਉਦੋਂ ਵੀ ਇਹੀ ਗੱਲ ਕਿਹਾ ਸੀ ਵੀ ਅਸਲੀ ਸਰਕਾਰ ਕੌਣ ਆ? ਕੈਬਨਿਟ ਹੀ ਹੁੰਦੀ ਹੈ। ਕੈਬਨਿਟ। ਠੀਕ ਹੈ। ਸੋ ਉਹੀ ਵੀ ਪਾਲਿਸੀ ਸਰਕਾਰ ਨੇ ਕੀ ਬਣਾਉਣੀ, ਪਾਲਿਸੀ। ਉਹੀ ਪਾਲਿਸੀ ਵੇਖੋ, ਉਹ ਪਾਲਿਸੀ ਬਣਾ ਰਹੇ ਆ ਇਹੀ ਬੰਦਿਆਂ ਨੇ ਵੀ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ। ਮੈਂ ਤੁਹਾਨੂੰ ਕਹੀ ਜਾਂਦਾ ਪਾਰਲੀਮੈਂਟ ਦੇ ਵਿੱਚ ਹਨਾ ਵੀ ਕਿਹੋ ਜਿਹਾ ਕਾਨੂੰਨ ਲੈ ਕੇ ਆਉਣਾ। ਕਿ ਕਾਨੂੰਨ ਤੁਹਾਨੂੰ ਕਿੰਨੇ ਵਾਰੀ ਦੱਸਦਾ ਵੀ ਕਾਨੂੰਨ ਪਾਸ ਪਾਰਲੀਮੈਂਟ ਹੀ ਕਰੂਗੀ, ਪਰ ਕਾਨੂੰਨ ਕਿੱਦਾਂ ਦਾ ਲੈ ਕੇ ਆਉਣਾ, ਉਹ ਪਾਲਿਸੀ ਕੌਣ ਬਣਾਉਣਗੇ? ਕਾਨੂੰਨ ਕਿਹੋ ਜਿਹਾ ਹੋਊਗਾ? ਇਹੀ ਕੈਬਨਿਟ। ਸੋ ਕੈਬਨਿਟ ਆਰ ਦਾ ਰੀਅਲ ਪਾਲਿਸੀ ਮੇਕਰ। ਆ ਰੀਅਲ ਪਾਲਿਸੀ ਮੇਕਰ ਵਰਡ ਨੂੰ ਯਾਦ ਰੱਖਣਾ, ਠੀਕ ਹੈ, ਅੰਡਰਲਾਈਨ ਕਰਨਾ। The cabinet's consent is necessary for all important matters. ਜਿੰਨੇ ਵੀ ਜ਼ਰੂਰੀ ਮਸਲੇ ਹੁੰਦੇ ਆ ਉਹਨਾਂ ਤੇ ਕੈਬਨਿਟ ਦੀ ਕੰਸੈਂਟ ਕੀ ਹੁੰਦੀ ਆ? ਜ਼ਰੂਰੀ ਹੁੰਦੀ ਆ, ਉਹਨਾਂ ਦੀ ਸਹਿਮਤੀ। ਕੰਸੈਂਟ ਦਾ ਕੀ ਮਤਲਬ ਹੁੰਦਾ? ਸਹਿਮਤੀ। ਵਰਡਾਂ ਨੂੰ ਲਿਖ ਲਿਆ ਕਰੋ, ਜਿਹੜੇ ਵਰਡ ਦਾ ਨਹੀਂ ਮਤਲਬ ਪਤਾ ਹੁੰਦਾ ਉਹਨੂੰ ਕਾਪੀ ਤੇ ਲਿਖ ਲਓ। ਫਿਰ ਅੱਗੇ ਮਿਨਿਸਟਰ ਆਫ ਸਟੇਟ, they can hold either independent charge or attached in a cabinet minister. ਅਟੈਚ ਟੂ ਆ ਕੈਬਨਿਟ ਮਿਨਿਸਟਰ। ਵੀ ਉਹਨਾਂ ਕੋਲੇ ਇੰਡੀਪੈਂਡੈਂਟ ਚਾਰਜ ਵੀ ਹੋ ਸਕਦਾ। ਇੱਥੇ ਇਹਨਾਂ ਨੇ ਇੰਡੀਪੈਂਡੈਂਟ ਚਾਰਜ ਵਾਲੀ ਗੱਲ ਨਹੀਂ ਕੀਤੀ ਇਹਨਾਂ ਨੇ ਪਹਿਲੇ ਪੁਆਇੰਟ 'ਚ, ਪਰ ਕਰਨੀ ਚਾਹੀਦੀ ਸੀਗੀ। ਉਹ ਹੈਗਾ, ਉਹ ਲਾਈਨ ਲਿਖਣੀ ਆ ਤੁਸੀਂ। ਕਿ ਲਿਖਦਾ ਮੈਂ? ਲਿਖ ਦੇ ਬਈ।
ਆਈ ਤਾਂ ਦਿਖਦੇ ਨੇ ਕੁਛ ਤੇ ਤਾਂ ਸਾਈਡ ਜੀ ਤੇ ਦਿਖਦਾ ਨਹੀਂ, ਮੈਨੂੰ ਤਾਂ ਦਿਖ ਜਾਂਦਾ। ਏਦਾਂ ਹੀ ਦਿਖਦਾ, ਗੱਲ ਪਿਛਲੇ ਅੱਖਰ ਹੀ ਦਿਖਦੇ, ਮੋਹਰਲੇ ਦਿਖਦੇ ਨੇ। ਕਿਹੜੇ ਪਿਛਲੇ ਅੱਖਰ ਦੇਖਦੇ ਆ? ਗੁਰਪ੍ਰੀਤ ਤੁਹਾਨੂੰ ਵੀ ਨਹੀਂ ਦੇਖਦੇ? ਨਹੀਂ ਬਾਈ, ਹੈਂ? ਆਹ ਦੀ ਜਾਂਦੀ ਜਿਹੜੀ ਆ ਆਪਣੀ ਕਿਤਾਬ ਆ ਤੇਰੀ, ਹੂੰ। ਇਹ ਮੂਹਰਲੇ ਦਿਸਣ ਲੱਗ ਪੜ੍ਹ। ਗਏ, ਪੜ੍ਹ ਦਿਸਣ ਲੱਗ ਗਏ, ਦਿਸਣ ਸਾਨੂੰ ਲੱਗ ਗਏ, ਹੋਇਆ ਪਿਆ ਸੀ ਦਿਸਣ ਲੱਗ ਗਏ। ਦਿਸਣ ਲੱਗ ਗਏ ਬਾਈ। ਇਹ ਤਾਂ ਖੜ ਤਾਂ ਜਾ, ਮੈਂ ਖੜ ਜਾ। ਸਮਝ ਲੱਗ ਗਈ? ਹਾਂ ਬਈ, ਕੈਬਨਿਟ ਮਿਨਿਸਟਰ ਦੀ ਸਾਰਿਆਂ ਤੋਂ ਹਾਂ ਆਵਾਜ਼ ਘੱਟ ਹੁੰਦੀ। ਕੈਬਨਿਟ ਮਿਨਿਸਟਰ ਦੀ ਸਾਰਿਆਂ ਤੋਂ ਵੱਡੀ ਪਛਾਣ ਕੀ ਹੈ? ਉਹਨਾਂ ਕੋਲੇ ਕੀ ਹੋਊਗਾ? ਇੰਡੀਪੈਂਡੈਂਟ ਚਾਰਜ ਹੋਊਗਾ ਕਿਸੇ ਨਾ ਕਿਸੇ ਮਿਨਿਸਟਰੀ ਦਾ। ਹਾਂ ਇੰਡੀਪੈਂਡੈਂਟ। 4 ਮੈਂ ਠੀਕ ਹੈ, ਹਾਂ ਬਈ, ਓਕੇ। ਹਾਂ ਹਾਂ ਬਈ, ਤੇ ਉਹ ਬਾਕੀ ਤਾਂ ਉਹੀ ਲੈਣਾ ਵੀ ਰੀਅਲ ਪਾਲਿਸੀ ਮੇਕਰ ਹੁੰਦੇ ਆ, ਹਨਾ। ਹਾਂ ਬਈ। ਆ ਕਿੰਨਾ ਸ਼ੈਲ ਹੈ HAC ਸ਼ੈਲ ਹੈਵ ਠੀਕ ਹੈ। ਸੋ ਸ਼ੈਲ ਹੈਵ ਇੱਥੇ ਵਰਡ ਦਾ ਹੁਣ ਤੁਹਾਨੂੰ ਪਤਾ ਮਤਲਬ ਜ਼ਰੂਰੀ ਹੈ ਵੀ ਹੋਊ ਹੀ ਹੋਊ, ਪੱਕਾ ਹੀ ਹੋਊ। ਇੱਥੇ ਉਹ ਸ਼ੈਲ ਦਾ ਮਤਲਬ ਇਹ ਨਹੀਂ ਵੀ ਫਿਊਚਰ ਵਾਲਾ। ਠੀਕ ਹੈ। ਫੇਰ ਆ ਗਿਆ ਮਿਨਿਸਟਰ ਆਫ ਸਟੇਟ। ਇਹਨਾਂ ਕੋਲ ਕੈਨ ਹੈਵ ਔਰ ਨਾਟ। ਠੀਕ ਹੈ, ਜਾਂ ਤਾਂ ਹੋ ਵੀ ਸਕਦੀ ਆ ਤੇ ਨਹੀਂ ਵੀ। ਉਹਨਾਂ ਕੋਲੇ ਹੋਣੀ ਚਾਹੀਦੀ। ਵੇਖੋ ਉੱਥੇ ਸ਼ੈਲ ਹੈਵ ਲਾਇਆ, ਇੱਥੇ ਕੈਨ ਹੈਵ ਲਾਇਆ। ਠੀਕ ਹੈ। ਤੇ ਜੇ ਇਹਨਾਂ ਕੋਲੇ ਨਾ ਹੋਊਗੀ ਮਿਨਿਸਟਰੀ, ਹਨਾ, ਮਿਨਿਸਟਰ ਆਫ ਸਟੇਟ ਕੋਲੇ, ਫਿਰ ਇਹ ਕੀ ਕਰਨਗੇ? ਉਹਦੀ ਹੈਲਪ ਕਰਨਗੇ ਕੈਬਨਿਟ ਮਿਨਿਸਟਰ ਦੀ ਕਿਸੇ ਨਾ ਕਿਸੇ ਦੀ। ਜਿਵੇਂ ਉਦਾਹਰਨ ਤੁਹਾਨੂੰ ਮੈਂ ਦੇਵਾਂ, ਫਾਈਨਾਂਸ ਮਿਨਿਸਟਰੀ ਨਿਰਮਲਾ ਸੀਤਾਰਮਨ ਕੋਲੇ ਆ, ਹਾਂ ਬਈ, ਹਨਾ। ਤੇ ਜੇ ਹਰਜੀਤ ਤੂੰ ਜਾਣਦਾ ਹੋਵੇਂ ਉਹ ਬੰਦੇ ਨੂੰ, ਆਪਣੇ ਨੂੰ, ਅਨੁਰਾਗ ਠਾਕਰ ਨੂੰ, ਸ਼ਾਇਦ ਤੁਸੀਂ ਵੀ ਜਾਣਦੇ ਹੋ, BCCI ਚ ਹੁੰਦਾ ਸੀ ਪਹਿਲਾਂ ਇਹ, ਤੇ ਇਹ ਵੀ ਬੀਜੇਪੀ ਦਾ ਬੰਦਾ ਅਨੁਰਾਗ ਠਾਕਰ। ਸੋ ਹੁਣ ਉਦੋਂ ਇਹ ਹੁੰਦਾ ਸੀਗਾ ਵੀ ਮਿਨਿਸਟਰ ਆਫ ਸਟੇਟ ਹੁੰਦਾ ਸੀਗਾ। ਕੀ ਹੁੰਦਾ ਸੀ ਇਹ? ਮਿਨਿਸਟਰ ਆਫ ਮਿਨਿਸਟਰ ਆਫ ਸਟੇਟ ਬਈ। ਕਾਹਦੇ ਚ? ਫਾਈਨਾਂਸ ਮਿਨਿਸਟਰੀ ਦੇ ਵਿੱਚ। ਸੋ ਫਾਈਨਾਂਸ ਮਿਨਿਸਟਰੀ ਦੇ ਵਿੱਚ ਕੈਬਨਿਟ ਮਿਨਿਸਟਰ ਕੌਣ ਸੀਗੀ? ਜੇ ਮੈਂ ਵੈਸੇ ਸਿੱਧਾ ਸਵਾਲ ਪੁੱਛਾਂ ਵੀ ਫਾਈਨਾਂਸ ਮਿਨਿਸਟਰ ਕੌਣ ਸੀਗੀ, ਤਾਂ ਆਪਾਂ ਕਹਾਂਗੇ ਨਿਰਮਲਾ ਸੀਤਾਰਮਨ। ਪਰ ਜੇ ਮੈਂ ਕਹਿੰਦਾ ਮਿਨਿਸਟਰ ਆਫ ਸਟੇਟ ਕੌਣ ਆ ਫਾਈਨਾਂਸ ਦੇ ਵਿੱਚ, ਉਦੋਂ 2-3 ਸੀਗੇ, ਹੋਰ ਵੀ ਸੀਗੇ ਇੱਕ ਦੋ ਮਿਨਿਸਟਰ ਆਫ ਸਟੇਟ ਫਾਈਨਾਂਸ ਮਿਨਿਸਟਰੀ ਦੇ ਵਿੱਚ। ਸੋ ਅਸਲ ਦੇ ਵਿੱਚ ਕੀ ਹੁੰਦਾ ਵੀ ਮਿਨਿਸਟਰ ਆਫ ਸਟੇਟਸ ਜਿਹੜੇ ਆ, ਉਹ ਉਹਨਾਂ ਦਾ ਕੀ ਕੰਮ ਹੁੰਦਾ? ਉਹ ਹੈਲਪ ਕਰਦੇ ਆ ਕੈਬਨਿਟ ਮਿਨਿਸਟਰ ਦੀ। ਸਮਝ ਲੱਗ ਗਈ? ਹਾਂ ਬਈ, ਮਿਨਿਸਟਰ ਆਫ ਸਟੇਟਸ ਦਾ ਕੀ ਕੰਮ ਹੁੰਦਾ? ਹੈਲਪ ਕਰਦੇ ਹੁੰਦੇ। ਹੈਲਪ ਕਰਦੇ ਬਈ। ਹੈਲੋ ਹੈਲੋ। ਹਾਂ ਬਈ, ਹਾਂ ਲੱਗ ਗਿਆ ਨਾ? ਹਾਂ ਬਈ, ਹੁਣ ਤਾਂ ਠੀਕ ਆ। ਆਹ ਨੋਟ ਸਹੀ ਹੈ? ਹਾਂ ਸਹੀ। ਸਹੀ ਹੈ ਬਈ। ਬਸ ਐਂ ਬਣਾਉਣੇ ਹੁੰਦੇ ਆ ਨੋਟਸ। ਤੁਹਾਨੂੰ ਕੱਲੇ ਵਰਡ ਦਾ ਪਤਾ ਹੋਵੇ ਤੇ ਬਸ ਉਹਨੂੰ ਕਰ ਲਓ। ਮੈਂ ਅਸਲ 'ਚ ਨੋਟਸ ਬਣਵਾ ਸਕਦਾ ਤੁਹਾਨੂੰ, ਪਰ ਮੈਂ ਕਿਉਂ ਨਹੀਂ ਬਣਵਾ ਰਿਹਾ? ਮੈਨੂੰ ਇਹ ਯਾਰ ਤੁਸੀਂ ਕਿਤਾਬ ਤੋਂ ਪੜ੍ਹਨਾ ਸਿੱਖੋ। ਪਰ ਜੇ ਤੁਹਾਨੂੰ ਕਿਤਾਬ ਤੇ ਜਮਾ ਹੀ ਨਹੀਂ ਪਤਾ ਲੱਗਦਾ, ਫਿਰ ਮੈਂ ਲਿਖ ਦਿਆ ਕਰੂੰਗਾ।
ਹੈਲੋ हाँ भी हाँ ਹਨਾ, ਜੇ ਤੁਹਾਨੂੰ ਕਿਤਾਬ ਤੋਂ ਨਹੀਂ ਪਤਾ ਲੱਗਦਾ ਫਿਰ ਮੈਂ ਲਿਖ ਦਿਆ ਕਰੂੰਗਾ ਮੈਂ। ਨਾਲੇ ਐਂ ਤਾਂ ਫਿਰ ਸੁਣ ਲਈ ਦੀ ਰਿਕਾਰਡਿੰਗ ਪਤਾ ਲੱਗ ਜਾਂਦਾ। ਹਾਂ ਤੇ ਉਹ ਤੁਸੀਂ ਆਪੇ ਹੀ ਲਿਖ ਲੈਣੇ ਆ ਉਦੋਂ, ਜੇ ਤੁਹਾਨੂੰ ਫਿਰ ਵੀ ਕਿਸੇ ਟੌਪਿਕ ਦਾ ਲੱਗੂ ਤਾਂ ਆਪਾਂ ਕਰ ਲਾਂਗੇ। ਠੀਕ ਹੈ, ਸੋ ਹੁਣ ਮਿਨਿਸਟਰ ਆਫ ਸਟੇਟਸ ਦੀ ਗੱਲ ਹੋ ਗਈ, ਫਿਰ ਹਾਂ। ਹੁਣ ਉਦੋਂ ਅੱਗੇ ਕਾਹਦੀ ਗੱਲ ਹੈ? डेप्टी ਡਿਪਟੀ मिनिस्टर ਮਿਨਿਸਟਰ। ਜਸਟ 1 ਮਿੰਟ ਦਿਓ ਮੈਨੂੰ ਨਾ, ਮੈਂ ਲੈਪਟਾਪ ਚਾਰਜ ਲਾ ਲਾਂ। ਹੈਲੋ ਆਉਂਦੀ ਆਵਾਜ਼? ਹਾਂ हाँ भी हाँ ਪੜੋ ਅੱਗੇ ਕੀ ਹੈ? डेप्टी मिनिस्टर Deputy minister, they do not hold separate charge. There is another category of ministers called parliamentary secretaries. However, no parliamentary secretary have been appointed since ਹਾਂ 1967। ਇੱਕ ਗੱਲ ਇੱਥੇ ਨਾ ਯਾਦ ਰੱਖਣੀ ਆ, ਠੀਕ ਹੈ? ਡਿਪਟੀ ਮਿਨਿਸਟਰਸ ਵੀ ਹੁੰਦੇ ਆ ਤੇ ਡਿਪਟੀ ਮਿਨਿਸਟਰ ਤੋਂ ਗਾਂ ਕੀ ਹੁੰਦੇ ਆ? ਪਾਰਲੀਮੈਂਟਰੀ। ਇਹ ਜਿਹੜੇ ਹੁਣ ਡਿਪਟੀ ਮਿਨਿਸਟਰ ਆ, ਇਹ ਇਹਨਾਂ ਦੀ ਹੈਲਪ ਕਰਦੇ ਆ ਮਿਨਿਸਟਰ ਆਫ ਸਟੇਟ ਦੀ, ਸਮਝ ਲੱਗੀ? हाँ भी ਜਿਹੜੇ ਮਿਨਿਸਟਰ ਆਫ ਸਟੇਟ ਆ ਉਹ ਕਿਹਨਾਂ ਦੀ ਹੈਲਪ ਕਰਦੇ ਸੀ? ਨਾ ਦੇ ਕੈਬਨਿਟ ਵਾਲੇ। ਕੈਬਨਿਟ ਮਿਨਿਸਟਰ ਦੀ। cabinet ਜਿਹੜੇ ਡਿਪਟੀ ਮਿਨਿਸਟਰਸ ਆ ਉਹ ਕਿਹਨਾਂ ਦੀ ਹੈਲਪ ਕਰਨਗੇ? ਮਿਨਿਸਟਰ ਆਫ ਸਟੇਟਸ ਦੀ। ਤੇ ਜੇ ਇੱਕ ਨਾ ਪਾਰਲੀਮੈਂਟਰੀ ਸੈਕਟਰੀ, ਅਸਲ 'ਚ ਸੈਕਟਰੀ ਪਤਾ ਕੌਣ ਹੁੰਦਾ? ਜਿਵੇਂ ਐਮਐਲਏ ਆਪਾਂ ਕਹਿ ਦਿੰਦੇ ਰੋਜੀ ਸਾਹਿਬ ਦਾ ਸੈਕਟਰੀ ਆ, हाँ भी ਪੀਏ ਆ, ਹਨਾ, ਜਾਂ ਆਪਾਂ ਗਵਰਨਮੈਂਟ ਦੇ ਸੈਕਟਰੀ ਹੁੰਦੇ ਆ, ਐਮਪੀਆਂ ਦੇ ਸੈਕਟਰੀ ਹੁੰਦੇ ਆ। ਸੈਕਟਰੀ ਜਿਹੜਾ ਰੱਖਿਆ ਹੁੰਦਾ ਨਾ ਉਹਨਾਂ ਨੇ ਬੰਦਾ, ਸੈਕਟਰੀ ਹੁੰਦਾ ਪੜ੍ਹਿਆ ਲਿਖਿਆ ਬੰਦਾ। ਉਹਦੇ ਨਾਲ ਸੈਕਟਰੀ ਜ਼ਿਆਦਾਤਰ ਬਣਦੇ ਆ ਆਈਏਐਸ ਬੰਦੇ, ਵੀ ਕਿਉਂਕਿ ਹੁਣ ਐਮਐਲਏ ਆ, ਐਮਐਲਏ ਕਿਵੇਂ ਚੁਣਿਆ ਜਾਊਗਾ? ਲੋਕ ਚੁਣਨਗੇ ਨਾ ਉਹਨੂੰ, ਤਾਂ ਵੋਟਾਂ ਨਾਲ ਚੁਣਿਆ ਜਾਣਾ। ਤੇ ਉਹ ਐਮਐਲਏ ਤਾਂ ਅਨਪੜ੍ਹ ਵੀ ਹੋ ਸਕਦਾ, ਸਮਝ ਲੱਗਦੀ ਹੈ? हाँ ਜੇ ਹੁਣ ਇੱਕ ਅਨਪੜ੍ਹ ਐਮਐਲਏ ਚੁਣਿਆ ਗਿਆ, ਹੁਣ ਉਹਨੂੰ ਤਾਂ ਪਤਾ ਹੀ ਨਹੀਂ ਵੀ ਕੀ ਹੈ। ਹੁਣ ਕਨਸਟੀਟਿਊਸ਼ਨ ਦਾ ਤੁਹਾਨੂੰ ਹੁਣ ਪਤਾ ਲੱਗਿਆ, ਵੀ ਤੁਸੀਂ ਵੀ ਹੁਣ ਪੜ੍ਹ ਰਹੇ ਆ ਵੀ ਆਹ ਚੀਜ਼ਾਂ ਹੈ। ਤੇ ਜੇ ਮੰਨ ਕੇ ਇੱਕ ਅਨਪੜ੍ਹ ਬੰਦਾ, ਉਹਨੂੰ ਥੋੜਾ ਪਤਾ ਵੀ ਹਾਂ ਵੀ ਆਹ ਪਾਵਰ ਹੁੰਦੀ ਆ, ਆਹ ਐਂ ਕਰ ਸਕਦਾ ਜਾਂ ਆਹ ਐਂ ਹੋ ਸਕਦਾ, ਹੁਣ ਤਾਂ ਕੁਝ ਵੀ ਨਹੀਂ ਪਤਾ। हाँ भी ਠੀਕ ਹੈ, ਸੋ ਉਹ ਫਿਰ ਆਪਦਾ ਕੀ ਰੱਖੂ? ਇੱਕ ਸੈਕਟਰੀ ਰੱਖੂਗਾ, ਜਿਹਨੂੰ ਪੀਏ ਵੀ ਕਹਿ ਦਿੰਦੇ ਆ ਆਪਾਂ ਆਮ ਵਰਡ 'ਚ, ਪੀਏ ਰੱਖੂ। ਠੀਕ ਹੈ, ਸੋ ਉਹ ਪੀਏ ਉਹਨੂੰ ਰਾਏ ਦੇਊਗਾ ਤੇ ਉਹਦੇ ਹਿਸਾਬ ਨਾਲ ਚੱਲੂਗਾ, ਸਮਝ ਲੱਗ ਗਈ? हाँ भी ਐਂ ਪ੍ਰਧਾਨ ਮੰਤਰੀ ਦਾ ਵੀ ਸੈਕਟਰੀ ਹੁੰਦਾ, ਪੀਐਮ ਸੈਕਟਰੀ ਹੁੰਦਾ, ਸੈਕਟਰੀ ਆਫ ਪੀਐਮ। ਠੀਕ ਹੈ, ਐਂ ਕੈਬਨਿਟ ਸੈਕਟਰੀ ਵੀ ਹੁੰਦਾ ਇੱਕ। cabinet ਕੈਬਨਿਟ ਦਾ ਜਿਹੜੀ ਆ ਕੈਬਨਿਟ ਆਪਾਂ ਗੱਲ ਕੀਤੀ, ਕੈਬਨਿਟ ਮਿਨਿਸਟਰਸ, ਉਹਨਾਂ ਸਾਰੀ ਕੈਬਨਿਟ ਦਾ ਵੀ ਇੱਕ ਸੈਕਟਰੀ ਹੁੰਦਾ। ਸੋ ਅਸਲ 'ਚ ਸੈਕਟਰੀ ਦਾ ਕੀ ਕੰਮ ਹੁੰਦਾ? ਵੀ ਸੈਕਟਰੀ ਨੇ ਰਾਏ ਦੇਣੀ ਹੁੰਦੀ ਹੈ ਗਵਰਨਮੈਂਟ ਨੂੰ, ਸਿਆਣੀ, ਕਿਉਂਕਿ ਉਹ ਪੜ੍ਹਿਆ ਲਿਖਿਆ ਜ਼ਿਆਦਾ ਹੁੰਦਾ ਤੇ ਉਹ ਰਾਏ ਦਿੰਦਾ। ਸੋ ਜੇ ਆਪਾਂ ਵੈਸੇ ਉਹ ਵੇਖੀਏ ਹਨਾ, ਸਰਵਿਸਾਂ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡੀਸੀ ਵੀ ਆਈਏਐਸ ਹੁੰਦਾ, ਸੈਕਟਰੀ ਵੀ ਆਈਏਐਸ ਹੁੰਦੇ ਆ। ਜੇ ਆਪਾਂ ਸਾਰੇ ਭਾਰਤ ਦੇ ਵਿੱਚ ਸਾਰਿਆਂ ਤੋਂ ਉੱਚੀ ਪੋਸਟ ਵੇਖੀਏ ਪੜ੍ਹਾਈ ਦੇ ਤੌਰ ਤੇ, ਉਹ ਪਤਾ ਕਿਹੜੀ ਹੁੰਦੀ? ਕੈਬਨਿਟ ਸੈਕਟਰੀ ਦੀ ਪੋਸਟ ਸਾਰਿਆਂ ਤੋਂ ਉੱਚੀ ਹੁੰਦੀ, ठीक है ਕਿਉਂਕਿ ਇਹ ਉਹ ਆਈਏਐਸ, ਵੇਖੋ ਕੈਬਨਿਟ ਸੈਕਟਰੀ ਉਹ ਆਈਏਐਸ ਆ ਜਿਹਨੇ ਕੈਬਨਿਟ ਨੂੰ ਰਾਏ ਦੇਣੀ ਆ, ਤੇ ਕੈਬਨਿਟ ਨੇ ਕੀ ਬਣਾਉਣੀ ਆ? ਪਾਲਿਸੀ। हाँ भी ਜਿਹੜੀ ਪਾਲਿਸੀ ਸਰਕਾਰ ਨੇ ਬਣਾਈ ਉਹੀ ਲਾਗੂ ਹੋਊਗੀ ਸਾਰੇ ਥਾਵਾਂ ਤੇ। हाँ भी ਤੇ ਪਾਲਿਸੀ ਬਣਾਈ ਕੌਣ ਜਾਂਦੀ ਹੈ? ਕੈਬਨਿਟ। ਤੇ ਕੈਬਨਿਟ ਨੂੰ ਉਹ ਪਾਲਿਸੀ ਦੀ ਸਲਾਹ ਕੌਣ ਦੇਈ ਜਾਂਦਾ? ਕੈਬਨਿਟ ਸੈਕਟਰੀ। हाँ भी ਤੇ ਸੋ ਸਾਰਿਆਂ ਤੋਂ ਉੱਪਰਲਾ ਜੇ ਆਪਾਂ ਵੇਖੀਏ ਹਨਾ, ਵੀ ਵੇਖੋ ਨਾ, ਉਹ ਤਾਂ ਇਲੈਕਟਡ ਹੁੰਦੇ ਆ ਹਨਾ, ਪੀਐਮ ਪੂਐਮ, ਤਾਂ ਇਹ ਤਾਂ ਚੁਣ ਕੇ ਆਉਂਦੇ ਆ ਵੈਸੇ, ਜੇ ਆਪਾਂ ਵੇਖੀਏ ਵੀ ਐਮਪੀ ਵਗੈਰਾ ਚੁਣੇ ਹੁੰਦੇ ਆ ਨਾ ਇਹ। ਪਰ ਜੇ ਆਪਾਂ ਵੀ ਆਫੀਸਰਸ ਦੇ ਵਿੱਚੋਂ, ਜਿਵੇਂ ਹੁਣ ਮੰਨ ਕੇ ਚਲੋ ਮੈਂ ਕੱਲ ਨੂੰ ਡੀਸੀ ਬਣ ਜਾਂ ਹਨਾ ਆਪਾਂ ਬਣ ਜਾਈਏ, ਤੇ ਉਹਦੇ ਉਦੋਂ ਬਾਅਦ ਦੇ ਵਿੱਚ ਕੀ ਹੋਊਗਾ? ਵੀ ਤੁਸੀਂ
ਤੁਸੀਂ ਵੀ ਤਿਆਰੀ ਕਰ ਸਕਦੇ, ਬਣ ਸਕਦੇ ਆ। ਤਾਂ ਹੁਣ ਤੁਹਾਡਾ ਵੀ ਲੈਵਲ ਉੱਥੇ ਜੀ ਜਾਈ ਜਾਂਦਾ, ਮੈਨੂੰ ਵੀ ਇੰਨਾ ਕੀ ਆਉਂਦਾ ਜਿੰਨਾ ਕਿ ਤੁਹਾਨੂੰ ਦੱਸੀ ਜਾਂਦਾ। ਠੀਕ ਹੈ, ਸੋ ਹੌਲੀ ਹੌਲੀ ਕਰਦੇ ਐਂਡ ਨੂੰ ਉਹ ਬੰਦਾ ਕਿੱਥੇ ਪਹੁੰਚੀ ਜਾਊਗਾ ਪ੍ਰਮੋਸ਼ਨ ਦੇ ਨਾਲ, ਐਂਡ ਨੂੰ ਕਿੱਥੇ ਪਹੁੰਚ ਸਕਦਾ ਉਹ, ਵੱਧ ਤੋਂ ਵੱਧ ਕੈਬਨਿਟ ਮਿਨਿਸਟਰ ਤੱਕ ਜਾ ਸਕਦਾ। ਕੈਬਨਿਟ ਮਿਨਿਸਟਰ ਦੇ ਉੱਤੇ ਕੋਈ ਅਹੁਦਾ ਨਹੀਂਗਾ। ਜਿਵੇਂ ਪ੍ਰੈਜ਼ੀਡੈਂਟ ਪੀਐਮ ਦੇ ਅੰਡਰ ਕੰਮ ਕਰਦਾ ਉਵੇਂ ਕੈਬਨਿਟ ਉਹਦੇ ਨਾਲ ਅੰਡਰ ਕੰਮ ਕਰਦਾ, ਕੈਬਨਿਟ ਸਕੱਤਰ ਪ੍ਰਧਾਨ ਮੰਤਰੀ ਦਾ ਨਾ। ਨਹੀਂ ਨਹੀਂ, ਪ੍ਰੈਜ਼ੀਡੈਂਟ ਪੀਐਮ ਦੇ ਉਵੇਂ ਨਹੀਂ ਕਹਿ ਸਕਦੇ ਬਲਤੇਜ। ਜਿਹੜੇ ਹੋਰ। ਸੈਕਟਰੀ ਹੁੰਦੇ ਆ ਨਾ, ਹੂੰ। ਵੀ ਸੈਕਟਰੀ ਹਾਂ ਕੰਮ ਉਦਾਂ ਦਾ ਹੀ ਆ ਉਹ ਵੀ ਕੰਮ। ਹੁਣ ਜਿਵੇਂ ਮੰਨ ਕੇ ਚਲੋ ਵੀ ਤੈਨੂੰ ਦੱਸਿਆ ਅਨਪੜ੍ਹ ਬੰਦੇ ਵਾਲੀ ਗੱਲ ਦੱਸੀ ਨੀ ਗੀ। ਹੁਣ ਮੋਦੀ ਆ, ਮੋਦੀ ਨੂੰ ਕੀ ਪਤਾ ਹਾਂ। ਯਾਰ, ਮੋਦੀ ਦੇ ਸਿਆਣੇ ਮੰਤਰੀ ਹੁਣ। ਮੋਦੀ ਦੇ ਮੰਤਰੀ ਕਿਹੜੇ ਆ ਹੈ, ਮੋਦੀ ਦੇ ਹਾਂ ਮੰਤਰੀ ਜੀ ਹਾਂ। ਕਿਹੜੇ ਆ, ਉਹ ਵੀ ਅਨਪੜ੍ਹ ਹਾਂ ਬਈ। ਹੈ। ਉਹ ਕਿੰਨਾ ਰੌਲਾ ਪੈਂਦਾ ਹੁੰਦਾ ਸੀ ਸਿਮਰਤੀ ਇਰਾਨੀ ਦਾ, ਜੇ ਤੁਹਾਡੇ ਯਾਦ ਹੋਵੇ, ਸਾਸ ਵੀ ਬਹੂ ਵਾਲੀ ਦਾ। ਹਾਂ ਸਾਸ ਵੀ ਹਾਂ ਕਵੀ ਬਹੂ ਸੀ, ਆਂਦੇ ਸੀ ਕਿ ਵੀ ਉਹ 5 ਪੜ੍ਹੀ ਉਹਨੂੰ ਐਜੂਕੇਸ਼ਨ ਮਿਨਿਸਟਰ ਲਾਇਆ ਪਿਆ। ਹੁਣ ਉਹ ਬੰਦੇ ਯਾਰ ਉਹ ਕੈਬਨਿਟ ਦੇ ਵਿੱਚ ਆ, ਉਹ ਬੰਦੇ ਤੁਹਾਨੂੰ ਲੱਗਦਾ ਕੋਈ ਪਾਲਿਸੀ ਬਣਾ ਲੈਣਗੇ? ਹਾਂ ਨਹੀਂ ਬਰੋ, ਬਈ। ਜਿਹੜੇ ਸੈਕਟਰੀ ਹੁੰਦੇ ਉਹ ਸਲਾਹ ਦਿੰਦੇ ਇਹਨਾਂ ਨੂੰ, ਐਂ ਕਰਕੇ ਇਹਨਾਂ ਨੂੰ ਕੁਛ ਹਾਂ, ਨੀ ਪਤਾ। ਸੈਕਟਰੀਆਂ ਨੇ ਪਾਲਿਸੀ ਵੀ ਸਾਰੀ ਸੈਕਟਰੀ ਬਣਾਉਂਦੇ ਆ, ਇਹਨਾਂ ਦਾ ਨਾਂ ਇਹਨਾਂ ਦਾ ਚੱਲਦਾ, ਸੈਕਟਰੀ ਵਾ ਪਿੱਛੇ ਰਹਿ ਜਾਂਦੇ ਆ, ਇਹਦੇ ਬਸ ਜਿੱਤ ਸੈਕਟਰੀ ਜਾਂਦੇ ਆ ਸਾਹਮਣੇ ਨਹੀਂ ਆਉਂਦੇ। ਹਾਂ, ਤੇ ਵਾਹ ਵਾਹ ਉਹ ਗੱਲ ਇਹ ਆ ਵੀ ਪਾਲਿਸੀ ਸੈਕਟਰੀ ਦੀ ਹੁੰਦੀ ਹੈ, ਜੇ ਤਾਂ ਉਹ ਪਾਲਿਸੀ ਸਫਲ ਹੋ ਗਈ ਵਾਹ ਵਾਹ ਵੀ ਸਰਕਾਰ ਦੀ ਆ, ਤੇ ਜੇ ਪਾਲਿਸੀ ਅਸਫਲ ਹੋ ਗਈ ਫਿਰ ਵੀ ਥੁੱਕ ਵੀ ਸਰਕਾਰ ਤੇ ਹੁੰਦੀ ਹੈ। ਸੈਕਟਰੀ ਨੂੰ ਨਹੀਂ ਕੋਈ ਉਹ ਵੀ, ਸੈਕਟਰੀ ਨੂੰ ਸਰਕਾਰ ਤਾਂ ਜ਼ਰੂਰ ਮਾੜਾ ਮੋਟਾ ਆਂਦੀ ਹੋਊਗੀ ਵੀ, ਉਹ ਪੀਐਮ ਤਾਂ ਆਪ ਤਾਂ ਲੜਦੇ ਹੋਣਗੇ ਮਾੜਾ ਮੋਟਾ, ਤੇ ਪਰ ਵੀ ਜਿਵੇਂ ਆਪਾਂ ਵੈਸੇ ਵੇਖੀਏ ਵੀ ਮੀਡੀਆ ਦੇ ਵਿੱਚ ਤਾਂ ਨਹੀਂ ਨਾ ਆਪਾਂ ਨੂੰ ਐਂ ਪਤਾ ਲੱਗਦਾ। ਹੁਣ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਸੈਕਟਰੀ ਹੈ ਕੌਣ ਆ, ਕੈਬਨਿਟ ਸੈਕਟਰੀ। ਨਹੀਂ। ਠੀਕ ਹੈ ਨਾ ਕੌਣ? ਵੀ, ਮੈਂ ਕਿਹਾ ਵੀ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਹੁਣ ਕੌਣ ਆ। ਹਾਂ ਮੂੰਹ ਕੇ ਵੈਸੇ ਹੈ ਕੌਣ, ਕੀ ਪਤਾ। ਮੈਨੂੰ ਲੱਗਦਾ ਯਾਰ ਰਾਜੀਵ ਕੁਛ ਹੈਗਾ ਬੰਦਾ। ਆ ਪਹਿਲੇ ਸਾਨੂੰ ਤਾਂ ਆਪਾਂ ਇਹ ਨਹੀਂ ਪਤਾ ਵੀ ਹੁੰਦਾ। ਹਾਂ ਹਾਂ ਹਾਂ, ਠੀਕ ਹੈ, ਰਾਜੀਵ ਕਰਕੇ ਆ ਕੁਝ। ਅੱਛਾ। ਸੋ ਉਹ ਕੋਈ ਨਾ, ਉਹ ਆਪਾਂ ਕੱਲ ਨੂੰ ਮੈਂ ਤੁਹਾਨੂੰ ਵੇਖ ਕੇ ਐਗਜ਼ੈਕਟ ਦੱਸ ਦੂੰਗਾ। ਹੈਲੋ ਤੇ ਵਾਈ ਪਰ ਮੈਂ ਇੱਥੇ ਤੁਹਾਨੂੰ ਗੱਲ ਇਹ ਗੱਲ ਦੱਸਣੀ ਕੋਈ ਚਾਹੁੰਦਾ ਸੀ, ਹੈਲੋ, ਹਾਂ ਮੈਂ ਬਈ। ਤੁਹਾਨੂੰ ਹਾਂ ਇੱਥੇ ਹਾਂ ਇਹ ਗੱਲ ਦੱਸਣੀ ਚਾਹੁੰਦਾ ਸੀ ਵੀ ਜਿਹੜੇ ਵੈਸੇ ਸੈਕਟਰੀ ਹੁੰਦੇ ਆ, ਵੈਸੇ ਸੈਕਟਰੀ ਸਲਾਹਕਾਰ ਹੁੰਦੇ ਆ। ਸੈਕਟਰੀ ਕੀ ਹੁੰਦੇ, ਸਲਾਹਕਾਰ, ਉਹ ਕੋਈ ਮਿਨਿਸਟਰ ਨਹੀਂ ਹੁੰਦੇ। ਪਰ ਜਿਹੜਾ ਪਾਰਲੀਮੈਂਟਰੀ ਸੈਕਟਰੀ ਆ ਨਾ, ਇਹ ਇੱਕ ਮਿਨਿਸਟਰ ਹੀ ਹੁੰਦਾ ਸੀ। ਮੈਂ ਇਹ ਗੱਲ ਤੁਹਾਨੂੰ ਦੱਸਣ ਵਾਸਤੇ ਇੰਨਾ ਕੁਝ ਐਕਸਪਲੇਨ ਕੀਤਾ। ਜਿਹੜੇ ਨਾਰਮਲ ਸੈਕਟਰੀ ਹੁੰਦੇ ਆ, ਉਹ ਸੈਕਟਰੀ ਹੁੰਦੇ ਆ, ਉਹ ਕੋਈ ਮਿਨਿਸਟਰ ਮੁਨਿਸਟਰ ਨਹੀਂ ਹੁੰਦੇ, ਉਹਨਾਂ ਨੇ ਮਿਨਿਸਟਰਾਂ ਦੇ ਸਲਾਹਕਾਰ ਹੁੰਦੇ ਆ। ਉਹ ਮੰਤਰੀਆਂ ਦੇ ਕੀ ਹੁੰਦੇ ਆ, ਉਹ ਸਲਾਹਕਾਰ, ਜਾਂ ਕੈਬਨਿਟ ਦਾ ਸਲਾਹਕਾਰ ਹੋ ਗਿਆ, ਜਾਂ ਪ੍ਰਧਾਨ ਮੰਤਰੀ ਦਾ ਸਲਾਹਕਾਰ, ਉਹ ਹੁੰਦੇ ਆ ਸੈਕਟਰੀ। ਪਰ ਜਿਹੜਾ ਪਾਰਲੀਮੈਂਟਰੀ ਸੈਕਟਰੀ ਵਰਡ ਹੈ ਨਾ, ਇਹ ਸੈਕਟਰੀ ਨਹੀਂ ਅਸਲ ਚ ਹੁੰਦਾ ਸੀ, ਇਹ ਕੀ ਹੁੰਦਾ ਸੀ, ਮਿਨਿਸਟਰ ਹੁੰਦਾ ਸੀ ਅਸਲ ਚ। ਜਿਵੇਂ ਆ ਮਿਨਿਸਟਰ, ਡਿਪਟੀ ਮਿਨਿਸਟਰ ਆ, ਮਿਨਿਸਟਰ ਆਫ ਸਟੇਟ ਆ, ਇਹ ਵੀ ਇੱਕ ਮਿਨਿਸਟਰ ਦੀ ਹੀ ਪੋਸਟ ਸੀਗੀ ਪਾਰਲੀਮੈਂਟਰੀ ਸੈਕਟਰੀ। ਨਾ ਜ਼ਰੂਰ ਸੈਕਟਰੀ ਵੇਖਣ 'ਚ ਇਹ ਲੱਗਦਾ ਵੀ ਸਲਾਹਕਾਰ ਹੋਊਗਾ ਕਿਸੇ ਨਾ ਕਿਸੇ ਦਾ, ਪਰ ਇਹ ਸਲਾਹਕਾਰ ਨਹੀਂ, ਇਹ ਇੱਕ ਪੋਸਟ ਹੁੰਦੀ ਵੀ ਜਿਵੇਂ ਦੂਜੇ ਮੰਤਰੀ ਆ ਹਨਾ, ਉਹ ਐਮਪੀ ਹੁੰਦੇ ਆ, ਐਮਪੀਆਂ ਚੋਂ ਚੁਣੇ ਆਏ ਆ, ਇਹ ਪਾਰਲੀਮੈਂਟਰੀ ਸੈਕਟਰੀ ਵੀ ਇੱਕ ਐਮਪੀ ਹੁੰਦਾ ਸੀ ਹੈਗਾ। ਵੀ ਹੁਣ ਵੀ ਵੈਸੇ ਇਹਨਾਂ ਨੇ ਲਾਇਆ ਨਹੀਂ ਉਦੋਂ ਬਾਅਦ ਚ, ਪਰ ਉਹ ਹੁੰਦਾ ਹੈ, ਹੋ ਇਹ ਸਕਦਾ ਵੋਟਾਂ ਹੁੰਦਾ ਦੇ ਉਵੇਂ ਹੁੰਦਾ ਬਸ ਵੀ ਇਹ ਵੋਟਾਂ ਐਮਪੀ ਤੋਂ ਬਾਅਦ ਹੀ, ਜਿਵੇਂ ਯਾਰ ਐਮਪੀ ਤੋਂ ਬਾਅਦ ਹੀ ਉਹ ਮਿਨਿਸਟਰ ਬਣੇ ਆ, ਉਵੇਂ ਐਮਪੀ ਤੋਂ ਬਾਅਦ ਹੀ ਇਹਨੇ ਇਹ ਬਣਨਾ ਸੀ। ਜਿਹੜੇ ਸਮਝ ਸੈਕਟਰੀ ਲਾ, ਹੋਊਗੇ ਸੈਕਟਰੀ ਹੈ। ਸੈਕਟਰੀ ਨਹੀਂ ਹੋਣਾ ਬਾਈ, ਇਹ ਇੱਕ ਮਿਨਿਸਟਰ ਆ। ਅੱਛਾ, ਤੇ ਵੋਟਾਂ ਜਿੱਤ ਕੇ ਹਾਂ, ਬਣੂਗਾ? ਕੀ ਗੱਲ ਸਮਝੋ, ਵੋਟਾਂ ਜਿੱਤਣ ਦਾ ਕੀ ਮਤਲਬ ਹੈ? ਵੋਟਾਂ ਜਿੱਤ ਕੇ ਤਾਂ ਕੀ ਬਣਨਾ ਹੁੰਦਾ, ਆਪਾਂ ਐਮਪੀ ਬਣਨਾ। ਐਮਪੀ ਹਾਂ ਤੇ ਬਣੂਗਾ ਤੇ ਐਮਪੀਆਂ ਤੋਂ ਗਾਂਹ ਮੰਤਰੀ ਬਣਨੇ। ਹਾਂ, ਵੀ ਐਮਪੀ ਹੋਣਾ ਚਾਹੀਦਾ ਵੀ, ਕਿਉਂਕਿ ਮਿਨਿਸਟਰ ਆ ਨਾ। ਹਾਂ ਠੀਕ ਹੈ। ਆ ਵੇਖੋ ਨਾ, ਇਹਨਾਂ ਨੇ ਕੀ ਲਿਖਿਆ, देयर इज अनदर कैटेगरी ऑफ मिनिस्टर्स कॉल्ड पार्लियामेंट्री सेक्रेटरी। पार्लियामेंट्री सेक्रेटरी ਇੱਕ ਮਿਨਿਸਟਰ ਹੁੰਦਾ। ਵੀ ਮੈਂ ਤੁਹਾਨੂੰ ਇਹ ਦੱਸਿਆ ਵੀ ਵੈਸੇ ਜਿਹੜਾ ਸੈਕਟਰੀ ਵਰਡ ਆ, ਜੇ ਕਿਤੇ ਆਜੂ, ਹੋਰ ਕਿਤੇ ਆਜੂ ਸੈਕਟਰੀ ਵਰਡ, ਉਹਦਾ ਮਤਲਬ ਕੀ ਹੁੰਦਾ, ਸਲਾਹਕਾਰ। ਉਹ ਕੋਈ ਮਿਨਿਸਟਰ ਨਹੀਂ ਹੁੰਦਾ, ਉਹ ਕੀ ਹੁੰਦਾ, ਸਲਾਹਕਾਰ। ਪਰ ਜਿੱਥੇ ਪਾਰਲੀਮੈਂਟਰੀ ਸੈਕਟਰੀ ਵਰਡ ਆ ਗਿਆ, ਉਹ ਸਲਾਹਕਾਰ ਨਹੀਂ, ਉੱਥੇ ਉਹਦਾ ਕੀ ਮਤਲਬ ਆ, ਮਿਨਿਸਟਰ ਆ। ਠੀਕ ਹੈ, ਉਹ ਮਿਨਿਸਟਰ ਦਾ ਨਾਮ ਰੱਖਿਆ ਹੋਇਆ ਪਾਰਲੀਮੈਂਟਰੀ ਸੈਕਟਰੀ। ਠੀਕ ਹੈ, ਹੁਣ ਪਤਾ ਲੱਗ ਗਿਆ ਕਿ ਨਹੀਂ ਲੱਗਿਆ? ਲੱਗ ਗਿਆ। ਜੇ ਤਾਂ ਕੈਬਨਿਟ ਸੈਕਟਰੀ ਦੀ ਗੱਲ ਆ ਗਈ, ਉਹ ਤਾਂ ਹਮ, ਕੈਬਨਿਟ ਦਾ ਸਲਾਹਕਾਰ ਆ, ਉਹ ਕੋਈ ਮੰਤਰੀ ਨਹੀਂ। ਪਰ ਜੇ ਹਾਂ ਪਾਰਲੀਮੈਂਟਰੀ ਸੈਕਟਰੀ ਦੀ ਗੱਲ ਆ ਗਈ, ਉਹ ਸਲਾਹਕਾਰ ਨਹੀਂਗਾ ਪਾਰਲੀਮੈਂਟ ਦਾ, ਉਹ ਇੱਕ ਮੰਤਰੀ ਹੁੰਦਾ। ਮਿਨਿਸਟਰ ਤੇ ਮੰਤਰੀ ਵਾਸਤੇ ਤੁਹਾਨੂੰ ਪਤਾ ਕਿਹੜੀ ਕੰਡੀਸ਼ਨ ਹੋਣੀ ਚਾਹੀਦੀ ਹੈ, ਪਹਿਲਾਂ ਉਹ ਐਮਪੀ ਹੋਣਾ ਚਾਹੀਦਾ। ਜੇ ਉਹ ਐਮਪੀ ਹੈ ਨਹੀਂ, ਮੰਤਰੀ ਉਹਨੂੰ ਬਣਾ ਦਿਓ, ਇੱਕ ਵਾਰੀ ਬਣਾ ਦੂਗਾ, ਇੱਕ ਵਾਰੀ ਪ੍ਰੈਜ਼ੀਡੈਂਟ ਸਾਈਨ ਕਰ ਦੂ, ਪਰ 6 ਮਹੀਨਿਆਂ ਦੇ ਵਿੱਚ ਉਹਨੂੰ ਬਣਨਾ ਪਊ। ਸੋ ਆਈ ਥਿੰਕ ਇੰਨਾ ਕੁਝ ਕਲੀਅਰ ਹੈ ਯਾਰ। ਹਾਂ ਬਸ ਮਿਨਿਸਟਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਨਲੀ 3 ਤਰ੍ਹਾਂ ਦੇ, ਚੌਥਾ ਇੱਕ ਪਾਰਲੀਮੈਂਟਰੀ ਸੈਕਟਰੀ ਵੀ ਹੁੰਦਾ। ਠੀਕ ਹੈ। ਪਤਾ ਲੱਗ ਗਿਆ ਬਲਤੇਜ? ਹਾਂ ਬਈ।
ਅੱਗੇ ਆ ਗਿਆ ਡਿਪਟੀ ਪ੍ਰਾਈਮ ਮਿਨਿਸਟਰ, ਲਾਸਟ ਟੌਪਿਕ ਅੱਜ ਦਾ। ਡਿਪਟੀ ਪ੍ਰਾਈਮ ਮਿਨਿਸਟਰ ਅਸਲ 'ਚ ਕੌਂਸਟੀਟਿਊਸ਼ਨ ਦੇ ਵਿੱਚ ਕੋਈ ਪੋਸਟ ਨਹੀਂ ਡਿਪਟੀ ਪ੍ਰਾਈਮ ਮਿਨਿਸਟਰ ਦੀ। ਡਿਪਟੀ ਪ੍ਰਾਈਮ ਮਿਨਿਸਟਰ ਬਾਰੇ ਜੇ ਤੁਹਾਨੂੰ ਕੋਈ ਪੁੱਛ ਲੇ ਵੀ ਕੌਂਸਟੀਟਿਊਸ਼ਨ ਦੇ ਕਿਹੜੇ ਆਰਟੀਕਲ 'ਚ ਲਿਖਿਆ ਡਿਪਟੀ ਪ੍ਰਾਈਮ ਮਿਨਿਸਟਰ ਦਾ, ਕੀ ਦੱਸੋਗੇ ਕਿਹੜੇ ਆਰਟੀਕਲ 'ਚ ਲਿਖਿਆ? ਲਿਖਿਆ ਹੀ ਨਹੀਂ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ ਤੁਹਾਨੂੰ ਪੁੱਛ ਲੇ ਕਿਹੜੇ ਆਰਟੀਕਲ 'ਚ ਲਿਖਿਆ, ਕਿਹੜੇ ਆਰਟੀਕਲ 'ਚ ਲਿਖਿਆ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ ਆਰਟੀਕਲ 74 'ਚ ਤੁਹਾਨੂੰ ਹੁਣੇ ਦੱਸਿਆ ਨਾ। ਅੱਜ ਬੜੇ ਜਿਹੜੇ ਕਲੈਕਟਿਵ ਰਿਸਪੌਂਸਿਬਿਲਟੀ ਦਾ ਕਿਹੜੇ ਦੱਸਿਆ? ਆਰਟੀਕਲ 75 'ਚ। ਜੇ ਤੁਹਾਨੂੰ ਪੁੱਛ ਲੈ ਡਿਪਟੀ ਪ੍ਰਾਈਮ ਮਿਨਿਸਟਰ ਦਾ ਕਿਹੜੇ ਆਰਟੀਕਲ 'ਚ, ਬਾਈ ਜੀ ਲਿਖਿਆ ਹੀ ਨਹੀਂ। ਠੀਕ ਹੈ, ਸੋ ਦਾ ਪੋਸਟ ਆਫ ਡਿਪਟੀ ਪ੍ਰਾਈਮ ਮਿਨਿਸਟਰ ਇਜ਼ ਨਾਟ ਮੈਂਸ਼ਨਡ ਇਨ ਦਾ ਕਨਸਟੀਟਿਊਸ਼ਨ। ਇਟ ਇਜ਼ ਨਾ, ਤੇ ਜਿਹੜੀ ਚੀਜ਼ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਨਾ ਆਵੇ ਉਹਨੂੰ ਅਸੀਂ ਕੀ ਕਹਿੰਦੇ ਆ? ਐਕਸਟਰਾ ਕਨਸਟੀਟਿਊਸ਼ਨ। ਵੀ ਕਨਸਟੀਟਿਊਸ਼ਨ ਦੇ ਵਿੱਚ ਤਾਂ ਇਹ ਹੈ ਨਹੀਂ, ਕਨਸਟੀਟਿਊਸ਼ਨ ਦੇ ਬਾਹਰ ਹੈ, ਐਕਸਟਰਾ ਇਹ। ਸੋ ਉਹਨੂੰ ਕੀ ਕਹਿੰਦੇ ਆ? ਐਕਸਟਰਾ ਕਨਸਟੀਟਿਊਸ਼ਨਲ ਬੋਡੀ। Also 7 persons have occupied this post since inauguration of the constitution। ਇਦੋਂ ਪਹਿਲਾਂ 7 ਬੰਦੇ ਡਿਪਟੀ ਪ੍ਰਾਈਮ ਮਿਨਿਸਟਰ ਬਣੇ ਆ। ਅਸਲ 'ਚ ਡਿਪਟੀ ਪ੍ਰਾਈਮ ਮਿਨਿਸਟਰ ਪਤਾ ਕਦੋਂ ਬਣਾਉਂਦੇ ਆ? ਜਦੋਂ 2 ਬਰਾਬਰ ਦੇ ਲੀਡਰ ਜੇ ਹੋਣ ਨਾ। ਵੀ ਆਪਾਂ ਨੂੰ ਇਹ ਨਾ ਸਮਝ ਲੱਗਦੀ ਹੋਵੇ ਜਿਵੇਂ ਹੁਣ ਪਿਛਲੀ ਵਾਰੀ ਕਾਂਗਰਸ ਦੇ ਵਿੱਚ ਕੀ ਸੀ, ਹੁਣ ਵੀ ਲਗਭਗ ਉਹੀ ਲੜਾਈ ਚੱਲੀ ਜਾਂਦੀ ਹੈ। ਜੇ ਤੁਹਾਡੇ ਯਾਦ ਹੋਵੇ ਵੀ ਪਹਿਲਾਂ ਜਦੋਂ ਅਕਾਲੀ ਸਰਕਾਰ ਹੁੰਦੀ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਬਰਾਬਰ ਜਿਹੇ ਦੇ ਨਹੀਂ ਹੁੰਦੇ ਸੀ। ਵੀ ਉਹ ਸੁਖਬੀਰ ਬਾਦਲ ਆਪਦੀ ਜ਼ਿਆਦਾ ਹੀ ਚਲਾਉਂਦਾ ਹੁੰਦਾ ਸੀ ਬਾਦਲ ਨਾਲੋਂ, ਪਰ ਮੁੱਖ ਮੰਤਰੀ ਕੌਣ ਸੀ? ਪ੍ਰਕਾਸ਼ ਬਾਦਲ। ਤੇ ਸੁਖਬੀਰ ਬਾਦਲ ਫਿਰ ਕੀ ਬਣਿਆ ਹੋਇਆ ਸੀ ਨਾਲ ਜਾਣ ਕੇ? ਉਪ ਮੁੱਖ ਮੰਤਰੀ। ਪਰ ਉਹ ਉਪ ਮੁੱਖ ਮੰਤਰੀ ਦਾ ਕੋਈ ਉਹ ਨਹੀਂ ਹੁੰਦਾ। ਅਸੀਂ ਆ ਜਦੋਂ ਕਾਂਗਰਸ ਸਰਕਾਰ ਆਈ ਆ ਉਦੋਂ ਕੈਪਟਨ ਤੇ ਸਿੱਧੂ ਦਾ ਸੀਗਾ, ਤੇ ਇਹਨਾਂ ਨੇ ਪਹਿਲਾਂ ਸਿੱਧੂ ਨੂੰ ਇਹੀ ਵਾਅਦਾ ਕੀਤਾ ਸੀ ਨਾ ਵੀ ਤੈਨੂੰ ਉਪ ਮੁੱਖ ਮੰਤਰੀ ਬਣਾਵਾਂਗੇ, ਹਨਾ? ਤੇ ਉਹਨਾਂ ਨੇ ਨਹੀਂ ਬਣਾਇਆ। ਉਹ ਗੱਲ ਵੱਖਰੀ ਹੈ, ਨਹੀਂ ਬਣਾਇਆ। ਵੀ ਉਹ ਅਸਲ 'ਚ ਉਦੋਂ ਬਣਾਉਂਦੇ ਆ ਵੀ ਜਦੋਂ ਨਾ 2 ਬਰਾਬਰ ਦੇ ਲੀਡਰ ਹੋਣ ਟੱਕਰ ਦੇ ਆਪਸ 'ਚ, ਤੇ ਸਮਝ ਨਾ ਆਉਂਦੀ ਵੀ ਕਿਹੜੇ ਨੂੰ ਕੀ ਬਣਾਈਏ। ਫਿਰ ਉਦੋਂ ਨੂੰ ਇੱਕ ਨੂੰ ਫਿਰ ਮੁੱਖ ਮੰਤਰੀ ਬਣਾ ਦਿੰਦੇ, ਦੂਜੇ ਨੂੰ ਡਿਪਟੀ ਮੁੱਖ ਮੰਤਰੀ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਦਿੰਦੇ। ਆਈ ਥਿੰਕ ਤੁਹਾਨੂੰ ਕਲੀਅਰ ਹੈ। ਯਾਰ ਆਪਾਂ ਨੂੰ ਨਹੀਂ ਯਾਰ ਹੈ ਹੀ ਨਹੀਂ ਹੁਣ ਤਾਂ ਕੋਈ ਵੀ, ਹੁਣ ਨਹੀਂ ਲੋੜ ਗਈ। ਕਈ ਵਾਰੀ ਸਰਕਾਰ ਵੀ ਇਹ ਜਿਹੀ ਸਥਿਤੀ 'ਚ ਆ ਜਾਂਦੀ ਹੈ ਜਿੱਥੇ ਦੋਵੇਂ ਬੰਦੇ ਬਰਾਬਰ ਦੇ ਹੁੰਦੇ ਆ। ਤੁਹਾਨੂੰ ਕਿਹਾ 2 ਬਰਾਬਰ ਦੇ ਲੀਡਰ ਹੁੰਦੇ ਆ, ਉਹ ਫਿਰ ਸਰਕਾਰ ਉਹੀ ਆਪ ਹੀ ਉਹ ਕਰ ਲੈਂਦੀ ਆ, ਕ੍ਰੀਏਟ ਕਰ ਲੈਂਦੇ ਵੀ ਚੱਲ ਮੈਂ ਮੁੱਖ ਮੰਤਰੀ, ਤੂੰ ਡਿਪਟੀ ਮੁੱਖ ਮੰਤਰੀ, ਹਨਾ? ਕਈ ਵਾਰੀ 2 ਵੀ ਡਿਪਟੀ ਮੁੱਖ ਮੰਤਰੀ ਹੋਏ ਬਣ ਜਾਂਦੇ ਆ ਜੇ 3 ਲੀਡਰ ਹੁਣ ਇੱਕੋ ਜਿਹੇ ਆ ਜਾਣ ਵੀ ਉਹ ਵੀ ਨਹੀਂ ਲੜਾਈ ਹੁੰਦੀ ਹੈ। ਨਹੀਂ ਅਗਲਾ ਕਹਿੰਦਾ ਯਾਰ ਤੂੰ ਪ੍ਰਧਾਨ ਮੰਤਰੀ ਬਣ ਗਿਆ ਤੇ ਮੈਂ ਕਿਉਂ, ਮੈਂ ਆਪਦਾ ਹੋਰ ਕੁਝ ਕਰਦਾ। ਜਿਹੜਾ ਉਹ ਇੱਕ ਤਰ੍ਹਾਂ ਪ੍ਰਧਾਨ ਬਣਾਉਂਦੇ ਆ, ਪ੍ਰਧਾਨ ਕੋਲ ਉਨੀ ਪਾਵਰ ਹੋ ਗਈ ਫਿਰ। ਪ੍ਰਧਾਨ ਥੋੜਾ ਹੋਇਆ ਯਾਰ, ਡਿਪਟੀ ਮੁੱਖ ਮੰਤਰੀ ਆ ਉਹ। ਜਿਹੜਾ ਪ੍ਰਧਾਨ ਉਹ ਪਾਰਟੀ ਦਾ ਉਹ ਹੋਰ ਚੀਜ਼ ਆ, ਸਰਕਾਰ 'ਚ ਤਾਂ ਨਾ ਉਹ। ਹੁਣ ਪਾਵਰ ਉਹ 'ਚ ਪਾਰਟੀ ਪੱਧਰ ਤੇ ਉਹਦੇ ਕੋਲੇ ਪੂਰੀ ਪਾਵਰ ਆ, ਸਰਕਾਰ ਨੂੰ ਕਹਿ ਕੇ ਕੰਮ ਵੀ ਉਹ ਕਰਵਾ ਸਕਦਾ, ਪਰ ਆਪ ਸਰਕਾਰ 'ਚ ਨਹੀਂ। ਉਪ ਮੁੱਖ ਮੰਤਰੀ ਤਾਂ ਆਪ ਸਰਕਾਰ 'ਚ ਹੈ ਨਾ। ਉਹ ਹੋ ਵੀ ਸਕਦਾ ਸਰਕਾਰ 'ਚ। ਕੌਣ ਪ੍ਰਧਾਨ ਜਿਹੜਾ ਸਰਕਾਰ 'ਚ? ਯਾਰ ਹੋ ਸਕਦਾ, ਉਹ ਤਾਂ ਮਰਜ਼ੀ ਆ ਵੀ ਉਹੀ ਬੰਦਾ, ਸੇਮ ਬੰਦਾ ਪ੍ਰਧਾਨ ਵੀ ਹੋ ਸਕਦਾ, ਤੇ ਹੋ ਸਕਦਾ ਸੇਮ ਬੰਦਾ ਵੀ ਕੋਈ ਮੰਤਰੀ ਵੀ ਹੋਵੇ। ਤੇ ਹੁਣ ਸਿੱਧੂ ਨੂੰ ਬਣਾਇਆ ਜੀ ਹੁਣ। ਸਿੱਧੂ ਸਰਕਾਰ 'ਚ ਤਾਂ ਹੈ ਨਹੀਂ। ਸਿੱਧੂ ਕਿਹੜਾ ਮਿਨਿਸਟਰ ਸੀ ਇਹ ਤੋਂ ਪਹਿਲਾਂ? ਐਮਪੀ ਸੀ ਨਾ। ਐਮਐਲਏ ਹੀ ਸੀਗਾ ਯਾਰ। ਐਮਪੀ ਪਹਿਲਾਂ ਬਣਿਆ ਸੀ ਪਹਿਲਾਂ ਇਹ। ਉਹ ਐਮਪੀ ਪਹਿਲਾਂ ਸੀ, ਪਹਿਲਾਂ ਉਸ ਤੋਂ ਬਾਅਦ ਚ ਐਮਐਲਏ ਬਣ ਗਿਆ ਸੀ ਨਾ ਰਿਜ਼ਾਈਨ ਦੇ ਕੇ। ਤੇ ਸਰਕਾਰ 'ਚ ਹੈਗਾ ਹੀ ਆ ਯਾਰ। ਐਮਐਲਏ ਥੋੜਾ ਸਰਕਾਰ 'ਚ ਹੁੰਦੇ ਆ ਯਾਰ, ਗੱਲਾਂ ਫੇਰ ਕਿੱਥੇ ਕਿੱਧਰ ਜਾ ਵੜਦੇ। ਨਹੀਂ ਪੰਜਾਬ 'ਚ ਜਿਵੇਂ ਦੇਖਿਆ ਪੰਜਾਬ ਦੀ ਸਰਕਾਰ ਦਾ ਪਾਰਟ ਹੈਗਾ ਉਹ, ਕਿਉਂ ਜਸਟ ਇੱਕ ਐਮਐਲਏ ਆ ਕਾਂਗਰਸ ਦਾ। ਮੈਂ ਤੁਹਾਨੂੰ ਇਹ ਗੱਲ ਦੱਸੀ ਆ ਵੀ ਕਾਂਗਰਸ ਦੇ ਇਸ ਵਕਤ ਪੰਜਾਬ 'ਚ 78 ਐਮਐਲਏ ਆ, ਠੀਕ ਹੈ? 78 ਚੋਂ ਮਿਨਿਸਟਰ ਕਿੰਨੇ ਆ? 15-16। ਤੇ ਵੈਸੇ ਸਰਕਾਰ ਆਪਾਂ ਕਿਹਨੂੰ ਕਹਿੰਦੇ ਆ ਮੋਟੇ ਸ਼ਬਦਾਂ 'ਚ? ਸਰਕਾਰ ਮਿਨਿਸਟਰਸ ਹੁੰਦੇ ਆ। ਤੇ ਇਹ ਤਾਂ ਐਮਐਲਏ ਆ, ਇਹਦਾ ਕੋਈ ਅਹੁਦਾ ਨਹੀਂ ਇਹਦੇ ਕੋਲੇ। ਪਹਿਲਾਂ ਇਹਦੇ ਕੋਲੇ ਪਾਵਰ ਮਿਨਿਸਟਰੀ ਹੁੰਦੀ ਸੀ, ਪਰ ਇਹਨੇ ਛੱਡਤੀ ਸੀ। ਹੁਣ ਤਾਂ ਇਹ ਕੋਈ ਮਿਨਿਸਟਰੀ ਨਹੀਂ ਸੀ ਇਹਦੇ ਕੋਲੇ। ਹੁਣ ਤਾਂ ਪ੍ਰਧਾਨ ਬਣਾਇਆ ਉਹੀ ਨਾ, ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਨਾ ਵੀ ਉਹ ਪ੍ਰਧਾਨ ਜਿਹੜਾ ਬੰਦਾ ਬਣ ਜਾਂਦਾ ਉਹਨੂੰ ਵੀ ਇੱਕ ਮਿਨਿਸਟਰ ਜਿੰਨੀ ਤਾਂ ਉਹਦੇ ਕੋਲੇ ਘੱਟੋ ਘੱਟ ਪਾਵਰ ਆ ਹੀ ਜਾਂਦੀ ਹੈ ਨਾ, ਕਿਉਂਕਿ ਪ੍ਰਧਾਨ ਆ ਯਾਰ। ਉਹ ਜਿਹੜੀ ਪਾਰਟੀ ਦੀ ਸਰਕਾਰ ਆ ਉਹ ਪਾਰਟੀ ਦਾ ਪ੍ਰਧਾਨ ਆ, ਉਹ ਆਪਦੀ ਗੱਲ ਤਾਂ ਘੱਟੋ ਘੱਟ ਮਨਵਾ ਹੀ ਲਊਗਾ। ਫਿਰ ਪਾਵਰ ਉਨੀ ਹੋ ਜਾਂਦੀ ਪਰ ਉਹ ਹਿੱਸਾ ਨਹੀਂ ਬਣਦਾ। ਜਾਣੀ ਕਿ ਹੈਲੋ
ਆਵਾਜ਼ ਬੰਦ ਹੋ ਗਈ। ਹੈਲੋ ਹੈਲੋ, ਆਵਾਜ਼ ਬੰਦ ਹੋ ਗਈ। ਵਾਈਫਾਈ ਬੰਦ ਹਾਂ 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 ਮੈਂ ਜਾਣ ਕਿਉਂ ਹਿੱਸਾ ਨਹੀਂ ਬੰਦਾ ਕੈਬਨਿਟ ਦਾ, ਪਰ ਪਾਵਰ ਤਾਂ ਹੁੰਦੀ ਆ। ਹਾਂ ਪਾਵਰ ਹੁੰਦੀ ਆ ਉਹਦੇ ਕੋਲੇ। ਸੋ ਆਈ ਥਿੰਕ ਹੁਣ ਤੈਨੂੰ ਗੱਲਾਂ ਕਲੀਅਰ ਆ। ਠੀਕ ਹੈ, ਠੀਕ ਹੈ ਜੀ। ਹਾਂ ਠੀਕ ਹੈ। ਹੁਣ ਹਾਂ ਡਿਪਟੀ ਬਈ ਪ੍ਰਾਈਮ ਮਿਨਿਸਟਰ ਬਾਰੇ ਪਤਾ ਲੱਗ ਗਿਆ ਵੀ ਇਹ ਕਦੋਂ ਬਣਾਉਂਦੇ ਆ। ਵੀ ਹੁਣ ਜਿਵੇਂ ਆਹ ਵੇਖੋ, ਜਦੋਂ ਆਪਾਂ ਨੇ ਆਜ਼ਾਦ ਹੋਏ ਆ ਹਨਾ, ਨਹਿਰੂ ਵੱਡਾ ਲੀਡਰ ਸੀ, ਡਾਕਟਰ ਰਾਜਿੰਦਰ ਪ੍ਰਸਾਦ ਵੱਡਾ ਲੀਡਰ ਸੀ, ਫਿਰ ਆਪਣਾ ਦੂਜਾ ਕੀ ਨਾਂ ਲੈਂਦੇ ਹੁੰਦੇ ਆ, ਪਟੇਲ ਵੱਡਾ ਲੀਡਰ ਸੀ। ਤੁਸੀਂ ਵੇਖ ਲਓ ਇਹਨਾਂ ਸਾਰਿਆਂ ਨੂੰ ਵੀ ਵੱਡੀਆਂ ਵੱਡੀਆਂ ਪੋਜੀਸ਼ਨਾਂ ਤੇ ਸਾਰੇ ਲੱਗੇ ਆ, ਹੈ ਕਿ ਨਹੀਂ। ਹਾਂ ਨਹਿਰੂ ਪ੍ਰਧਾਨ ਮੰਤਰੀ ਬਣ ਗਿਆ, ਠੀਕ ਹੈ, ਰਾਜਿੰਦਰ ਪ੍ਰਸਾਦ ਨੂੰ ਪ੍ਰੈਜ਼ੀਡੈਂਟ ਬਣ ਗਿਆ, ਤੇ ਵੱਲਭ ਭਾਈ ਪਟੇਲ ਹੁਣ ਯਾਰ ਹਨਾ ਵੀ ਉਹ ਮੈਂ ਕੀ ਆ, ਤੇ ਉਹਨੂੰ ਫਿਰ ਡਿਪਟੀ ਪ੍ਰਾਈਮ ਮਿਨਿਸਟਰ ਬਣਾਤਾ ਜੀ। ਸਮਝ ਲੱਗ ਗਈ ਕਿ ਨਹੀਂ ਲੱਗੀ? ਪਰ ਵੈਸੇ ਕਨਸਟੀਟਿਊਸ਼ਨ ਦੇ ਵਿੱਚ ਇਹ ਨਹੀਂਗਾ ਵੀ ਹਾਂ ਵੀ ਇਹ ਨਹੀਂ ਜਿਵੇਂ ਹੁਣ ਪ੍ਰਧਾਨ ਮੰਤਰੀ ਬਣਨਾ ਜ਼ਰੂਰੀ ਹੁੰਦਾ ਵੀ ਪ੍ਰਧਾਨ ਮੰਤਰੀ ਹੋਣਾ ਹੀ ਚਾਹੀਦਾ, ਤੇ ਪਰ ਇਹਦੇ ਵਾਸਤੇ ਇਹ ਚੀਜ਼ ਜ਼ਰੂਰੀ ਨਹੀਂ ਵੀ ਉਹ ਚੀਜ਼ ਹੋਊਗੀ ਵੀ ਡਿਪਟੀ ਪ੍ਰਾਈਮ ਮਿਨਿਸਟਰ ਹੋਣਾ ਹੀ ਹੋਣਾ ਚਾਹੀਦਾ। ਇਹ ਕਨਸਟੀਟਿਊਸ਼ਨਲ ਪੋਸਟ ਨਹੀਂ, ਇਹ ਵੈਸੇ ਹੀ ਆ ਵੀ ਜੇ ਹਨਾ ਬਣਾਉਣਾ ਬਣਾ ਲਓ, ਨਹੀਂ ਬਣਾਉਣਾ ਨਾ ਬਣਾਓ, ਇਹ ਤਾਂ ਆਪ ਹੀ ਬਣਾਉਂਦੇ ਆ। ਠੀਕ ਹੈ, ਇਹ ਤੋਂ ਪਹਿਲਾਂ 7 ਡਿਪਟੀ ਪ੍ਰਾਈਮ ਮਿਨਿਸਟਰ ਬਣੇ ਆ। ਕਿਹੜੇ ਕਿਹੜੇ ਬਣੇ ਆ? ਇੱਕ ਤਾਂ ਵੱਲਭ ਭਾਈ ਪਟੇਲ ਬਣਿਆ ਉਦੋਂ ਪਹਿਲਾਂ, ਇੱਕ ਮਰਾਰਜੀ ਦੇਸਾਈ ਬਣਿਆ ਸੀ 1967 ਤੋਂ 1969 ਦੇ ਵਿੱਚ। ਫਿਰ ਆਹ ਵੇਖੋ ਦੋ ਇਕੱਠੇ ਹੀ ਬਣੇ ਸੀਗੇ, ਚੌਧਰੀ ਚਰਨ ਸਿੰਘ ਜਿਹਨੂੰ ਕਿਸਾਨ ਲੀਡਰ ਕਿਹਾ ਜਾਂਦਾ ਵਾਹਵਾ ਚੰਗਾ, ਤੇ ਜਗਜੀਵਨ ਰਾਮ। ਜਗਜੀਵਨ ਰਾਮ ਨੂੰ ਕਿਹਾ ਜਾਂਦਾ ਵੀ ਜਿਹੜਾ ਆਪਣਾ ਇਹ ਲੇਬਰ ਨਾਲ ਸੰਬੰਧਿਤ ਸੀ, ਮਜ਼ਦੂਰਾਂ ਨਾਲ ਸੰਬੰਧਿਤ ਤੇ ਚੰਗਾ ਸੀਗਾ ਕੰਮ ਕੀਤਾ ਇਹਨੇ। ਚੌਧਰੀ ਚਰਨ ਸਿੰਘ ਨੂੰ ਕਿਹਾ ਜਾਂਦਾ ਵੀ ਇਹਨਾਂ ਨੇ ਕਿਸਾਨੀ ਨਾਲ ਸੰਬੰਧਿਤ। ਅਸਲ 'ਚ ਗੱਲ ਕਹਿੰਦੇ ਹੁੰਦੇ ਵੀ ਚੌਧਰੀ ਚਰਨ ਸਿੰਘ ਵਰਗਾ ਕਿਸਾਨ ਲੀਡਰ ਹੈ ਨਹੀਂ ਕੋਈ। ਉਦੋਂ ਬਾਅਦ ਚਾਹੁੰਦੇ ਵੀ ਬਾਦਲ ਦਾ ਨਾਮ ਆਉਂਦਾ, ਚੌਧਰੀ ਚਰਨ ਸਿੰਘ ਤੋਂ ਬਾਅਦ ਕਟਾਲਿਆਂ ਦਾ ਨਾਮ ਆਉਂਦਾ ਕਿਸਾਨੀ ਵਾਸਤੇ। ਉਵੇਂ ਜਦੋਂ ਤੁਸੀਂ ਮਜ਼ਦੂਰੀ ਦੀ ਗੱਲ ਕਰਦੇ ਆ ਪਿਛੜੇ ਵਰਗ ਦੀ, ਉਹਦੇ 'ਚ ਜਗਜੀਵਨ ਰਾਮ ਦਾ ਨਾਮ ਆਉਂਦਾ। ਠੀਕ ਹੈ, ਟਰਮ ਕੈਬਨਿਟ ਵੇਲੇ ਸੀਗਾ ਹਾਂ ਇਹ। ਹਾਂ 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 ਠੀਕ ਹੈ। ਉਦੋਂ ਵੀ ਇਹਨੂੰ ਮੈਨੂੰ ਲੱਗਦਾ ਲੇਬਰ ਮਿਨਿਸਟਰੀ ਬਣਾਇਆ ਸੀ ਆਈ ਥਿੰਕ। ਹਾਂ ਲੇਬਰ ਸੀਗਾ। ਠੀਕ ਹੈ, ਫਿਰ ਅੱਗੇ ਫਿਰ ਵਾਈ ਬੀ ਚੌਹਾਨ ਵੀ ਰਿਹਾ, ਫਿਰ ਦੇਵੀ ਲਾਲ ਰਿਹਾ 1999 ਦੇ ਵਿੱਚ। ਦੇਵੀ ਲਾਲ ਆਹੀ ਦੇਵੀ ਲਾਲ ਕੇਬਲ ਤੇਜ ਉਹੀ ਆਪਣੇ ਕਟਾਲੇ ਕੇ। ਠੀਕ ਹੈ, ਇਹ ਰਿਹਾ 2 ਵਾਰੀ। ਫਿਰ ਲਾਲ ਕ੍ਰਿਸ਼ਨ ਅਡਵਾਣੀ ਰਿਹਾ ਜਦੋਂ ਉਹਦੀ ਸਰਕਾਰ ਹੁੰਦੀ ਸੀ ਆਪਣੀ ਬੀਜੇਪੀ ਦੀ, ਅਟਲ ਬਿਹਾਰੀ ਵਾਜਪਾਈ ਦੀ, ਉਦੋਂ ਇਹ ਡਿਪਟੀ ਪ੍ਰਾਈਮ ਮਿਨਿਸਟਰ ਸੀ। ਫਿਰ ਵੇਖੋ ਫਿਰ 2 ਫੇਸ ਕਲੈਸ਼ ਕਰਕੇ ਨਾ, ਵੀ ਇੱਕ ਪਾਸੇ ਅਡਵਾਣੀ ਆ, ਦੂਜੇ ਪਾਸੇ ਵਾਜਪਾਈ ਆ, ਵੀ ਦੋਵੇਂ ਹੀ ਵੱਡੇ ਲੀਡਰ ਆ। ਹੁਣ ਸਮਝ ਨਹੀਂ ਆਉਂਦੀ ਵੀ ਕਿਹਨੂੰ ਬਣਾਈਏ ਤੇ ਕਿਹਨੂੰ ਛੱਡ ਗਏ। ਫਿਰ ਉਹ ਆਂਦੇ ਵੀ ਚੱਲ ਇੱਕ ਨੂੰ ਪ੍ਰਾਈਮ ਮਿਨਿਸਟਰ ਬਣਾ ਦਿੰਦੇ, ਦੂਜੇ ਨੂੰ ਡਿਪਟੀ ਬਣਾ ਦਿੰਦੇ, ਵੀ ਹੈ ਤਾਂ ਦੋਵੇਂ ਨੇੜੇ ਨੇੜੇ ਹੀ। ਵੀ ਮਿਨਿਸਟਰਾਂ ਨਾਲੋਂ ਤਾਂ ਇਹਨਾਂ ਦਾ ਉਹਦਾ ਉੱਚਾ ਹੀ ਹੋਊਗਾ ਨਾ। ਫਿਰ ਵੀ ਤੁਸੀਂ ਵੇਖੋ ਨਾ, ਡਿਪਟੀ ਪ੍ਰਾਈਮ ਮਿਨਿਸਟਰ ਦਾ ਇੱਕ ਆਮ ਮਿਨਿਸਟਰ ਨਾਲੋਂ ਉਹਦਾ ਤਾਂ ਉੱਚਾ ਹੀ ਹੋਊਗਾ। ਸੋ ਤਾਂ ਕਰਕੇ ਸੋ 7 ਹੋ ਗਏ, ਵੇਖ ਲਓ ਗਿਣ ਲਓ 2 4 5 6 7। ਕਰਨੀ ਜ਼ਿਆਦਾ ਹੈ। ਮੈਂ ਤਾਂ ਨਾ ਕਰ ਲੂੰਗੇ ਤਾਂ ਚੰਗੇ, ਪਰ ਨਹੀਂ ਇੰਨਾ ਕੁ ਯਾਦ ਰੱਖ ਲਓ ਵੀ 7 ਆ। ਮੋਟੇ ਮੋਟੇ ਤੁਹਾਡੇ ਨਾਂ ਯਾਦ ਰਹਿ ਜਾਣਗੇ, ਅਡਵਾਣੀ ਥੋੜਾ ਭੁੱਲੋਗੇ ਹੁਣ ਤੁਸੀਂ। ਹਾਂ ਦੇਵੀ ਲਾਲ ਵੀ ਨੀ ਭੁੱਲਦੇ, ਨਾ ਦੇਵੀ ਲਾਲ ਭੁੱਲੋ ਹੈ, ਤੇ ਪਟੇਲ ਵੀ ਨੀ ਤੇ ਭੁੱਲਦੇ, ਨਾ ਪਟੇਲ ਭੁੱਲੋ, ਬਸ ਠੀਕ ਆ ਬਹੁਤ ਆ। ਤੇ ਉਹ ਚਰਨ ਚਰਨ ਸਿੰਘ ਸਿੰਘ ਤੇ ਉਹ ਤਾਂ ਲੱਗਦਾ। ਫਿਰ ਤਿੰਨ ਇਕੱਠੇ ਬਣ ਗਏ ਸੀ। ਉਹ ਯਾਰ ਇਹ ਤਾਂ ਵੈਸੇ ਜੇ ਤੁਸੀਂ ਕਹਾਣੀ ਯਾਦ ਰੱਖਣੀ ਤਾਂ ਰੱਖ ਲਓ, ਪਰ ਬਸ ਇੰਨੀ ਕੁ ਗੱਲ ਤੁਸੀਂ ਜਿਹੜੀ ਮੇਨ ਯਾਦ ਰੱਖਣੀ ਹੈ ਪੇਪਰ ਵਾਸਤੇ ਉਹ ਇਹ ਹੈ ਵੀ ਡਿਪਟੀ ਪ੍ਰਾਈਮ ਮਿਨਿਸਟਰ ਕੋਈ ਅਹੁਦਾ ਨਹੀਂਗਾ ਕਨਸਟੀਟਿਊਸ਼ਨ ਦੇ ਵਿੱਚ, ਇਹ ਐਕਸਟਰਾ ਕਨਸਟੀਟਿਊਸ਼ਨਲ ਪੋਸਟ ਆ। ਠੀਕ ਹੈ, ਤੇ ਦੂਜੀ ਗੱਲ ਇਹ ਤੋਂ ਪਹਿਲਾਂ 7 ਬਣੇ, ਤੇ ਇਸ ਵਕਤ ਪ੍ਰੈਜ਼ੈਂਟ ਕੋਈ ਡਿਪਟੀ ਪ੍ਰਾਈਮ ਮਿਨਿਸਟਰ ਹੈਗਾ ਹੈ ਨਹੀਂਗਾ। ਸੋ ਆਪਣਾ ਇਹਦੇ ਨਾਲ ਸਾਰਾ ਪ੍ਰਾਈਮ ਮਿਨਿਸਟਰ ਜਿਹੜਾ ਉਹ ਕਾਉਂਸਲ ਆਫ ਮਿਨਿਸਟਰ ਖਤਮ ਹੋ ਗਿਆ। ਆਪਣੇ ਰਹਿ ਗਏ ਮਿਸਲੇਨੀਅਸ ਫੈਕਟ, ਜਿਵੇਂ ਆਪਾਂ ਉਹ ਚ ਪ੍ਰੈਜ਼ੀਡੈਂਟ ਚ ਪੜ੍ਹੇ ਸੀ ਨਾ ਵੀ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ, ਪਹਿਲਾ ਸਿੱਖ ਪ੍ਰੈਜ਼ੀਡੈਂਟ ਕੌਣ ਸੀ, ਪਹਿਲਾ ਮੁਸਲਿਮ ਪ੍ਰੈਜ਼ੀਡੈਂਟ ਕੌਣ ਸੀ, ਸ਼ਾਰਟੈਸਟ ਟੈਨਿਓਰ ਕਿਹਦਾ ਸੀ। ਉਹੀ ਸੇਮ ਕੁਐਸਚਨ ਇਹਦੇ ਚ ਆਉਣੇ ਆ। ਪਹਿਲਾ ਸਿੱਖ ਪ੍ਰਾਈਮ ਮਿਨਿਸਟਰ ਕੌਣ ਆ ਹਨਾ, ਪਹਿਲਾ ਮੁਸਲਿਮ ਪ੍ਰਾਈਮ ਮਿਨਿਸਟਰ ਕੋਈ ਸੀ ਕਿ ਨਹੀਂ, ਪਹਿਲੀ ਵੀਮਨ ਪ੍ਰਾਈਮ ਮਿਨਿਸਟਰ ਕੌਣ ਆ। ਉਹੀ ਗੱਲਾਂ ਜਿਹੜੀਆਂ ਆਪਾਂ ਸੋਚ ਸਕਦੇ ਹਾਂ ਵੀ ਸਾਰਿਆਂ ਤੋਂ ਛੋਟਾ ਟੈਨਿਓਰ ਕਿਹਦਾ, ਸਾਰਿਆਂ ਤੋਂ ਵੱਡਾ ਟੈਨਿਓਰ ਕਿਹਦਾ ਸੀਗਾ। ਸੋ ਇਹ ਗੱਲਾਂ ਆਪਾਂ ਕਰਾਂਗੇ ਕੱਲ ਨੂੰ, ਅੱਜ ਹੁਣ ਟਾਈਮ ਬਹੁਤ ਹੋ ਗਿਆ। ਸੋ ਇਹਨੂੰ ਸਾਰੇ ਨੂੰ ਯਾਦ ਕਰ ਲਿਓ। ਪਿਛਲਾ ਰਿਵਾਈਜ਼ ਨਾਲ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਕਰਨਾ, ਤੇ ਇੱਕ ਕੱਲ ਨੂੰ ਤੁਹਾਨੂੰ ਮੈਂ ਸੁਣੂਗਾ ਸੋਰਸਸ ਆਫ ਕਨਸਟੀਟਿਊਸ਼ਨ, ਸੋਰਸਸ ਆਫ ਕਨਸਟੀਟਿਊਸ਼ਨ, ਤੇ ਇੱਕ ਜਿਹੜੇ ਮੂਹਰਲੇ ਉਹ ਤੁਹਾਨੂੰ ਕਰਵਾਏ ਸੀ ਨਾ ਜਿਹੜਾ ਬੈਕਗਰਾਉਂਡ ਸੀਗਾ ਰੈਗੂਲੇਟਿੰਗ ਐਕਟ, ਤੇ ਉਹ ਪਿਛਲਾ ਰਿਵਾਈਜ਼ ਕਰ ਲਿਓ, ਉਹ ਜਿੰਨੇ ਕਰਵਾਏ ਸੀ।
ਸੋ ਉਹ ਦੋ ਚੀਜ਼ਾਂ ਤੁਹਾਡੇ ਪਿਛਲੇ ਕੰਮ 'ਚ ਤੁਹਾਡਾ ਹੋਮਵਰਕ ਹੈ, ਤੇ ਇੱਕ ਆ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਤੇ ਆ ਤਾਂ ਹੈ ਹੀ ਹੈ। ਠੀਕ ਹੈ, ਇੰਨਾ ਕੰਮ ਕਰਕੇ ਬਾਅਦ 'ਚ ਤੁਸੀਂ ਕੁਝ ਮਰਜ਼ੀ ਕਰ ਲਿਓ, ਕੋਈ ਵੀ ਕੰਮ ਕਰ ਲਿਓ, ਪਹਿਲਾਂ ਆਹ ਕੰਮ ਨਿਬੇੜਨਾ। ਠੀਕ ਹੈ। ਠੀਕ ਹੈ, ਚਲੋ।